ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਹਮਦਰਦ ਨਿਊਜ਼ ਐਂਡ ਵਿਊਜ਼ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਸਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਬਾਰੇ ਵਿੱਚ। ਕੋਈ ਖਬਰ ਜਾਂ ਜਾਣਕਾਰੀ ਤੁਹਾਡੇ ਕੋਲ ਆ, ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਕਿਸੇ ਖਬਰ ਦੇ ਉੱਤੇ ਆਪਣਾ ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਇਹ ਪ੍ਰੋਗਰਾਮ ਤੁਸੀਂ ਹਮਦਰਦ ਮੀਡੀਆ ਗਰੁੱਪ ਦੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ ਵੀ ਨਾਲ ਦੀ ਨਾਲ ਲਾਈਵ ਦੇਖ ਸਕਦੇ ਹੋ। ਪ੍ਰੋਗਰਾਮ ਪਸੰਦ ਆਉਂਦਾ ਤਾਂ ਲਾਈਕ, ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ। ਜਿਹੜੀਆਂ ਖਬਰਾਂ ਦੀ ਅੱਜ ਅਸੀਂ ਗੱਲਬਾਤ ਕਰਨੀ ਹੈ, ਪ੍ਰਮੁੱਖ ਖਬਰਾਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਜਿਹੜੇ ਦੋ ਸ਼ੂਟਰਸ ਲੋੜੀਂਦੇ ਸੀ ਪੁਲਿਸ ਐਨਕਾਊਂਟਰ ਦੇ ਵਿੱਚ, ਉਹਨਾਂ ਨੂੰ ਜਿਹੜਾ ਆ ਮਾਰ ਦਿੱਤਾ ਗਿਆ ਆ। ਇਸ ਦੇ ਨਾਲ ਹੀ ਦੋ ਹੋਰ ਜਿਹੜੇ ਆ ਗੈਂਗਸਟਰਸ ਨੇ, ਉਹਨਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ, ਹਾਲਾਂਕਿ ਨਾਮ ਦਾ ਖੁਲਾਸਾ ਜੇ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਗੱਲ ਕਰਾਂਗੇ ਜਿਹੜੇ ਇਸ ਵਕਤ ਸ਼ੂਟਰਸ ਮਾਰੇ ਗਏ ਨੇ, ਜਿਹੜੇ ਲੋੜੀਂਦੇ ਸ਼ੂਟਰ ਸੀ, ਇਹਨਾਂ ਦੇ ਕੋਲੋਂ ਪੁਲਿਸ ਨੇ ਕੀ ਬਰਾਮਦ ਕੀਤਾ ਹੈ। ਜਦੋਂ ਉੱਥੇ ਜਾ ਕੇ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਕੋਲੋਂ ਕੀ ਬਰਾਮਦ ਹੋਇਆ ਵਾ, ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਕਿ ਮੂਸੇਵਾਲਾ ਕਤਲकांड ਵਿੱਚ ਜਿਹੜੇ ਹਥਿਆਰ ਵਰਤੇ ਗਏ ਸੀ, ਕੀ ਉਹ ਮਿਲ ਗਏ ਨੇ ਜਾਂ ਅਜੇ ਉਸ ਦੀ ਭਾਲ ਜਾਰੀ ਹੈ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਮਾਰੇ ਗਏ ਜਿਹੜਾ ਗੈਂਗਸਟਰ ਹੈ ਜਗਰੂਪ, ਉਸ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਵਾ ਕਿ ਇਸ ਐਨਕਾਊਂਟਰ ਦੇ ਬਾਰੇ ਵਿੱਚ ਉਹਨਾਂ ਦਾ ਕੀ ਕਹਿਣਾ ਆ। ਇਹਦੇ ਨਾਲ ਹੀ ਅਸੀਂ ਗੱਲ ਕਰਾਂਗੇ ਸ਼ਗਨਪ੍ਰੀਤ ਦੀ। ਸ਼ਗਨਪ੍ਰੀਤ ਨੇ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਆ ਮੁਖਾਤਿਬ ਹੁੰਦੇ ਹੋਏ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਾਫੀ ਰਾਜ਼ ਜਿਹੜੇ ਉਹਨਾਂ ਨੇ ਸਾਂਝੇ ਕੀਤੇ ਨੇ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਸਿੰਘ ਬਾਦਲ ਨੇ ਗਾਇਆ ਗਾਣਾ, ਕਿੱਥੇ ਗਾਣਾ ਗਾਇਆ, ਕਿਹੜਾ ਗਾਣਾ ਗਾਇਆ ਤੇ ਕਿਉਂ ਗਾਇਆ ਗਿਆ ਇਹ ਗਾਣਾ, ਇਸ ਦੇ ਬਾਰੇ ਵੀ ਗੱਲ ਕਰਾਂਗੇ। ਤੇ ਨਾਲ ਹੀ ਭਾਰਤ ਦੀ ਸਥਿਤੀ ਬਾਰੇ ਗੱਲ ਕਰਾਂਗੇ ਤੇ ਕੈਨੇਡਾ ਦੇ ਪਾਸਪੋਰਟ ਦੇ ਬਾਰੇ ਵੀ ਗੱਲ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ 'ਚ ਜੋੜ ਲੈਣੇ ਜੀ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ। ਸਵਾਗਤ ਹੈ ਸਰ। ਤੁਹਾਨੂੰ ਪਰਿਵਾਰ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੀ ਹਾਲ ਚਾਲ ਸਰ? ਗਰਮੀ ਬਹੁਤ ਹੈ, ਬਹੁਤ ਜ਼ਿਆਦਾ ਆ। ਕੱਲ ਜੀ ਸਾਡੇ 39 ਡਿਗਰੀ ਸੀਗਾ ਵਿਦ ਦਾ ਹਿਊਮਿਡਿਟੀ। ਵੈਸੇ ਸ਼ੋ ਕਰ ਰਿਹਾ ਸੀ 33 34 ਤੇ 39 ਡਿਗਰੀ ਤੱਕ ਗਿਆ ਜੀ। ਯੂਰਪ ਦੇ ਵਿੱਚ ਗਰਮੀ ਬਹੁਤ ਪੈ ਰਹੀ ਹੈ। 40 ਡਿਗਰੀ ਲੰਡਨ ਹਿੱਟ ਕੀਤਾ 17 ਸਾਲਾਂ ਤੋਂ ਬਾਅਦ। ਬਹੁਤਿਆਂ ਘਰਾਂ 'ਚ ਉੱਥੇ ਏਸੀ ਨਹੀਂ ਹੈਗਾ ਕਿਉਂਕਿ ਇੰਨੀ ਗਰਮੀ ਹੁੰਦੀ ਹੋਈ ਨਹੀਂ ਹੈਗੀ। ਬਹੁਤ ਬੁਰਾ ਹਾਲ ਹੈ। ਸਪੇਨ 'ਚ ਬੜਾ ਬੁਰਾ ਹਾਲ ਹੈ। ਆਲ ਓਵਰ ਸਾਡੇ US ਦੇ ਵਿੱਚ, ਸਾਊਥਰਨ ਸਟੇਟਸ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ ਜੀ। ਗਰਮੀ ਪੂਰੇ ਜਲਵੇ ਦਿਖਾ ਰਹੀ ਹੈ। ਟੈਂਪਰੇਚਰ ਉੱਪਰ ਜਾ ਰਹੇ ਨੇ। ਸਾਡਾ ਅੱਜ ਵੀ ਐਵੇਂ ਹੀ ਹੈ, ਧੁੱਪ ਨਿਕਲੀ ਹੋਈ ਹੈ। ਮੀਂਹ ਦੇ ਕੋਈ ਵੀ ਚਾਂਸ ਹੈ ਨਹੀਂ। ਪਿਛਲੇ ਬਹੁਤ ਮੇਰੇ 10 ਦਿਨ ਹੋ ਗਏ ਹੁਣ, ਇੱਕ ਤਾਂ ਮਾੜਾ ਮੋਟਾ ਛਰਾਟਾ ਪਿਆ, ਮੀਂਹ ਪਿਆ ਨਹੀਂ ਹੈਗਾ ਜੀ। ਮੈਂ ਟੋਰਾਂਟੋ ਦੇ ਏਰੀਆ ਦੀ ਗੱਲ ਕਰ ਰਿਹਾ ਹੈਗਾ। ਖਬਰਾਂ ਤੇ ਜੀ ਫਿਰ ਆਪਾਂ ਬਿਲਕੁਲ ਜੀ ਅੱਜ ਦੇ ਦਿਨ ਮਾਈ ਅਪੋਲੋਜੀਜ਼। ਅੱਜ ਦੇ ਦਿਨ ਇੱਕ ਬੜੀ ਵੱਡੀ ਘਟਨਾ ਵਾਪਰੀ ਸੀ ਦੁਨੀਆ ਦੇ ਇਤਿਹਾਸ ਵਿੱਚ। ਬੜੀ ਵੱਡੀ ਘਟਨਾ ਵਾਪਰੀ ਸੀ 2,40,000 ਮੀਲ ਦੂਰ ਦੁਨੀਆ ਤੋਂ, ਇਸ ਧਰਤੀ ਤੋਂ ਇੱਕ ਸੁਨੇਹਾ ਆਇਆ ਸੀਗਾ ਸਾਨੂੰ ਸਾਰਿਆਂ ਨੂੰ। 1 ਬਿਲੀਅਨ ਲੋਕਾਂ ਨੇ ਉਹ ਸੁਨੇਹਾ ਸੁਣਿਆ। ਦੇਖਣ ਵਾਲੇ ਉਦੋਂ ਥੋੜੇ ਸੀਗੇ, ਟੀਵੀ ਇੰਨਾ ਨਹੀਂ ਹੁੰਦਾ ਸੀਗਾ। ਮੇਰੀ ਮੁਰਾਦ ਹੈ ਉਹ ਸੁਨੇਹਾ ਸੀਗਾ ਜੀ, ਦੈਟਸ one small step for a man, one giant leap for the mankind। ਨੀਲ ਆਰਮਸਟਰੋਂਗ। ਅੱਜ ਦੇ ਦਿਨ 10:56 PM ਸ਼ਾਮ ਦੇ ਸਮੇਂ ਈਸਟਰਨ ਜਿਹੜਾ ਟਾਈਮ ਸਾਡਾ ਹੈ ਉਹਦੇ ਮੁਤਾਬਕ ਉਹਨੇ ਉੱਥੇ ਪੈਰ ਰੱਖਿਆ ਸੀਗਾ। ਪਹਿਲਾ ਪੈਰ ਜਿਹੜਾ ਰੱਖਿਆ ਸੀ ਤਰਨ ਖੱਬਾ ਪੈਰ ਸੀ ਉਹਦਾ। ਲੈਫਟ ਫੁੱਟ ਪਹਿਲਾਂ ਗਿਆ, ਰਾਈਟ ਫੁੱਟ ਬਾਅਦ 'ਚ ਗਿਆ। ਤੇ ਉਦੋਂ ਤਕਰੀਬਨ 20-25 ਮਿੰਟਾਂ ਦੇ ਬਾਅਦ ਬਜ਼ ਆਲਡਰਨ ਉਹ ਵੀ ਉੱਥੇ ਲੈਂਡ ਕੀਤਾ ਸੀ। ਤੇ ਉਹਨਾਂ ਨੇ ਇੱਕ ਰਾਤ ਉੱਥੇ ਸੌਂ ਕੇ ਗੁਜ਼ਾਰੀ ਸੀ। ਉਹਨੇ ਕੁਛ ਆਪਦੇ ਤਜਰਬੇ ਕੀਤੇ ਸਨ, ਬਟ ਉਹ ਕਹਿੰਦੇ ਉਹਨਾਂ ਨੇ ਉੱਥੇ ਸੁੱਤੇ ਆ। ਉਸ ਜਿਹੜਾ ਮੋਡਿਊਲ ਜਿਹੜਾ ਕੈਪਸੂਲ ਸੀਗਾ ਉਹਦਾ ਨਾਮ ਈਗਲ ਸੀਗਾ। ਔਰ ਉੱਥੋਂ ਉਹਨਾਂ ਨੇ ਆਪਦਾ ਸੁਨੇਹਾ ਭੇਜਿਆ। ਉਸ ਵੇਲੇ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਜੀ, ਉਹਨਾਂ ਨਾਲ ਵੀ ਉੱਥੋਂ ਉਹ ਗੱਲ ਕੀਤੀ ਉਹਨੇ। ਐਂਡ ਬੜੀ ਵੱਡੀ ਮੈਨਕਾਈਂਡ ਵਾਸਤੇ ਬੜਾ ਵੱਡਾ, ਸੱਚੀ ਬਹੁਤ ਵੱਡਾ ਸਟੈਪ ਸੀਗਾ ਮਨੁੱਖਤਾ ਵਾਸਤੇ। ਬੜੀਆਂ ਉਸ ਤੋਂ ਬਾਅਦ ਕਾਢਾਂ ਕੱਢੀਆਂ ਕਿ ਇਹਨੇ ਬਹੁਤ ਕੁਛ, ਸਪੇਸ ਨੇ ਬਹੁਤ ਕੁਛ ਦਿੱਤਾ। ਸਾਨੂੰ ਲੱਗਦਾ ਹੁੰਦਾ ਵੀ ਸਪੇਸ ਦੇ ਕਰਦੇ ਕੀ ਹੈ, ਅਸੀਂ ਉੱਧਰ ਤੁਰੇ ਫਿਰਦੇ ਹਾਂ, ਇੰਨਾ ਪੈਸੇ ਖਰਚੇ, ਬਿਜ਼ਨਸ ਸਪੇਸ ਨੇ ਸਾਨੂੰ ਬਹੁਤ ਕੁਛ ਦਿੱਤਾ। ਔਰ ਉਹ ਐਵੇਂ ਨਹੀਂ ਉੱਥੇ ਜਾ ਰਹੇ, ਸਾਰਿਆਂ ਦੀ ਰੇਸ ਲੱਗੀ ਹੋਈ ਹੈ। ਸਾਡਾ ਹੁਣ ਸਪੇਸ ਸਟੇਸ਼ਨ ਹੈਗਾ, ਚਾਈਨਾ ਦਾ ਵੀ ਸਪੇਸ ਸਟੇਸ਼ਨ ਹੈ ਇਸ ਵੇਲੇ, ਉਹਨਾਂ ਨੇ ਆਪ ਦਾ ਬਣਾਇਆ ਹੋਇਆ ਹੈਗਾ। ਸਾਡੇ ਵਾਲਾ ਜਿਹੜਾ ਸਪੇਸ ਇਸ ਵੇਲੇ ਹੈਗਾ, ਕਈਆਂ ਦੇਸ਼ਾਂ ਨੇ ਰਲ ਕੇ ਬਣਾਇਆ ਹੈ। ਇਹ ਆਪਦੀ ਮਿਆਦ ਪੂਰੀ ਕਰ ਚੁੱਕਿਆ ਹੈ ਤੇ ਨਵਾਂ ਬਣਾਉਣ ਦੇ ਲੋਕਾਂ ਕੋਲ ਹਜੇ ਪੈਸੇ ਨਹੀਂ ਹੈਗੇ ਦੇਸ਼ਾਂ ਦੇ ਕੋਲੇ, ਔਰ ਇਸੇ ਨੂੰ ਰਿਪੇਅਰ ਕਰਕੇ ਚਲਾਈ ਤੁਰੇ ਜਾ ਰਹੇ। ਤਕਰੀਬਨ ਆਸ ਹੈ ਕਿ 10 ਸਾਲ ਸ਼ਾਇਦ ਹੋਰ ਇਹਨੂੰ ਰੱਖਿਆ ਜਾਵੇਗਾ ਜੀ। ਖਬਰਾਂ ਦੀ ਜੀ ਬਿਲਕੁਲ ਜੀ, ਖਬਰਾਂ ਦੀ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਉਸ ਖਬਰ ਦੇ ਨਾਲ ਜਿਸ ਨੇ ਇਸ ਵਕਤ ਸਾਰੇ ਪਾਸੇ ਕਾਫੀ ਜ਼ਿਆਦਾ ਤਹਿਲਕਾ ਮਚਾਇਆ ਹੋਇਆ। ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਕਤਲकांड ਵਿੱਚ ਦੋ ਲੋੜੀਂਦੇ ਜਿਹੜੇ ਗੈਂਗਸਟਰ ਸੀ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨਾਲ ਐਨਕਾਊਂਟਰ ਦੇ ਚੱਲਦਿਆਂ ਉਹਨਾਂ ਦੀ ਮੌਤ ਹੋ ਗਈ ਹੈ। ਇਹ ਐਨਕਾਊਂਟਰ ਕਿੱਥੇ ਹੋਇਆ ਤੁਹਾਨੂੰ ਦੱਸ ਦਈਏ। ਇਹ ਜਿਹੜਾ ਐਨਕਾਊਂਟਰ ਹੋਇਆ ਅੱਜ ਘੜਿੰਡਾ ਹੁਸ਼ਿਆਰਪੁਰ ਨਗਰ ਸੜਕ ਦੇ ਉੱਤੇ ਪਿੰਡ ਭਕਨਾ ਦੇ ਨੇੜੇ। ਇਹ ਗੈਂਗਸਟਰਸ ਲੁਕੇ ਹੋਏ ਸੀਗੇ। ਸੋ ਇਸ ਪੂਰੇ ਪਿੰਡ ਨੂੰ, ਪੂਰੇ ਏਰੀਆ ਨੂੰ ਘੇਰਾ ਪਾਇਆ ਗਿਆ। ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈ ਸੀ ਪਿੰਡ। ਇੱਧਰ ਨੂੰ ਆਉਣ ਜਾਣ ਵਾਲੀਆਂ ਸੜਕਾਂ
ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਘੱਟੋ ਘੱਟ 4 ਤੋਂ ਲੈ ਕੇ ਕਹਿੰਦੇ 6 ਘੰਟੇ ਦੇ ਵਿੱਚ ਇਹ ਮੁਕਾਬਲਾ ਚੱਲਿਆ। ਇਸ ਮੁਕਾਬਲੇ ਦੇ ਵਿੱਚ ਕੁੱਲ 4 ਗੈਂਗਸਟਰ ਮਾਰੇ ਗਏ ਨੇ, ਜਿਹਦੇ ਵਿੱਚੋਂ 2 ਪ੍ਰਮੁੱਖ ਉਹ ਗੈਂਗਸਟਰ ਨੇ ਜਿਹੜੇ ਕਿ ਸਿੱਧੂ ਮੂਸੇਵਾਲਾ ਕਤਲकांड ਵਿੱਚ ਲੋੜੀਂਦੇ ਸੀ, ਜਦਕਿ 2 ਗੈਂਗਸਟਰ ਹੋਰ ਨੇ ਜਿਨ੍ਹਾਂ ਦੇ ਨਾਮਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ। ਜਿਹੜੇ 2 ਨਾਮ ਆਏ ਨੇ ਜੀ, ਇਹ ਜਗਰੂਪ ਰੂਪਾ ਹੈਗਾ ਜੀ, ਸਭ ਬੜਾ ਇਹਦਾ ਬਹੁਤ ਜ਼ਿਆਦਾ ਨਾਮ ਆਇਆ ਸੀਗਾ ਸ਼ੁਰੂ ਦੇ ਵਿੱਚ, ਤੇ ਇੱਕ ਦੂਸਰਾ ਹੈਗਾ ਮਨਪ੍ਰੀਤ ਮੰਨੂ ਹੈ ਜੀ। ਇਹ ਦੋਨਾਂ ਦੀ ਪੁਸ਼ਟੀ ਕੀਤੀ ਹੈ ਪੁਲਿਸ ਨੇ ਕਿ ਇਹਨਾਂ ਦੀ ਮੁਕਾਬਲੇ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ, ਬਟ 2 ਨਾਲ ਹੋਰ ਨੇ ਜਿਨ੍ਹਾਂ ਦੇ ਬਾਰੇ ਅਜੇ ਤੱਕ ਕੁਝ ਨਹੀਂ ਆ ਰਿਹਾ। ਸਾਰੇ ਚੈਨਲਸ ਨੇ ਮੋਸਟਲੀ 2 ਦੇ ਬਾਰੇ ਗੱਲ ਕੀਤੀ ਹੈ। ਸਾਡੇ ਕੋਲ ਜਿਹੜੀ ਖਬਰ ਆਈ ਆ ਉਹਦੇ 'ਚ 4 ਬਾਰੇ ਆਈ ਹੈ ਜੀ ਕਿ 4 ਦੀ ਮੌਤ ਹੋਈ ਹੈ, 2 ਬਾਰੇ ਕੁਝ ਨਹੀਂ। ਪਹਿਲਾਂ ਸੀਗਾ 2 ਸ਼ਾਇਦ ਫੜੇ ਗਏ ਨੇ, ਬਟ ਹੁਣ ਆ ਰਿਹਾ ਕਿ 4 ਦੀ ਮੌਤ ਹੋਈ ਹੈ। ਜਿਹੜੇ ਦੂਸਰੇ 2 ਨੇ ਉਹਨਾਂ ਦਾ ਕੋਈ ਪਤਾ ਨਹੀਂ ਕੀ ਉਹ ਮੂਸੇਵਾਲਾ ਕਤਲ ਦੇ ਵਿੱਚ ਸੰਬੰਧ ਸਨ ਜਾਂ ਨਹੀਂ ਸਨ। ਜੋ ਕੁਝ ਹੁਣ ਪਤਾ ਲੱਗ ਰਿਹਾ ਉਹ 'ਚ ਇਹੀ ਹੈ ਕਿ ਜਿਹੜੇ 2 ਦਾ ਨਾਮ ਆਏ ਆ ਇਹ ਦੋਨੇ ਮੂਸੇਵਾਲਾ ਕਤਲ ਕੇਸ ਨਾਲ ਸੰਬੰਧਿਤ ਸਨ, ਪਰ ਦੂਸਰੇ 2 ਜਣੇ ਉਹ ਵੀ ਗੈਂਗਸਟਰ ਨੇ। ਕਹਿੰਦੇ 4 ਘੰਟੇ ਮੁਕਾਬਲਾ ਹੋਇਆ। ਕਹਿੰਦੇ ਪਹਿਲੇ ਮੱਕੀ ਦੇ ਖੇਤਾਂ ਵਿੱਚ ਜਾ ਵੜੇ ਸੀਗੇ, ਉਸ ਤੋਂ ਬਾਅਦ ਇੱਕ ਕੋਠੀ ਜਿਹੜੀ ਛੋਟੀ ਜੀ ਹੈਗੀ ਬਾਹਰ ਆਪਣੇ ਖੇਤ ਵਿੱਚ ਪਾਈ ਹੁੰਦੀ ਹੈਗੀ ਹੈ, ਉਹਦੇ ਵਿੱਚ ਜਾ ਕੇ ਉਹਨਾਂ ਨੇ ਫਿਰ ਪੁਲਿਸ ਨੇ ਜੋ ਨੇੜੇ ਗਈ ਉਹਨਾਂ ਨੇ ਫਾਇਰਿੰਗ ਕੀਤੀ ਹੈ। 4 ਘੰਟੇ ਇੰਨਾ ਅਸਲਾ ਉਹਨਾਂ ਕੋਲ ਸੀਗਾ ਜਿਹੜਾ 4 ਘੰਟੇ ਤੱਕ ਉਹਨਾਂ ਨੇ ਮੁਕਾਬਲਾ ਕੀਤਾ, ਡਿਊਰਿੰਗ ਦਾ ਡੇ ਟਾਈਮ ਨਾਲੇ ਕੀਤਾ ਹੈਗਾ। ਕਿੰਨਾ ਅਸਲਾ ਨਾਲ ਚੱਕੇ ਫਿਰਦੇ ਸੀ। ਉਹਨਾਂ ਕੋਲ ਪਹਿਲਾਂ ਇੱਕ ਕਿਸੇ ਕਾਰ ਦੇ ਵਿੱਚ ਆਏ ਨੇ, ਉਸ 'ਤੇ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਸੀ। ਉਹਨਾਂ ਨੂੰ ਫਿਰ ਇੱਕ ਥਾਂ 'ਤੇ ਜੋ ਘੇਰਿਆ ਗਿਆ, ਸਾਰਾ ਇਲਾਕਾ ਬੰਦ ਕਰ ਦਿੱਤਾ ਗਿਆ, ਲੋਕਾਂ ਨੂੰ ਕਿਹਾ ਗਿਆ ਆਪਾਂ ਆਪਣੇ ਘਰਾਂ ਦੇ ਵਿੱਚ ਰਹੋ। ਇੱਕ ਪੱਤਰਕਾਰ ਵੀ ਜ਼ਖਮੀ ਹੋਇਆ ਜੀ ਇੱਕ ਚੈਨਲ ਦਾ। ਵੈਸੇ ਪੁਲਿਸ ਨੇ ਉਸੇ ਵੇਲੇ ਉਸ ਨੂੰ ਐਂਬੂਲੈਂਸ ਮੰਗਾ ਕੇ ਹਸਪੀਟਲ 'ਚ ਜ਼ੇਰੇ ਇਲਾਜ ਹੈ ਜੀ, ਠੀਕ ਠਾਕ ਹੈਗਾ। ਇੱਕ ਪੱਤਰਕਾਰ ਵੀ ਜ਼ਖਮੀ ਹੋਇਆ। ਬਿਲਕੁਲ, ਤੁਹਾਨੂੰ ਦੱਸ ਦਈਏ ਕਿ ਜਿਹੜਾ ਪੂਰੀ ਘਟਨਾਕ੍ਰਮ ਹੈਗੀ ਇਹਦੇ ਵਿੱਚ ਕਹਿੰਦੇ ਕਿ ਤਾਬੜਤੋੜ ਗੋਲੀਆਂ ਦੋਵੇਂ ਪਾਸਿਆਂ ਦੀ ਚੱਲ ਰਹੀਆਂ ਸੀ। ਇੱਕ ਗੈਂਗਸਟਰ ਜਿਹੜਾ ਸੀ, ਦੋਵੇਂ ਪ੍ਰਮੁੱਖ ਲੋੜੀਂਦੇ ਗੈਂਗਸਟਰਾਂ ਦੇ ਵਿੱਚੋਂ ਇੱਕ ਗੈਂਗਸਟਰ ਕੁਝ ਸਮੇਂ ਬਾਅਦ ਹੀ ਮੁਕਾਬਲੇ ਦੇ ਵਿੱਚ ਉਹਦੀ ਮੌਤ ਹੋ ਗਈ ਸੀ, ਪਰ ਜਿਹੜਾ ਦੂਸਰਾ ਗੈਂਗਸਟਰ ਆ ਉਹ ਲਗਾਤਾਰ ਪੁਲਿਸ ਨਾਲ ਮੁਕਾਬਲਾ ਕਰਦਾ ਰਿਹਾ ਤੇ ਇਸ ਮੁਕਾਬਲੇ ਵਿੱਚ AK-47 ਤੱਕ ਦਾ ਇਸਤੇਮਾਲ ਜਿਹੜਾ ਹੋਇਆ। AK-47 ਤੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ। ਸੋ ਇਹ ਵੀ ਤੁਹਾਨੂੰ ਦੱਸਾਂਗੇ ਕਿ ਇਸ ਦੌਰਾਨ ਕੀ ਬਰਾਮਦ ਹੋਇਆ, ਪਰ ਇਸ ਤੋਂ ਬਾਅਦ 4 ਘੰਟੇ ਤੱਕ ਜਿਹੜਾ ਦੂਸਰਾ ਗੈਂਗਸਟਰ ਆ ਲਗਾਤਾਰ ਪੁਲਿਸ ਨਾਲ ਮੁਕਾਬਲਾ ਕਰਦਾ ਰਿਹਾ ਤੇ ਇਸ ਮੁਕਾਬਲੇ ਤੋਂ ਬਾਅਦ ਅਖੀਰ ਦੇ ਵਿੱਚ ਉਹ ਵੀ ਪੁਲਿਸ ਦੇ ਅੱਗੇ ਢੇਰ ਹੋ ਗਿਆ ਤੇ ਇਸ ਮੁਕਾਬਲੇ ਦੇ ਵਿੱਚ ਉਹ ਵੀ ਮਾਰਿਆ ਗਿਆ। ਅੰਦਰ ਜਾ ਕੇ ਪੁਲਿਸ ਨੇ ਤਲਾਸ਼ੀ ਲਈ ਹੈ। ਤਲਾਸ਼ੀ ਲੈਣ ਤੋਂ ਬਾਅਦ ਇਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਕਹਿੰਦੇ ਅਸਲਾ ਵੀ ਬਰਾਮਦ ਹੋਇਆ। ਤਰਨ ਜਿਹੜੀ AK-47 ਆਪਾਂ ਨਾਂ ਲਿਆ ਜਾਂਦਾ, ਵਰਤਿਆ ਜਾਂਦਾ AK-47, ਇਸ ਦਾ ਪੂਰਾ ਨਾਂ ਐਵਟੋਮੈਟ ਕਲਾਸ਼ਨਿਕੋਵ ਹੈ। ਇਹ ਕਲਾਸ਼ਨਿਕੋਵ ਫੈਮਿਲੀ ਦੀ ਇੱਕ ਗਨ ਹੈਗੀ ਹੈ ਜਿਹਨੂੰ ਮਿਖਾਇਲ ਕਲਾਸ਼ਨਿਕੋਵ ਜਿਹੜੇ ਬੰਦੇ ਨੇ ਇਹਦੀ ਕਾਢ ਕੱਢੀ ਸੀ ਉਹਦੇ ਨਾਂ ਦੇ ਉੱਤੇ ਬਣਾਈ ਹੋਈ ਹੈ। ਨਾਲ 47 ਕਿਉਂ ਲਾਇਆ ਜਾਂਦਾ, ਇਹਨੂੰ 47 ਦੇ ਵਿੱਚ ਪੂਰੀ ਸੀ। 1947 ਦੇ ਵਿੱਚ ਇਹ ਮਾਡਲ ਬਣ ਕੇ ਤਿਆਰ ਹੋਇਆ ਸੀ, ਇਸ ਕਰਕੇ ਇਹਨੂੰ AK-47 ਕਿਹਾ ਜਾਂਦਾ। ਆਟੋਮੈਟਿਕ ਕਲਾਸ਼ਨਿਕੋਵ ਆਪਾਂ ਹੁਣ ਆਟੋਮੈਟਿਕ ਵਰਤ ਲੈਂਦੇ ਹਾਂ, ਉਹਦਾ ਮਤਲਬ ਇਹੀ ਹੈ। ਕਲਾਸ਼ਨਿਕੋਵ 47 ਹੈ। ਇਹਦੀਆਂ ਬਹੁਤ ਕਿਸਮਾਂ ਨੇ, ਬਹੁਤ ਫੌਜਾਂ ਇਸ ਗਨ ਨੂੰ ਵਰਤਦੀਆਂ ਨੇ। ਇਹ ਗਨ ਪ੍ਰੋਡਿਊਸ ਕਰਨੀ ਸਸਤੀ ਹੈ ਔਰ ਚਲਦੀ ਬਹੁਤ ਵਧੀਆ, ਕੰਮ ਬੜਾ ਦਿੰਦੀ ਹੈ। ਈਵਨ ਕਹਿੰਦੇ ਬੈਰਲ ਗਰਮ ਹੋਣ ਤੇ ਵੀ ਅੱਗ ਵਾਲੀ ਨਾਲ ਹੋ ਜਾਂਦੀ ਹੈ ਤਾਂ ਵੀ ਇਹ ਕੰਮ ਕਰਦੀ ਰਹਿੰਦੀ ਹੈ। ਇਹ ਜਿਹੜਾ ਗੈਸ ਚੈਂਬਰ ਸਿਸਟਮ ਹੈਗਾ ਜਿਹਦੇ ਨਾਲ ਇੰਨੀਆਂ ਜ਼ਿਆਦਾ ਗੋਲੀਆਂ ਇੱਕ ਵਾਰੀ ਕੱਢ ਦਿੰਦੇ ਆ। AK-47 ਇੱਕ ਫੜੀ ਗਈ ਹੈ ਤਾਂ 4 ਘੰਟੇ ਮੁਕਾਬਲਾ ਹੋਇਆ। ਇਹਦੇ 'ਚ ਕਈ ਵਾਰੀ ਤੁਹਾਨੂੰ ਥੋੜਾ ਹੋ ਜਾਂਦਾ ਕਿ ਬੰਦੇ 4 ਸੀ, ਗਨ ਇੱਕ ਹੀ ਸੀ ਤੇ 4 ਘੰਟੇ ਮੁਕਾਬਲਾ ਕੀਤਾ ਗਿਆ। ਇਜ਼ ਇਟ ਪੋਸੀਬਲ? ਹੁਣ ਸਵਾਲ ਉੱਠਣਗੇ ਇਸ ਮਾਮਲੇ। ਇੱਕ ਸ਼ਾਇਦ 0.3 mm ਦੀ ਪਿਸਟਲ ਵੀ ਸ਼ਾਇਦ ਬਰਾਮਦ ਹੋਈ ਹੈ ਇਸ ਮਾਮਲੇ ਦੇ ਵਿੱਚ। ਦੂਸਰਾ ਉਹ ਹੈ, ਯੂ ਰਾਈਟ। ਹਾਂ, 2 ਹਥਿਆਰ ਅਜੇ ਤੱਕ ਜੋ ਕੁਝ ਕਿਹਾ ਤੇ ਹੋਰ ਕਿਹਾ ਵੀ ਜਿਹੜਾ ਰਾਉਂਡਸ ਜਿਹੜੇ ਹੈਗੇ ਨੇ ਉਹ ਮਿਲੇ ਹੈਗੇ ਨੇ। ਇਸ ਤੋਂ ਬਿਨਾਂ ਹੋਰ ਕੋਈ ਵੱਡਾ ਹਥਿਆਰ ਹੈ ਨਹੀਂ ਕਿ 4 ਘੰਟੇ ਮੁਕਾਬਲਾ ਕੀਤਾ। ਸਮਟਾਈਮਸ ਜ਼ਰੂਰ ਇਸ ਘੇਰੇ ਤੇ ਇਸ ਪੁਲਿਸ ਨੂੰ ਸਵਾਲ ਵੀ ਕੀਤੇ ਜਾਣਗੇ ਕਿ 4 ਬੰਦੇ ਇੱਕ ਗਨ, ਇੰਨੀ ਦੇਰ 4 ਘੰਟੇ ਮੁਕਾਬਲਾ ਹੋ ਗਿਆ, ਹਾਊ ਇਜ਼ ਇਟ ਪੋਸੀਬਲ, ਕਿਵੇਂ ਹੋਇਆ? ਬਟ ਪੁਲਿਸ ਕਹਿੰਦੀ ਹੈ ਕਿ ਉਹਨਾਂ ਦਾ ਮੁਕਾਬਲਾ ਹੋਇਆ, ਉਹਦੇ ਵਿੱਚ 2 ਦੀ ਪੁਸ਼ਟੀ ਹੈ, ਬਾਕੀ 2 ਨਾਂ ਦੀ ਪੁਸ਼ਟੀ ਹੈਗੀ। ਮੂਸੇਵਾਲਾ ਕੇਸ ਦੇ ਵਿੱਚ ਜਦੋਂ ਦਾ ਇਹ ਕੰਮ ਸ਼ੁਰੂ ਹੋਇਆ ਜੀ, ਇਹ 2 ਨਾਂ ਵਿੱਚ ਆਏ ਹੋਏ ਸੀਗੇ। ਯੈਸ, ਔਰ ਪੁਲਿਸ ਨੂੰ ਕੋਈ ਨਾ ਕੋਈ ਹੋਏਗੀ। ਪੁਲਿਸ ਹੁਣ ਤੱਕ ਪੰਜਾਬ ਪੁਲਿਸ ਤੋਂ ਕੁਝ ਨਹੀਂ ਸੀ ਹੋ ਸਕਿਆ ਫਰੈਂਕਲੀ। ਇਸ ਮਾਮਲੇ 'ਚ ਦਿੱਲੀ ਪੁਲਿਸ ਨੇ ਜੋ ਕੁਝ ਕੀਤਾ, ਸਾਰੀਆਂ ਕਾਰਵਾਈਆਂ ਦਿੱਲੀ ਪੁਲਿਸ ਦੀਆਂ ਨੇ। ਉਹਨਾਂ ਚਾਹੇ ਹਰਿਆਣੇ 'ਚ ਛਾਪੇ ਮਾਰੇ ਨੇ, ਚਾਹੇ ਰਾਜਸਥਾਨ 'ਚ ਕੀਤਾ, ਜੋ ਕੁਝ ਵੀ ਕੀਤਾ ਬਿਸ਼ਨੋਈ ਉਹਨਾਂ ਦੇ ਕੋਲੇ ਹੀ ਸੀਗਾ, ਉੱਥੋਂ ਪੰਜਾਬ ਦੇ ਵਿੱਚ ਆਇਆ। ਪਰ ਇਹ ਮੂਸੇ ਵਾਲੇ ਕੇਸ ਦੇ ਵਿੱਚ ਪੰਜਾਬ ਪੁਲਿਸ ਦਾ ਬਹੁਤ ਵੱਡਾ ਇਹ ਇੱਕ ਮਾਰਕਾ ਉਹਨਾਂ ਨੇ ਮਾਰਿਆ ਕਿ ਜਿਹੜੇ 2 ਢੇਰ ਕਰ ਦਿੱਤੇ ਗਏ ਨੇ। ਅੱਗੇ ਇਹ ਜਿਹੜਾ ਕੇਸ ਹੈ ਕਿੰਨਾ ਕੁ ਸੁਲਝੇਗਾ
ਜਾਂ ਇਹਦੇ ਨਾਲ ਕਿੰਨਾ ਕੁ ਉਲਝੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਬਿਲਕੁਲ ਜੀ, ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਜਿਹੜੇ ਆ ਜਦੋਂ ਪੁਲਿਸ ਨੇ ਤਲਾਸ਼ੀ ਲਈ ਆ ਤਾਂ AK-47 ਦੇ ਨਾਲ ਜਿਹੜਾ 0.3 mm ਦੀ ਜਿਹੜੀ ਪਿਸਟਲ ਆ ਉਹ ਤਾਂ ਬਰਾਮਦ ਹੋਈ ਹੈ, ਨਾਲ ਕਹਿੰਦੇ ਇੱਕ ਬੈਗ ਬਰਾਮਦ ਹੋਇਆ। ਹੁਣ ਦੋ ਸਟੇਟਮੈਂਟ ਸਾਹਮਣੇ ਆਈਆਂ ਨੇ, ਇੱਕ ਤਾਂ ਕਿਹਾ ਜਾ ਰਿਹਾ ਬੈਗ ਬਰਾਮਦ ਹੋਇਆ ਜਿਹੜਾ ਕਿ ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਗੋਲੀਆਂ ਪਈਆਂ ਸੀ, ਗੋਲੀਆਂ ਨਾਲ ਭਰਿਆ ਹੋਇਆ ਬੈਗ ਬਰਾਮਦ ਹੋਇਆ। ਦੂਜੇ ਪਾਸੇ ਇੱਕ ਸਟੇਟਮੈਂਟ ਹੋਰ ਸਾਹਮਣੇ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਇੱਕ ਬੈਗ ਬਰਾਮਦ ਹੋਇਆ ਜਿਹਦੇ ਵਿੱਚ ਕੀ ਚੀਜ਼ਾਂ ਨੇ, ਪਹਿਲਾਂ ਫੋਰੈਂਸਿਕ ਟੀਮ ਉੱਥੇ ਪਹੁੰਚੇਗੀ, ਜਾਂਚ ਕਰੇਗੀ, ਉਸ ਤੋਂ ਬਾਅਦ ਇਹ ਖੁਲਾਸਾ ਹੋ ਸਕੇਗਾ ਕਿ ਇਹਦੇ ਵਿੱਚ ਕੀ ਹੈ, ਇਸ ਤੋਂ ਬਾਅਦ ਹੀ ਤਲਾਸ਼ੀ ਇਹਦੀ ਲਈ ਜਾਏਗੀ। ਹੁਣ ਕੀ ਇਹ ਉਹੀ ਬੈਗ ਸੀ ਜਿਹਦੇ ਵਿੱਚ ਗੋਲੀਆਂ ਪਈਆਂ ਹੋਈਆਂ ਮਿਲੀਆਂ ਨੇ ਜਾਂ ਫਿਰ ਇਹ ਜਿਹੜਾ ਬੈਗ ਆ ਕੋਈ ਵੱਖਰਾ ਬੈਗ ਆ, ਇਹਦੇ ਬਾਰੇ ਵਿੱਚ ਹਜੇ ਜਾਣਕਾਰੀ ਪੂਰੀ ਨਹੀਂ ਮਿਲ ਸਕੀ ਹੈ। ਸੋ ਜਿਵੇਂ ਪੁਲਿਸ ਇਸ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਹਿਲਾਂ ਆਪਾਂ ADGP ਦੀ ਸਟੇਟਮੈਂਟ ਦੇਖ ਲਈਏ ਜੀ, ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਦੇ ਵਿੱਚ। ਜਦੋਂ ਇਹ ਪੂਰਾ ਐਨਕਾਊਂਟਰ ਹੋ ਕੇ ਹਟਿਆ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ, ਮੀਡੀਆ ਦੇ ਸਾਹਮਣੇ ਮੁਖਾਤਬ ਹੋਏ ਨੇ, ਕੀ ਕਹਿਣਾ ਹੈ ਉਹਨਾਂ ਦਾ ਪਹਿਲਾਂ ਤੁਸੀਂ ਖੁਦ ਸੁਣੋ। ਜਿਹੜੇ ਦੋ ਮੇਨ ਸ਼ੂਟਰਸ ਵਾਂਟਡ ਸੀਗੇ ਸਿੱਧੂ ਮੂਸੇਵਾਲਾ ਜੀ ਕੇ ਮਰਡਰ ਦੇ ਵਿੱਚ, ਉਹਦੇ ਚ ਇੱਕ ਮਨੂ ਦੂਜਾ ਰੂਪਾ, इनकाउंटर एक्सचेंज ऑफ फायर में उन दोनों की डेथ हुई है। जी सर, ये कैसे यहाँ पर पहुंचे, किस तरह से, क्योंकि जो लगातार फायरिंग की गई उसमें हथियार आधुनिक बताए जा रहे हैं, उसके बारे में क्या जानकारी है, कैसे ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਉਹਨਾਂ ਦੀ ਮੂਵਮੈਂਟ ਇਸ ਏਰੀਆ ਦੇ ਵਿੱਚ ਆਬਜ਼ਰਵ ਕੀਤੀ ਗਈ ਸੀਗੀ। एंटी गैंगस्टर टास्क फोर्स प्लस विद द हेल्प ऑफ लोकल पुलिस वी ट्राई टू सराउंड देम। इस मकान ਦੇ ਵਿੱਚ ਉਹਨਾਂ ਦਾ ਘੇਰਾ ਪਿਆ, ਐਕਸਚੇਂਜ ਆਫ ਫਾਇਰ ਹੁਆ, ਉਸ ਤੋਂ ਬਾਅਦ ਇਹਨਾਂ ਦੀ ਡੈਥ ਹੋਈ ਹੈ। ਸਰ ਕਿੰਨਿਆਂ ਦੀ ਮੌਤ ਹੋਈ, ਕੀ ਨਾਮ ਨੇ ਉਹਨਾਂ ਦੋ ਬੰਦਿਆਂ ਦੀ ਡੈਥ ਹੋਈ ਹੈ, ਜਗਰੂਪ ਰੂਪਾ ਤੇ ਮੰਨਾ। ਪੁਲਿਸ ਬਾਕੀ ਕੋਈ ਹਿਰਾਸਤ ਚ ਵੀ ਲਿੱਤਾ ਗਿਆ, ਤਿੰਨ ਕਰਮਚਾਰੀ ਜ਼ਖਮੀ ਹੈਗੇ ਬਟ ਦੇ ਆਰ ਆਊਟ ਆਫ ਡੇਂਜਰ। ਸਰ ਕੋਈ ਜਾਣਕਾਰੀ ਸਾਹਮਣੇ ਆਈ ਕਿ ਕਿਸ ਤਰ੍ਹਾਂ ਇੱਥੇ ਪਹੁੰਚੇ ਸਨ, ਕੀ ਕਾਰਨ ਸੀ, ਇਸ ਘਰ ਦੇ ਵਿੱਚ ਟਾਰਗੇਟ ਕੀਤਾ ਗਿਆ ਕਿ ਅਸਲਾ ਜਮ੍ਹਾਂ ਕੀਤਾ ਸੀ, ਲੈਣ ਆਏ ਸੀ, ਜਾਂ ਕੋਈ ਹੋਰ ਜਾਣਕਾਰੀ? ਇਹ ਸਾਰੀ ਗੱਲਾਂ ਤਫਤੀਸ਼ ਤੋਂ ਬਾਅਦ ਤੁਹਾਨੂੰ ਦੱਸੀ ਜਾਣਗੇ। ਸਰ ਕਿਹੜੇ ਰਾਈਫਲ ਸੀਗੇ, ਕਿਹੜੇ AK-47 ਵੀ ਸੀਗੀ ਉਹਨਾਂ ਦੇ ਕੋਲ? एक AK-47 बरामद है। ਕਿਹੜੇ ਸਰ ਹਥਿਆਰ ਸੀਗੇ? एक AK-47 एक पिस्टल हैगी है। एज आई सेड अर्लियर आल्सो एक बैग भी हैगा, बट उथे ग्रेनेड्स भी हो सकते हैं, कुछ भी हो सकता है। तो BD टीम FSL टीम चेक करेगी, ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਸਕਦੇ ਕਿ ਕਿਤੇ ਪਤਾ ਚੱਲਿਆ ਕਿ ਇਹ ਲੋਕ ਇੱਥੇ ਪਹੁੰਚੇ ਨੇ ਜਾਂ ਇਹਨਾਂ ਦਾ ਪਿੱਛਾ दिस इज ये एंटी गैंगस्टर टास्क फोर्स की तफ्तीश है जिसके करके इतने निकले सर। ये गल अजय मैं कुछ नहीं कह सकता। दो बंदे की डेथ हुई है। थैंक यू सो मच। इतने दो बंदे ही सीगे ਜਿਹੜੇ ਦੋ ਮੇਨ ਸ਼ੂਟਰਸ ਵਾਂਟਡ ਸੀਗੇ ਸਿੱਧੂ ਮੂਸੇਵਾਲਾ ਜੀ ਕੇ ਮਰਡਰ ਦੇ ਵਿੱਚ, ਉਹਦੇ ਚ ਇੱਕ ਮਨੂ ਦੂਜਾ ਰੂਪਾ, इनकाउंटर एक्सचेंज ऑफ फायर में उन दोनों की डेथ हुई है। जी सर, ये कैसे यहाँ पर पहुंचे, किस तरह से, क्योंकि जो लगातार फायरिंग की गई उसमें हथियार आधुनिक बताए जा रहे हैं, उसके बारे में क्या जानकारी है, कैसे? ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਉਹਨਾਂ ਦੀ ਮੂਵਮੈਂਟ ਇਸ ਏਰੀਆ ਦੇ ਵਿੱਚ ਆਬਜ਼ਰਵ ਕੀਤੀ ਗਈ ਸੀਗੀ। एंटी गैंगस्टर टास्क फोर्स प्लस विद द हेल्प ऑफ लोकल पुलिस वी ट्राई टू सराउंड देम। इस मकान ਦੇ ਵਿੱਚ ਉਹਨਾਂ ਦਾ ਘੇਰਾ ਪਿਆ, ਐਕਸਚੇਂਜ ਆਫ ਫਾਇਰ ਹੁਆ, ਉਸ ਤੋਂ ਬਾਅਦ ਇਹਨਾਂ ਦੀ ਡੈਥ ਹੋਈ ਹੈ। ਸਰ ਕਿੰਨਿਆਂ ਦੀ ਮੌਤ ਹੋਈ, ਕੀ ਨਾਮ ਨੇ ਉਹਨਾਂ ਦੋ ਬੰਦਿਆਂ ਦੀ ਡੈਥ ਹੋਈ ਹੈ, ਜਗਰੂਪ ਰੂਪਾ ਤੇ ਮੰਨਾ। ਪੁਲਿਸ ਬਾਕੀ ਕੋਈ ਹਿਰਾਸਤ ਚ ਵੀ ਲਿੱਤਾ ਗਿਆ, ਤਿੰਨ ਕਰਮਚਾਰੀ ਜ਼ਖਮੀ ਹੈਗੇ ਬਟ ਦੇ ਆਰ ਆਊਟ ਆਫ ਡੇਂਜਰ। ਸਰ ਕੋਈ ਜਾਣਕਾਰੀ ਸਾਹਮਣੇ ਆਈ ਕਿ ਕਿਸ ਤਰ੍ਹਾਂ ਇੱਥੇ ਪਹੁੰਚੇ ਸਨ, ਕੀ ਕਾਰਨ ਸੀ, ਇਸ ਘਰ ਦੇ ਵਿੱਚ ਟਾਰਗੇਟ ਕੀਤਾ ਗਿਆ ਕਿ ਅਸਲਾ ਜਮ੍ਹਾਂ ਕੀਤਾ ਸੀ, ਲੈਣ ਆਏ ਸੀ, ਜਾਂ ਕੋਈ ਹੋਰ ਜਾਣਕਾਰੀ? ਇਹ ਸਾਰੀ ਗੱਲਾਂ ਤਫਤੀਸ਼ ਤੋਂ ਬਾਅਦ ਤੁਹਾਨੂੰ ਦੱਸੀ ਜਾਣਗੇ। ਸਰ ਉਹਨਾਂ ਕੋਲ ਕਿਹੜੇ ਰਾਈਫਲ ਸੀਗੇ, ਕਿਹੜੇ AK-47 ਵੀ ਸੀਗੀ ਉਹਨਾਂ ਦੇ ਕੋਲ? एक AK-47 बरामद है। ਕਿਹੜੇ ਸਰ ਹਥਿਆਰ ਸੀਗੇ? एक AK-47 एक पिस्टल हैगी है। एज आई सेड अर्लियर आल्सो एक बैग भी हैगा, बट उथे ग्रेनेड्स भी हो सकते हैं, कुछ भी हो सकता है। तो BD टीम FSL टीम चेक करेगी, ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਸਕਦੇ ਕਿ ਕਿਤੇ ਪਤਾ ਚੱਲਿਆ ਕਿ ਇਹ ਲੋਕ ਇੱਥੇ ਪਹੁੰਚੇ ਨੇ ਜਾਂ ਇਹਨਾਂ ਦਾ ਪਿੱਛਾ दिस इज ये एंटी गैंगस्टर टास्क फोर्स की तफ्तीश है जिसके करके इतने निकले सर। ये गल अजय मैं कुछ नहीं कह सकता। दो बंदे की डेथ हुई है। थैंक यू सो मच। इतने दो ਸੋ ਇਹ ਸਾਂਝੀ ADGP ਜਿਨ੍ਹਾਂ ਨੇ ਗੱਲਬਾਤ ਕੀਤੀ ਆ ਤੁਹਾਡੇ ਸਾਹਮਣੇ ਮੁਖਾਤਬ ਹੋਏ ਨੇ, ਦੱਸਿਆ ਕਿ ਇਸ ਪੂਰੇ ਜਿਹੜੇ ਐਨਕਾਊਂਟਰ ਦੇ ਵਿੱਚ ਕੀ ਬਰਾਮਦ ਹੋਇਆ ਤੇ ਕਿੰਨਾ ਦੀ ਮੌਤ ਹੋਈ ਆ। ਸੋ ਤੁਹਾਡੇ ਸਾਹਮਣੇ ਸਾਰਾ ਇਹਨਾਂ ਨੇ ਜਿਹੜਾ ਚਿੱਠਾ ਪੂਰਾ ਐਨਕਾਊਂਟਰ ਦਾ ਫਰੋਲ ਕੇ ਰੱਖ ਦਿੱਤਾ। ਜੀ ਸਰ, ਤੁਹਾਨੂੰ ਗੱਲ ਇੱਕ ਹੈ ਕਿ ਬੜੀ ਛੇਤੀ ਜਿਹੜੀਆਂ ਫੋਟੋਆਂ ਰਿਲੀਜ਼ ਕੀਤੀਆਂ ਗਈਆਂ ਨੇ, ਮੈਨੂੰ ਇਸ ਗੱਲ ਦੀ ਕਈ ਵਾਰੀ ਸਮਝ ਨਹੀਂ ਆਉਂਦੀ ਕਿ ਸਾਡੀ ਉੱਥੇ ਕੀ ਰੇਸ ਲੱਗੀ ਹੋਈ ਹੈ ਵੀ ਆਹ ਬੰਦੇ ਬਾਰੇ ਮਰਿਆ ਹੋਇਆਂ ਦੀ ਉਹਨਾਂ ਦੀਆਂ ਡੈੱਡ ਬੋਡੀਜ਼ ਪਈਆਂ ਨੇ ਜਿਵੇਂ ਹੈਗੇ ਨੇ, ਇਹ ਕਿਉਂ ਇਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਇਹ ਚੀਜ਼ਾਂ ਕਿਉਂ ਨਹੀਂ ਰੱਖੀਆਂ ਜਾਂਦੀਆਂ, ਬਾਹਰ ਕਿਉਂ ਆਉਂਦੀਆਂ ਨੇ? ਮੈਨੂੰ ਬਹੁਤ ਵਾਰੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉੱਥੋਂ ਇਹ ਗੱਲਾਂ ਕੀਤੀਆਂ, ਆਪਣੇ ਇੱਥੇ ਇਹੋ ਜਿਹੀਆਂ ਗੱਲਾਂ ਨਹੀਂ ਹੋਣਗੀਆਂ ਛੇਤੀ ਕਿਤੇ ਤੁਹਾਨੂੰ ਫੋਟੋ ਜੇ ਕੋਈ ਹੈ
ਤਾਂ ਦੂਰੋਂ ਹੋਏਗੀ, ਕੁਝ ਹੋਏਗਾ। ਇਹਨਾਂ ਦੀ ਬਿਲਕੁਲ ਨੇੜੋਂ ਖਿੱਚੀਆਂ ਫੋਟੋਆਂ। ਉਹ ਤਾਂ ਸਾਰਾ ਏਰੀਆ, ਸੌਰੀ ਤੁਸੀਂ ਕੁਝ ਕਹਿਣ ਲੱਗੇ ਸੀ ਕਿ ਉਹ ਸਾਰਾ ਏਰੀਆ ਤਾਂ ਉੱਥੇ ਨਿਸ਼ਾਨ ਆ ਉਹਨਾਂ ਦੇ, ਸਾਰਾ ਉੱਥੇ ਹੱਥਾਂ ਦੇ ਨਿਸ਼ਾਨ ਹੋਣਗੇ, ਪੈਰਾਂ ਦੇ ਨਿਸ਼ਾਨ ਹੋਣਗੇ। ਇਹ ਉਹਦੇ ਨੇੜੇ ਚਲੇ ਗਏ ਨੇ। ਉਹ ਜਿਹੜਾ ਕੁਝ ਐਵੀਡੈਂਸ ਲੈਣੇ ਆ ਉਹ ਕਲੈਕਟ ਕਰਨ ਤੋਂ ਪਹਿਲਾਂ ਜਾ ਕੇ ਫੋਟੋ ਖਿੱਚ ਕੇ ਰਿਲੀਜ਼ ਕਰਦੇ। ਮੈਨੂੰ ਸਮਝ ਨਹੀਂ ਆਉਂਦੀ ਕਿਉਂ ਤੁਸੀਂ ਇਹ ਦੇਖੋ ਕਿ ਜਦੋਂ ਇੱਥੇ ਰਿਪੂ ਦਮਨ ਮਲਿਕ ਦੀ ਮੌਤ ਹੁੰਦੀ ਹੈ, ਜਦੋਂ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਜਾਨਲੇਵਾ ਹਮਲਾ ਹੁੰਦਾ ਹੈ, ਤਾਂ ਉਸ ਤੋਂ ਬਾਅਦ ਉਹ ਏਰੀਆ ਨੂੰ ਸੀਲ ਕਰ ਦਿੱਤਾ ਜਾਂਦਾ। ਉਧਰਲੀ ਸਾਈਡ ਛੇਤੀ ਕੋਈ ਜਾਂਦਾ ਨਹੀਂ ਹੈ। ਉਹਨਾਂ ਦੇ ਪੱਤਰਕਾਰਾਂ ਨਾਲ ਜਦੋਂ ਅਗਲੇ ਦਿਨ ਪੁਲਿਸ ਅੱਗੇ ਆਉਂਦੀ ਹੈ, ਪ੍ਰੈਸ ਕਾਨਫਰੰਸ ਕਰਦੀ ਆਰਸੀਐਮਪੀ, ਤੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਇਸ ਮਾਮਲੇ ਦੇ ਵਿੱਚ ਤੁਹਾਡੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਕੋਈ ਗੱਲਬਾਤ ਹੋਈ। ਉਹ ਕਹਿੰਦੇ ਸਾਡੀ ਪਰਿਵਾਰਿਕ ਮੈਂਬਰਾਂ ਨਾਲ ਗੱਲ ਹੋ ਰਹੀ ਹੈ। ਉਹਨਾਂ ਨੇ ਇਸ ਮੌਕੇ ਤੇ ਕੀ ਕਿਹਾ ਕਿ ਕੋਈ ਉਹਨਾਂ ਨੂੰ ਇਸ ਤੋਂ ਪਹਿਲਾਂ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਸੀ ਜਾਂ ਉਹਨਾਂ ਦੇ ਕਿਸੇ ਨਾਲ ਕੋਈ ਦੁਸ਼ਮਣੀ ਸੀ, ਕੋਈ ਸਹੀ ਸੰਬੰਧ ਨਹੀਂ ਸੀਗੇ। ਕਹਿੰਦੇ ਇਹਦੇ ਬਾਰੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਪਰ ਉਹਨਾਂ ਦਾ ਕੀ ਬਿਆਨ ਹੈ ਅਜੇ ਅਸੀਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕਦੇ ਹੈਗੇ, ਕਿਉਂਕਿ ਇਹ ਅਜੇ ਜਾਂਚ ਦਾ ਵਿਸ਼ਾ ਹੈ, ਅਜੇ ਜਾਂਚ ਚੱਲ ਰਹੀ ਹੈ। ਜਦੋਂ ਜਿਵੇਂ ਜਾਂਚ ਵਿੱਚ ਕੋਈ ਨਵੀਂ ਅਪਡੇਟ ਆਊਗੀ, ਜਿੰਨੀ ਅਸੀਂ ਦੱਸ ਸਕਦੇ ਹਾਂ ਤੁਹਾਨੂੰ ਨਹੀਂ ਦੱਸਾਂਗੇ। ਪਰ ਸਾਡੇ ਇੱਥੇ ਪਹਿਲਾਂ ਹੁੰਦਾ ਹੈ ਕਿ ਜਿਹੜੀ ਪੁਲਿਸ ਆ ਸਭ ਕੁਝ ਪਹਿਲਾਂ ਫਰੋਲ ਦਿੰਦੀ ਹੈ ਕਿ ਫਲਾਣੇ ਹੈਗੇ ਨੇ, ਇਹਨਾਂ ਦਾ ਨਾਮ ਵਿੱਚ ਸ਼ਾਮਿਲ ਹੋ ਰਿਹਾ, ਚਾਹੇ ਉਹ ਹੋਣ ਚਾਹੇ ਨਾ ਹੋਣ, ਹਜੇ ਸਸਪੈਕਟ ਹੀ ਹੁੰਦੇ ਆ, ਹਜੇ ਉਹਦੇ ਆਧਾਰ ਦੇ ਉੱਤੇ ਹੀ ਉਹਨਾਂ ਦੀਆਂ ਫੋਟੋਸ ਰਿਲੀਜ਼ ਹੁੰਦੀਆਂ ਨੇ। ਤਾਂ ਤੁਸੀਂ ਰਿਪੂ ਦਮਨ ਮਲਿਕ ਹੋਣਾ ਦੀ ਗੱਲ ਕੀਤੀ ਹੈ। ਮੈਂ ਉਸ ਵੇਲੇ ਸਰੀ ਸੀਗਾ, ਮੈਂ ਉਸ ਜਗ੍ਹਾ ਤੇ ਗਿਆ। ਵਿਦਨ ਮੈਂ ਹਾਫ ਐਨ ਆਵਰ অর ਸੋ ਮੈਂ ਉਸ ਏਰੀਆ 'ਚ ਗਿਆ। ਜਾ ਕੇ ਮੈਂ ਕੋਸ਼ਿਸ਼ ਕੀਤੀ ਹੈ, ਉਹ ਸਾਰਾ ਕੋਰਡਨ ਆਫ ਕੀਤਾ ਹੋਇਆ ਸੀ ਏਰੀਆ, ਬਹੁਤ ਦੂਰ ਤੱਕ ਜਿਹੜੀ ਪੁਲਿਸ ਟੇਪ ਲੱਗੀ ਹੋਈ ਸੀ। ਪੁਲਿਸ ਨੂੰ ਕਿਸੇ ਵੀ ਨੇੜੇ ਜਾਣ ਨਹੀਂ, ਦੂਰੋਂ ਤੁਸੀਂ ਵੀਡੀਓ ਬਣਾਉਣੀ ਅਲਾਉਡ ਸੀਗਾ, ਮੈਂ ਬਣਾ ਕੇ ਲੈ ਕੇ ਆਪਾਂ ਜਿਵੇਂ ਉਸ ਵੇਲੇ। ਪਰ ਇਉਂ ਨਹੀਂ ਆ ਕਿ ਤੁਸੀਂ ਮੌਕੇ ਵਾਲੀ ਥਾਂ ਤੇ ਜਾ ਕੇ ਫੋਟੋ ਕਿਸੇ ਕੋਈ ਇਹ ਜਿਹੀ ਰਿਲੀਜ਼ ਨਹੀਂ ਕੀਤੀ ਗਈ। ਰਿਪੂ ਦਮਨ ਮਲਿਕ ਹੋਣਾ ਦੀ ਕੋਈ ਫੋਟੋ ਨਹੀਂ ਰਿਲੀਜ਼ ਕੀਤੀ ਗਈ, ਕੁਝ ਹੋਰ ਨਹੀਂ ਕੀਤਾ ਗਿਆ। ਉਹ ਸਾਰਾ ਕੋਰਡਨ ਆਫ ਕੀਤਾ, ਸੀਲ ਕੀਤਾ ਹੈ। ਹੁਣ ਆਹ ਜਿਹੜੀ ਇਹੋ ਜਿਹੀਆਂ ਗੱਲਾਂ ਨੇ, ਉਹ ਉੱਥੇ ਜੋ ਕੁਝ ਵੀ ਐਵੀਡੈਂਸ ਹੈ ਉਹਨਾਂ ਲੋਕਾਂ ਦਾ, ਉਹਦੇ ਵਿੱਚ ਪੁਲਿਸ ਤੁਰੀ ਫਿਰਦੀ ਹੈਗੀ, ਉਹਦੀ ਫੋਟੋ ਖਿੱਚਦੀ ਫਿਰਦੀ ਹੈਗੀ ਆ। ਹਾਂ, ਤੇ ਉਹ ਜਿਹੜੇ ਸਬੂਤ ਪੇਸ਼ ਕਰਨੇ ਆ ਵੀ ਕੀ ਕੁਝ ਸੀਗਾ, ਉਹਦੇ ਵਿੱਚ ਉਹਦਾ ਗਲਤ ਵੀ ਹੋ ਸਕਦਾ, ਕਿਸੇ ਹੋਰ ਦੇ ਨਿਸ਼ਾਨ ਵੀ ਉਸ ਥਾਂ ਤੇ ਲੱਗ ਸਕਦੇ ਆ। ਮੈਨੂੰ ਸਮਝ ਨਹੀਂ ਆਉਂਦੀ ਇਹ ਪੁਲਿਸ ਨੂੰ ਕਿਉਂ ਇੰਨੀ ਕਾਹਲੀ ਹੁੰਦੀ ਹੈ ਉੱਥੇ, ਕਿ ਕੁਝ ਦਿਖਾਉਣ ਵਾਸਤੇ ਵੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ, ਕੀ ਗੱਲ ਹੈਗੀ ਆ, ਔਰ ਇਸ ਕਰਕੇ ਫੋਟੋਆਂ ਆ ਗਈਆਂ ਨੇ। ਅਦਰਵਾਈਜ਼ ਕਹਿ ਦੇਣਾ ਹੀ ਕਾਫੀ ਹੁੰਦਾ ਕਿ ਉਹਨਾਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ ਹੈਗੀ। ਬਿਲਕੁਲ ਜੀ, ਤੁਹਾਨੂੰ ਦੱਸ ਦਈਏ ਕਿ ਇਸ ਐਨਕਾਊਂਟਰ ਤੋਂ ਬਾਅਦ ਜਗਰੂਪ ਰੂਪਾ ਦੀ ਮਾਂ ਦੀ ਸਟੇਟਮੈਂਟ ਵੀ ਸਾਹਮਣੇ ਆ ਚੁੱਕੀ ਹੈ। ਇਸ ਐਨਕਾਊਂਟਰ ਤੋਂ ਬਾਅਦ ਜਦੋਂ ਪੱਤਰਕਾਰ ਉਹਨਾਂ ਦੇ ਘਰ ਪਹੁੰਚਦੇ ਨੇ, ਪਹਿਲਾਂ ਉਹਨਾਂ ਦੇ ਘਰ ਦੀ ਹਾਲਤ ਜਿਹੜੀ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਫੀ ਜਿਹੜੀ ਆ ਥੋੜੀ ਗਰੀਬ ਫੈਮਿਲੀ ਨੂੰ ਬਿਲੋਂਗ ਕਰ ਰਿਹਾ ਜਗਰੂਪ ਰੂਪਾ। ਤੇ ਉਸ ਦੀ ਮਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ, ਉਹਦੇ ਫਾਦਰ ਸਾਹਿਬ ਵੀ ਉੱਥੇ ਨੇੜੇ ਸੀ। ਪਹਿਲਾਂ ਉਹ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕਰਦੇ, ਬਾਅਦ ਚੋਂ ਕਹਿੰਦੇ ਨੇ ਕਿ ਜੇ ਉਹ ਸਜ਼ਾ ਜਿਹੜੀ ਹੈ, ਜੇਕਰ ਉਹਨੇ ਗਲਤ ਕੰਮ ਕੀਤਾ ਤਾਂ ਉਸਨੂੰ ਸਜ਼ਾ ਮਿਲ ਗਈ ਹੈ, ਤੇ ਜੇਕਰ ਉਸਨੇ ਗਲਤ ਕੰਮ ਨਹੀਂ ਕੀਤਾ ਸੀ ਤਾਂ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੀ ਮਾਂ ਇਨਸਾਫ ਦੀ ਉਡੀਕ ਕਰ ਰਹੀ ਹੈ, ਉਸੇ ਤਰੀਕੇ ਨਾਲ ਮੈਂ ਵੀ ਇਨਸਾਫ ਦੀ ਉਡੀਕ ਕਰਾਂਗੀ। ਕੀ ਕਹਿਣਾ ਜਗਰੂਪ ਰੂਪਾ ਦੀ ਮਾਂ ਦਾ, ਪਹਿਲਾਂ ਉਹਨਾਂ ਦੀ ਸਟੇਟਮੈਂਟ ਸੁਣਦੇ ਹਾਂ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ, ਇਸ ਦੇ ਉੱਤੇ ਗੱਲਬਾਤ ਕਰਦੇ ਹਾਂ। ਜਦੋਂ ਵੱਧ ਕੇ ਕੁਝ ਨਹੀਂ ਮੈਂ ਬੋਲਣਾ ਚਾਹੁੰਦੀ। ਜੋ ਉਹਨੇ ਗਲਤੀ ਕੀਤੀ ਉਹਨੂੰ ਗਲਤੀ ਉਹਨੂੰ ਗਲਤੀ ਕੀਤੀ, ਉਹਨੂੰ ਗਲਤੀ ਦੀ ਸਜ਼ਾ ਮਿਲ ਗਈ। ਅਸੀਂ ਆਖਿਆ ਸਜ਼ਾ ਦਿੱਤੀ ਜਾਵੇ। ਜੇ ਹੈਗਾ ਹੀ ਵਿੱਚ, ਪਤਾ ਨਹੀਂ ਹੈ ਵੀ ਸੀ ਤੇ ਨਹੀਂ ਵੀ ਸੀ, ਚਲੋ ਜਿਹੜੇ ਸਾਡੇ ਉਦੋਂ ਬਿਆਨ ਦਿੱਤਾ ਤਾਂ ਉਹ ਅਸੀਂ ਹੁਣ ਦਿੰਦੇ। ਤੋਂ ਵੱਧ ਕੇ ਮੈਂ ਕੁਝ ਨਹੀਂ ਬੋਲਣਾ ਚਾਹੁੰਦੀ। ਜਿਸ ਤਰ੍ਹਾਂ ਹੁਣ ਉੱਠ ਤਾਂ ਪਾਸ ਕਰ ਗਿਆ। ਉਹਨੇ ਜਿਹੜੀ ਅੰਤਮ ਜਿਹੜਾ ਸੰਸਕਾਰ ਕਰਨਾ, ਉਹਦੇ ਬਾਰੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਕੀ ਕਹਿਣਾ ਚਾਹੁੰਦੇ ਹਾਂ? ਅਸੀਂ ਕੀ ਕਹਿਣਾ ਵਾ, ਜਿਹਨਾਂ ਦਾ ਲੈ ਆਵਾਂਗੇ ਰਹਿਣ ਦਾਂਗੇ, ਜੇ ਦੇ ਦੇਣਗੇ ਤਾਂ ਵੀ ਨਾ ਦੇ ਦੇਣਗੇ, ਉੱਠ ਤਾਂ ਅਸੀਂ ਕੀ ਕਰਨੀ ਹੈ? ਆਏ ਉੱਠ ਚੱਲ ਕੁਛ ਨਹੀਂ ਕਰ ਕਰ ਸਕਦੇ ਜੋ ਅਸੀਂ ਹੁਣ ਕੁਝ ਨਹੀਂ ਕਰਨਾ। ਚਲੋ ਜੇ ਉਹ ਮਾਂ ਵਿਲਕਦੀ ਤੇ ਮੈਂ ਵੀ ਉਤਰਾ ਵਿਲਕਣਾ, ਉਹ ਵੀ ਮਾਂ ਵਿਲਕਦੀ ਆ, ਉਹਨੂੰ ਇਨਸਾਫ ਮਿਲ ਗਿਆ ਹੋਊਗਾ। ਚਲੋ ਇਸ ਤਰ੍ਹਾਂ ਕਿਤੇ ਮੈਨੂੰ ਮਿਲ ਜੂ, ਜਿਹਨੇ ਇਹਨੇ ਗਲਤ ਕੰਮ ਇਹਦੇ ਤੇ ਕਿਸੇ ਨੇ ਬਰਾਤੇ ਉਸ ਤਰ੍ਹਾਂ ਮੈਨੂੰ ਇਨਸਾਫ ਮਿਲ ਜੂ। ਜੇ ਉਹਨੂੰ ਮਾਂ ਨੂੰ ਮਿਲ ਗਿਆ ਮੈਨੂੰ ਮਿਲ ਜੂ। ਜੇ ਇਹਨੇ ਗਲਤੀ ਕੀਤੀ ਆ, ਇਹਨੂੰ ਗਲਤੀ ਦੇ ਇਹਨੂੰ ਸਜ਼ਾ ਮਿਲ ਗਈ, ਜੋ ਉਹਨੇ ਕਦੇ ਕੀਤੀ ਹੋਊ ਉਹਨੂੰ ਮਿਲ ਗਈ। ਬਸ ਇਹ ਤੋਂ ਵੱਧ ਕੇ ਵੀਰ ਜੀ ਮੈਂ ਕੁਝ ਨਹੀਂ ਬੋਲਣਾ। ਬਸ ਉਹ ਤੂੰ ਉੱਠ ਪਾ ਕੋ ਨਹੀਂ ਕਿਹਾ ਵਾ, ਉਹ ਹੀ ਹੁਣ ਕਹਿੰਦੇ ਜੋ ਹੀ ਕਿਹਾ ਉਹ ਹੋ ਗਿਆ ਵਾ। ਬਣਾ ਲਿਆ ਵਾ, ਭਾਜੀ ਜਿਹੜੀ ਗਲਤੀ ਨੇ ਕੀਤੀ ਗਲਤੀ ਹੋ ਗਈ, ਉਹ ਗਲਤੀ ਆ ਭੁਗਤ ਗਿਆ ਵਾ। ਸਾਡੀ ਵੀ ਡਿਊਟੀ ਭਾਈ ਚੰਡੀਗੜ੍ਹੋਂ ਹੀ ਆਏ ਭੱਜ ਕੇ, ਅਸੀਂ ਚੰਡੀਗੜ੍ਹ ਸਾਈ ਆਏ ਸਪੈਸ਼ਲ ਤੁਹਾਡੇ ਕੋਲ ਆਏ। ਉਹ ਹਟਣਾ ਤੁਸੀਂ ਹੋ ਗਈ, ਹਟਣਾ ਸੀ। ਇਹ ਤੋਂ ਵੱਧ ਕੇ ਕੁਝ ਨਹੀਂ ਮੈਂ ਬੋਲਣਾ ਚਾਹੁੰਦੀ। ਜੋ ਉਹਨੇ ਗਲਤੀ ਕੀਤੀ ਉਹਨੂੰ ਗਲਤੀ ਉਹਨੇ ਗਲਤੀ ਕੀਤੀ, ਉਹਨੂੰ ਗਲਤੀ ਦੀ ਸਜ਼ਾ ਮਿਲ ਗਈ। ਅਸੀਂ ਆਖਿਆ ਸਜ਼ਾ ਦਿੱਤੀ ਜਾਵੇ। ਜੇ ਹੈਗਾ ਹੀ ਵਿੱਚ, ਪਤਾ ਨਹੀਂ ਹੈ ਵੀ ਸੀ ਤੇ ਨਹੀਂ ਵੀ ਸੀ, ਚਲੋ ਜਿਹੜੇ ਸਾਡੇ ਉਦੋਂ ਬਿਆਨ ਦਿੱਤਾ ਤਾਂ ਉਹ ਅਸੀਂ ਹੁਣ ਦਿੰਦੇ। ਤੋਂ ਵੱਧ ਕੇ ਮੈਂ ਕੁਝ ਨਹੀਂ ਬੋਲਣਾ ਚਾਹੁੰਦੀ। ਜਿਸ ਤਰ੍ਹਾਂ ਹੁਣ ਉੱਠ ਤਾਂ ਪਾਸ ਕਰ ਗਿਆ। ਉਹਨੇ ਜਿਹੜੀ ਅੰਤਮ ਜਿਹੜਾ ਸੰਸਕਾਰ ਕਰਨਾ। ਸੋ ਇਹ ਸੀ ਜੀ ਜਗਰੂਪ ਰੂਪਾ ਦੇ ਮਾਤਾ ਪਿਤਾ ਜਿਨ੍ਹਾਂ ਨੇ ਗੱਲਬਾਤ ਕੀਤੀ ਆ, ਜੋ ਮੀਡੀਆ ਨਾਲ ਉੱਥੇ ਉਹਨਾਂ ਨੂੰ ਸਵਾਲ ਪੁੱਛੇ ਗਏ ਸੀ, ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਸਰ ਕੀ ਕਹਿਣਾ ਚਾਹੋਗੇ ਜੋ ਮਾਂ ਨੇ ਇਸ ਵਕਤ ਸਟੇਟਮੈਂਟ ਦਿੱਤੀ ਹੈ? ਤਰਨ, ਇੱਕ ਤਾਂ ਉਹਨੇ ਇਹ ਗੱਲ ਕਹੀ ਹੈ, ਮੇਰੇ ਖਿਆਲ ਉਹਨੇ ਮੂਸੇਵਾਲੇ ਦੀ ਮਦਰ ਨੂੰ ਮੁਖਾਤਬ ਹੋ ਕੇ ਕਹੀ ਹੈ, ਜੇ ਉਹਨੂੰ ਇਸ ਗੱਲ ਦਾ ਬਦਲਾ ਕੋਈ ਲੈਣਾ ਸੀਗਾ ਜਾਂ ਹੋ ਸਕਦਾ ਉਹਨੂੰ ਕੋਈ ਤਸੱਲੀ ਹੋ ਗਈ ਹੋਵੇ ਵੀ ਇਹ, ਤੇ ਐਵੇਂ ਹੀ ਕਹਿੰਦੀ ਜੇ ਮੇਰੇ ਪੁੱਤ ਦੀ ਡੈਥ ਹੋਈ ਹੈ, ਜੇ ਇਹਦੀ ਵੀ ਗਲਤ ਹੋਈ ਹੈਗੀ ਆ ਤਾਂ
ਮੈਨੂੰ ਵੀ ਕਿਸੇ ਦਿਨ ਅਜਿਹੀ ਤਸੱਲੀ ਮਿਲੇਗੀ। ਜੇ ਉਹਨੇ ਕਿਹਾ ਵੀ ਇਹਨੇ ਕੋਈ ਗਲਤੀ ਕੀਤੀ ਹੈਗੀ ਤਾਂ ਉਹਨੂੰ ਸਜ਼ਾ ਮਿਲ ਗਈ ਹੈਗੀ। ਪਰ ਇੱਕ ਗੱਲ ਜ਼ਰੂਰ ਹੈ, ਆਪਾਂ ਆਫ ਦੀ ਏਅਰ ਆਪਾਂ ਗੱਲ ਕਰਨ ਲੱਗੇ ਸੀਗੇ ਕਿ ਕੋਈ ਸ਼ਿਕਨ ਨਹੀਂ ਦਿਸ ਰਹੀ ਉਸ ਲੇਡੀ ਦੇ ਮੂੰਹ ਤੇ, ਕਿੰਨੀ ਉਹ ਠਰਮੇ ਨਾਲ ਜਵਾਬ ਦੇ ਰਹੀ ਹੈ। ਨਹੀਂ ਤਾਂ ਘਰ ਦੇ ਵਿੱਚ ਜਵਾਨ ਪੁੱਤ ਦਾ ਚਲਿਆ ਜਾਣਾ, ਘਰ ਦੇ ਜੀਆਂ ਦਾ, ਪੇਰੈਂਟਸ ਦਾ ਖਾਸ ਕਰਕੇ ਬਹੁਤ ਬੁਰਾ ਹਾਲ ਹੋ ਜਾਂਦਾ ਹੈਗਾ। ਉਹ ਪ੍ਰੈਸ ਵੀ ਉਹਦੇ ਘਰੇ ਗਈ ਹੋਈ ਹੈ ਔਰ ਪ੍ਰੈਸ ਨੂੰ ਬਿਆਨ ਵੀ ਦੇ ਰਹੀ ਹੈ। ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ, ਜੇ ਬੜੇ ਤਕੜੇ ਜਿਗਰੇ ਵਾਲੀ ਔਰਤ ਹੈਗੀ ਹੈ ਜਿਹੜੇ ਕਿ ਇਸ ਤਰ੍ਹਾਂ ਦੇ ਬਿਆਨ ਦੇ ਰਹੇ, ਨਹੀਂ ਤਾਂ ਕਈ ਵਾਰੀ ਪ੍ਰੈਸ ਦੇ ਤਾਂ ਮੂਹਰੇ ਨਹੀਂ ਤੁਸੀਂ ਆਉਂਦੇ। ਹਜੇ ਵੀ ਉਹਨੂੰ ਹੈਗਾ ਕਿ ਸ਼ਾਇਦ ਉਹਦੇ ਬੇਟਾ ਇਸ ਗੱਲ 'ਚ ਨਾ ਇਨਵੋਲਵ ਹੋਵੇ। ਜੇ ਉਹਨੇ ਤਾਂ ਹੀ ਉਹਨੇ ਗੱਲ ਕਹੀ ਹੈ ਵੀ ਜੇ ਗਲਤੀ ਨਾਲ ਉਹ ਮਾਰਿਆ ਗਿਆ ਤਾਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬਟ ਇਟਸ ਵੈਰੀ ਸਟ੍ਰੇਂਜ ਟੂ ਮੀ ਕਿ ਜਿਹੜਾ ਉਹਦੇ ਚਿਹਰੇ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਸ਼ਿਕਨ ਨਹੀਂ ਦਿਸ ਰਹੀ ਹੈਗੀ। ਤੁਸੀਂ ਇਹ ਦੇਖੋ ਕਿ ਇੱਕ ਚੀਜ਼ ਜਿਹੜੀ ਇੱਥੇ ਨੋਟ ਕਰਨ ਵਾਲੀ ਹੈ ਕਿ ਉਹਨਾਂ ਦੀ ਜੇ ਏਜ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇਟ ਮੀਨਸ ਕਿ ਜਗਰੂਪ ਰੂਪਾ ਵੀ ਕੋਈ ਬਹੁਤੀ ਵੱਡੀ ਏਜ ਦਾ ਨਹੀਂ ਸੀਗਾ। ਸੋ ਜਿਵੇਂ ਉਹਨਾਂ ਦੀ ਮਦਰ ਨੂੰ ਅਸੀਂ ਦੇਖ ਰਹੇ ਹਾਂ ਕਿ ਮਤਲਬ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਕਾਫੀ ਯੰਗਸਟਰਸ ਸ਼ਾਮਿਲ ਸੀਗੇ। ਚਾਹੇ ਉਹਦੀ ਗੱਲ ਕਰ ਲਈਏ ਅਸੀਂ ਜਿਹੜਾ 18 ਸਾਲ ਦਾ ਅੰਕਿਤ ਦੀ ਗੱਲ ਕਰ ਲਈਏ, 19 ਸਾਲ ਦਾ। ਸੋ ਇਹ ਜੇ ਬਹੁਤ ਸਾਰੇ ਮਤਲਬ ਛੋਟੀ ਉਮਰ ਦੇ ਹੀ ਜਿਹੜੇ ਲੋਕ ਨੇ ਇਸ ਮਾਮਲੇ ਵਿੱਚ ਸ਼ਾਮਿਲ ਨੇ, ਤੇ ਖਾਸ ਤੌਰ ਤੇ ਉਹ ਵਾਲੇ ਜਿਹੜੇ ਕਿ ਪਿੱਛੋਂ ਗਰੀਬ ਤਬਕਿਆਂ ਨੂੰ ਬਿਲੋਂਗ ਕਰਦੇ ਨੇ। ਜੇਕਰ ਇਹਨਾਂ ਦੇ ਪਿੱਛੇ ਅਸੀਂ ਪਰਿਵਾਰਿਕ ਸਥਿਤੀ ਦੀ ਗੱਲ ਕੀਤੀ ਜਾਵੇ, ਜਿਵੇਂ ਤੁਸੀਂ ਮਾਂ ਦੀ ਗੱਲ ਕੀਤੀ ਹੈ ਕਿ ਮਾਂ ਦੇ ਚਿਹਰੇ ਤੇ ਇੱਕ ਵੀ ਸ਼ਿਕਨ ਨਜ਼ਰ ਨਹੀਂ ਆ ਰਹੀ ਹੈਗੀ। ਗੱਲ ਇਹ ਕਿ ਕਈ ਵਾਰੀ ਏਦਾਂ ਹੁੰਦਾ ਕਿ ਪਰਿਵਾਰ ਨਾਲ ਸੰਬੰਧ ਤੋੜ ਦਿੱਤਾ ਜਾਂਦਾ ਜਾਂ ਪਰਿਵਾਰ ਅਜਿਹੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਸੰਬੰਧ ਜਿਹੜੇ ਤੋੜ ਦਿੰਦੇ ਆ ਕਿ ਇੱਥੇ ਆਉਣਾ ਜਾਣਾ ਬੰਦ ਕੀਤਾ ਜਾਵੇ ਕਿਉਂਕਿ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਵੀ ਪਰੇਸ਼ਾਨ ਕੀਤਾ ਜਾਂਦਾ। ਪਰ ਕਿਤੇ ਨਾ ਕਿਤੇ ਜਦੋਂ ਗੱਲ ਆਉਂਦੀ ਹੈ ਕਿ ਜਦੋਂ ਬੱਚੇ ਦੇ ਉੱਤੇ ਗੱਲ ਆਉਂਦੀ ਹੈ, ਚਾਹੇ ਵੱਖ ਰਿਸ਼ਤੇ ਤੋੜ ਦਿੱਤੇ ਜਾਣ, ਪਰ ਮਨ ਦੇ ਵਿੱਚ ਇੱਕ ਜ਼ਰੂਰ ਜਿਹੜੀ ਆ ਢਾਹ ਜ਼ਰੂਰ ਲੱਗਦੀ ਹੈ ਕਿ ਕੀ ਹੋ ਗਿਆ। ਕਿਤੇ ਇਹ ਪਤਾ ਸੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਮ ਸੇ ਕਮ ਜ਼ਿੰਦਾ ਆ, ਠੀਕ ਹੈ, ਪਰ ਜਿਸ ਤਰੀਕੇ ਨਾਲ ਇਹ ਸਟੇਟਮੈਂਟ ਸਾਹਮਣੇ ਆਈ ਹੈ ਤੇ ਇਹ ਲੱਗ ਰਿਹਾ ਹੈ ਕਿ ਉਹਨਾਂ ਨੇ ਵਾਕਈ ਦਿਲੋਂ ਵੀ ਸਾਰੇ ਰਿਸ਼ਤੇ ਤੋੜ ਦਿੱਤੇ ਸੀਗੇ। ਤਰਨ ਮਾਂ ਮੇ ਵੀ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਇਹ ਹੋਵੇ, ਪਰ ਫਿਰ ਵੀ ਜਿਹੜਾ ਆਪਦਾ ਹੁੰਦਾ, ਚਾਹੇ ਤੁਹਾਡੇ ਸੰਬੰਧ ਤੋੜੇ ਵੀ ਹੋਣ, ਆਪਣਾ ਆਮ ਸ਼ਖਸ ਕਿੰਨੀਆਂ ਰਿਸ਼ਤੇਦਾਰਾਂ 'ਚ ਕਈ ਵਾਰੀ ਬੋਲਚਾਲ ਬੰਦ ਹੋ ਜਾਂਦੀ ਹੈ ਜੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਵੀ ਦੁੱਖ ਹੁੰਦਾ ਹੈਗਾ। ਪਰ ਇਸ ਲੇਡੀ ਦੇ ਉੱਤੇ ਜਿਹੜੀ ਤੁਸੀਂ ਗੱਲ ਕੀਤੀ 18-19 ਸਾਲ ਵਾਲਿਆਂ ਦੀ, ਇਹ ਵੀ ਜੰਗ ਹੋਏਗਾ ਕਿਉਂਕਿ ਔਰ ਜਿਹੜੀ ਉਹਦੀ ਮਦਰ ਹੈ ਸ਼ੀ ਇਜ਼ ਯੰਗ ਐਜ਼ ਵੈਲ। ਕਿਉਂ ਇਹ ਬੱਚੇ ਜਾ ਰਹੇ ਨੇ ਇਸ ਪਾਸੇ? ਇਹ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਇਕੱਲੀ ਸਰਕਾਰ ਉਹ ਨਹੀਂ ਹੈ ਕਿ ਪੰਜਾਬ ਸਰਕਾਰ ਹੈ, ਸੂਬਾ ਸਰਕਾਰਾਂ, ਭਾਰਤ ਸਰਕਾਰ, ਸਾਰੀਆਂ ਰਲ ਮਿਲ ਕੇ ਇਹ ਇਸ ਕਸੂਰ ਦੇ ਵਿੱਚ ਮੇਰੇ ਖਿਆਲ ਸ਼ਾਮਲ ਹੈਗੀਆਂ ਨੇ ਕਿ ਯੰਗਸਟਰਸ ਨੂੰ ਜਿੱਥੇ ਨੌਕਰੀ ਨਹੀਂ ਮਿਲਦੀ, ਜਿਹਨੂੰ ਭਵਿੱਖ ਆਪਦਾ ਧੁੰਦਲਾ ਦਿਸਦਾ ਹੈਗਾ, ਉਹ ਫਿਰ ਇਸ ਪਾਸੇ ਨੂੰ ਤੁਰ ਜਾਂਦਾ ਹੈਗਾ। ਔਰ ਇਸ ਪਾਸੇ ਇਹ ਜਿਹੜਾ ਰਾਹ ਹੈਗਾ ਇਹ ਵਨ ਵੇ ਹੈ, ਇਹ ਵਨ ਵੇ ਸਟਰੀਟ ਹੈ, ਇਹਦੇ ਵਿੱਚ ਵਾਪਸੀ ਨਹੀਂ ਹੈ, ਇਹਦੇ 'ਚ ਅਖੀਰ ਮੌਤ ਆਏ। ਔਰ ਕਿਉਂ ਬੱਚੇ ਇਸ ਪਾਸੇ ਨੂੰ ਜਾ ਰਹੇ ਨੇ? ਜਿਹੜੇ ਗੈਂਗਸਟਰ ਨੇ ਉਹ ਚਾਹੁੰਦੇ ਆ ਜੇ ਉਹਨਾਂ ਨੂੰ ਐਨਰਜੀ ਚਾਹੀਦੀ ਹੈ, ਯੰਗ ਬੰਦੇ ਚਾਹੀਦੇ ਆ ਔਰ ਉਹਨਾਂ ਨੂੰ ਹਾਇਰ ਕਰਦੇ ਆ। ਔਰ ਥੋੜੇ ਪੈਸਿਆਂ ਪਿੱਛੇ, ਜਿਹੜੀ ਅੱਗੇ ਵੀ ਆ ਲੱਖ ਰੁਪਈਆ ਕੋਈ ਕਹੇ ਇੰਨਾ ਵੱਡਾ ਕੰਮ ਕੀਤਾ, ਥੋੜੇ ਪੈਸਿਆਂ ਪਿੱਛੇ ਇਹ ਗੈਂਗਸਟਰ ਇਹੋ ਜਿਹਾ ਕੋਈ ਕੰਮ ਕਰ ਦਿੰਦੇ। ਕੋਈ ਆਏ ਨਹੀਂ ਹੈ ਵੀ ਤੁਹਾਨੂੰ ਵੀ ਤੁਹਾਡੀ ਉਮਰ ਦੀਆਂ ਰੋਟੀਆਂ ਬਣ ਜਾਣਗੀਆਂ, ਨੋ, ਇਹੋ ਜਿਹੀ ਗੱਲ ਵੀ ਹੈ ਨਹੀਂ ਗੀ। ਪਰ ਕਈ ਵਾਰੀ ਗੈਂਗਸਟਰ ਹੋਈ ਫਿਰ ਕੰਮ ਕਰਵਾ ਕੇ ਇਹਨਾਂ ਨੂੰ ਵੀ ਖਤਮ ਕਰਦੇ ਨੇ ਕਿ ਸਬੂਤ ਖਤਮ ਕਰ ਦਿੱਤਾ ਜਾਵੇ। ਬਿਲਕੁਲ ਸਰ, ਤੁਸੀਂ ਜਿਵੇਂ ਗੱਲ ਕੀਤੀ ਆ ਉੱਥੇ ਥੋੜੀ ਜਿਹੀ ਆਪਾਂ ਇਹ ਵੀ ਜ਼ਰੂਰ ਕਰ ਲਈਏ ਕਿ SJF ਦੀ ਵੀ ਕਾਫੀ ਵੱਡੀ ਸਪੋਰਟ ਰਹੀ ਆ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ। ਜੀ ਹਾਂ, ਇੱਕ ਹੋਰ ਖਬਰ ਇੱਥੇ ਵੱਡੀ ਸਾਹਮਣੇ ਆ ਰਹੀ ਆ, 6 for Justice ਦਾ ਇਸ ਵਿੱਚ ਕੀ ਲਿੰਕ ਸਾਹਮਣੇ ਆ ਰਿਹਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜਾਂ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਨਾਲ, ਇਹ ਵੀ ਅਸੀਂ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਹਾਂ। ਇਹ ਜੀ 2 ਰਾਜਪੁਰੇ ਦੇ ਹੈਗੇ ਜੀ ਰੈਜ਼ੀਡੈਂਸ ਜਿਨ੍ਹਾਂ ਨੂੰ ਫੜਿਆ ਗਿਆ ਹੈਗਾ SJF ਤੇ SFJ ਦੇ ਜਿਹੜੇ ਹੈਗੇ ਨੇ ਜੀ ਗੁਰਪਤਵੰਤ ਸਿੰਘ ਪੰਨੂ ਸਾਹਿਬ, ਉਹਨਾਂ ਦੀਆਂ ਰਿਕਾਰਡਿੰਗਸ ਆਈਆਂ ਨੇ ਕਿ ਇਹ ਵੀ ਕਿਹਾ ਗਿਆ ਕਿ ਹਰਿਆਣੇ ਵਾਲਿਓ ਤੁਹਾਨੂੰ ਪੰਜਾਬ ਵਾਲੇ ਤੰਗ ਕਰ ਰਹੇ ਹੈਗੇ ਨੇ, ਤੁਹਾਨੂੰ ਵੀ ਆਪਣੀ ਆਵਾਜ਼, ਜਿੰਨੇ ਵੀ ਗੈਂਗਸਟਰ ਦੇ ਬੱਚਿਆਂ ਨੂੰ ਕਿਸੇ ਨੂੰ ਫੜਿਆ ਗਿਆ ਇਸ ਮਾਮਲੇ 'ਚ ਬਹੁਤੇ ਹਰਿਆਣੇ ਦੇ ਨੇ ਔਰ ਤੁਹਾਨੂੰ ਇਸ ਬਾਰੇ ਉੱਠਣਾ ਪਏਗਾ ਔਰ ਉਹਨੂੰ ਜਿਹੜਾ ਸ਼ੈਲਟਰ ਦੇਣ ਦੀਆਂ ਗੱਲਾਂ ਕੀਤੀਆਂ ਗਈਆਂ ਨੇ। ਔਰ ਜਿਹੜੀ ਆਵਾਜ਼ ਹੈ, ਜਿਹੜੀ ਰਿਕਾਰਡਿੰਗ ਬਾਹਰ ਆਈ ਹੈ, ਕਹਿੰਦੇ ਗੁਰਪਤਵੰਤ ਸਿੰਘ ਪੰਨੂ ਦੀ ਹੀ ਆਵਾਜ਼ ਆਈ ਹੈ ਔਰ ਰਿਕਾਰਡਿੰਗ ਇਸ ਮਾਮਲੇ ਦੇ ਉੱਤੇ ਕਰਤੇ। ਔਰ ਇਹ ਗੱਲ ਕਹੀ ਸੀਗੀ ਕਿ ਉਹਨਾਂ ਨੂੰ ਜਿਹੜੀ ਕਾਲ ਆਈ ਉਹ ਤੇ ਇਹ ਕਿਹਾ ਸੀ ਜਿਹੜੇ ਦਿੱਲੀ ਨੂੰ, ਪੰਜਾਬ ਨੂੰ, ਹਰਿਆਣੇ ਦੇ ਵਿੱਚ ਜਿਹੜੇ ਖਾਲਿਸਤਾਨ ਪੱਖੀ ਪੋਸਟਰ ਹੈ ਉਹਦੇ ਨਾਲ ਰੰਗ ਦਿੱਤਾ ਜਾਣਾ ਚਾਹੀਦਾ ਹੈਗਾ, ਜਿਹਦੇ ਵਿੱਚ ਕਿ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਇਹ ਗੱਲ ਕਹੀ ਹੈਗੀ। ਤੇ ਇੱਕ ਗੱਲ ਹੋਰ ਕਹੀ ਹੈ ਉਹਨਾਂ ਨੇ ਕਿ ਜੇ ਇਸ ਵਾਰੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਇਹਨਾਂ ਦੀਆਂ ਕਾਰਾਂ ਦੇ ਉੱਤੇ ਵੀ ਖਾਲਿਸਤਾਨ ਦੇ ਪੋਸਟਰ ਅਸੀਂ ਲਾਵਾਂਗੇ। ਬੜਾ ਵੱਡਾ ਚੈਲੰਜ ਦਿੱਤਾ ਇਸ ਮਾਮਲੇ 'ਚ। ਲਾਉਂਦੇ ਆ ਕਿ ਨਹੀਂ ਲਾਉਂਦੇ? ਗੁਰਪਤਵੰਤ ਸਿੰਘ ਪੰਨੂ ਸਾਹਿਬ ਕਈ ਵਾਰੀ ਬਹੁਤੀ ਵੱਡੀਆਂ ਗੱਲਾਂ ਕਰ ਜਾਂਦੇ ਨੇ। ਉਹਨਾਂ ਨੇ ਅੱਗੇ ਵੀ ਕੁਛ ਕਿਹਾ, ਇਨਾਮ ਦੀ ਉਹਨਾਂ ਨੇ ਘੋਸ਼ਣਾ ਕੀਤੀ ਹੁੰਦੀ ਆ ਆਮ ਕਿ ਵੀ ਜੇ ਕੋਈ ਝੰਡਾ ਫਲਾਣੇ ਥਾਂ ਤੇ ਲਹਿਰਾਏਗਾ ਖਾਲਿਸਤਾਨ ਦਾ ਤਾਂ ਅਸੀਂ ਉਹਨੂੰ $1,00,000 ਦੇਵਾਂਗੇ। ਸੋ ਮਚ ਕਿਹਾ ਗਿਆ, ਅੱਗੇ ਦਿੱਤੇ ਗਏ ਨਹੀਂ ਦਿੱਤੇ ਗਏ ਇਸ ਗੱਲ ਦਾ ਤਾਂ ਪਤਾ ਨਹੀਂ, ਪਰ ਪੰਨੂ ਸਾਹਿਬ ਨੇ ਹੁਣ ਆਹ ਇੱਕ ਬੜੀ ਵੱਡੀ ਗੱਲ ਕਹੀ ਹੈ
ਕਿ ਭਗਵੰਤ ਮਾਨ ਸਾਹਿਬ ਦੇ ਤੇ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਤੇ ਪੋਸਟਾਂ ਹੋ ਸਕਦਾ ਲਾ ਵੀ ਦੇਣ, ਕੋਈ ਅਜਿਹੀ ਗੱਲ ਨਹੀਂ, ਕੋਈ ਉਹਨਾਂ ਦੇ ਸੋਚ ਪੱਖੀ ਕੋਈ ਬੰਦਾ ਇਹ ਕੰਮ ਕਰਨ ਨੂੰ ਤਿਆਰ ਹੋ ਜਾਏ। ਹਾਲਾਂਕਿ ਗ੍ਰਿਫਤਾਰ ਕੀਤੇ ਗਏ ਨੇ। ਪਟਿਆਲਾ ਵਿੱਚ ਇੱਕ ਹੋਰ ਮੰਦਿਰ ਦੇ ਉੱਤੇ ਲਗਾਉਣ ਲੱਗੇ ਸੀਗੇ ਖਾਲਿਸਤਾਨੀ ਝੰਡੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਗੱਲ ਇਹ ਹੈ ਕਿ ਜੇਕਰ ਆਪਣੇ ਮਨਸੂਬਿਆਂ ਨੂੰ ਕਾਮਯਾਬ ਤੁਸੀਂ ਕਰਨਾ ਚਾਹੁੰਦੇ ਹੋ ਇੱਥੇ ਆ ਕੇ ਕਰੋ, ਬਾਕੀ ਯੂਥ ਨੂੰ ਇਸ ਮਾਮਲੇ ਦੇ ਵਿੱਚ ਨਾ ਧਕੇਲੋ। ਤੁਹਾਨੂੰ ਪਤਾ ਨਹੀਂ ਗੱਲ ਕੀ ਆ, ਜਿੰਨਾ ਕੁ ਵਾਰੀ ਹੁਣ ਪੰਜਾਬ 'ਚ ਖਬਰਾਂ ਆਪਾਂ ਕਰਦੇ ਆ, ਪੰਜਾਬ ਦੇ ਵਿੱਚ ਲੋਕਾਂ ਨਾਲ ਗੱਲ ਵੀ ਕਰਦੇ ਆ, ਤੇ ਉੱਥੇ ਕੋਈ ਐਸੀ ਗੱਲ ਸੁਣਦੇ ਨਹੀਂ ਹੈ ਕਿ ਉੱਥੇ ਖਾਲਿਸਤਾਨ ਪੱਖੀ ਕੋਈ ਗੱਲ ਜਾਂ ਲਹਿਰ ਚੱਲ ਰਹੀ ਹੋਵੇ। ਬਾਹਰ ਜ਼ਰੂਰ ਹੈਗੀ, ਬਾਹਰ ਵੀ ਹੁਣ ਓਨੀ ਨਹੀਂ ਹੈ ਜਿੰਨੀ ਕਿ ਕਿਸੇ ਵੇਲੇ ਇੱਥੇ ਬਹੁਤ ਜ਼ਿਆਦਾ ਸੀਗੀ। ਹੁਣ ਇਹ ਲਹਿਰ ਇੱਥੇ ਵੀ ਦਬੀ ਹੋਈ ਹੈ। ਪਰ ਪੰਨੂ ਸਾਹਿਬ ਆਪਦਾ ਜਿਹੜਾ ਉਹਨਾਂ ਦੀ ਸੋਚ ਹੈ ਉਹ ਇਹ ਕਰਨਾ ਚਾਹੁੰਦੇ ਆ। ਕੋਈ ਦੇਸ਼ ਵੱਖਰਾ ਹੋਣਾ, ਹੁੰਦੇ ਰਹੇ ਆ ਦੇਸ਼, ਅੱਗੇ ਵੀ ਹੁੰਦੇ ਨੇ, ਅੱਗੇ ਨੂੰ ਵੀ ਹੁੰਦੇ ਰਹਿਣਗੇ, ਵੰਡੀਆਂ ਵੀ ਪੈਂਦੀਆਂ ਰਹਿਣਗੀਆਂ, ਜੁੜਦੇ ਵੀ ਰਹਿਣਗੇ। ਇੱਕ ਹੋਰ ਵੱਡਾ ਇਸ ਮਾਮਲੇ ਦੇ ਵਿੱਚ ਮਾਮਲਾ ਸਾਹਮਣੇ ਆ ਗਿਆ, ਜਿਹੜਾ ਇਸ ਐਨਕਾਊਂਟਰ ਤੋਂ ਬਾਅਦ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹਨਾਂ ਦੋਵਾਂ ਦੇ ਜ਼ਰੀਏ ਇਹ ਪਤਾ ਸ਼ਾਇਦ ਲਗਾਇਆ ਜਾ ਸਕਦਾ ਸੀ ਕਿ ਜਿਹੜੇ ਹਥਿਆਰਾਂ ਨਾਲ ਇਸ ਕਤਲकांड ਨੂੰ ਅੰਜਾਮ ਦਿੱਤਾ ਗਿਆ ਉਹ ਹਥਿਆਰ ਕਿੱਥੇ ਲੁਕੋਏ ਹੋਏ ਨੇ, ਕਿਉਂਕਿ ਅਜੇ ਤੱਕ ਕਿਸੇ ਵੀ ਗੈਂਗਸਟਰ ਦੇ ਕੋਲੋਂ ਇਸ ਮਾਮਲੇ ਵਿੱਚ ਖੁਲਾਸਾ ਨਹੀਂ ਹੋ ਸਕਿਆ। ਅਜੇ ਤੱਕ ਪੁਲਿਸ ਉੱਥੇ ਤੱਕ ਨਹੀਂ ਪਹੁੰਚ ਕਰ ਸਕੀ ਕਿ ਕਿੱਥੇ ਪਏ ਨੇ ਹਥਿਆਰ, ਕਿੱਥੇ ਲੁਕਾਏ ਗਏ ਨੇ, ਜਾਂ ਜੇ ਡਿਸਟਰੋਏ ਕਰ ਦਿੱਤੇ ਗਏ ਤਾਂ ਕਿੱਥੇ ਕੀਤੇ ਗਏ ਨੇ, ਤਾਂ ਕਿ ਕੁਝ ਨਾ ਕੁਝ ਸਬੂਤ ਮਿਲ ਸਕੇ, ਇਸ ਕੇਸ ਨੂੰ ਥੋੜਾ ਹੋਰ ਸਟਰੋਂਗ ਕੀਤਾ ਜਾ ਸਕੇ। ਪਰ ਕੀ ਤੁਹਾਨੂੰ ਲੱਗ ਰਿਹਾ ਕਿ ਇਹਨਾਂ ਦੇ ਐਨਕਾਊਂਟਰ ਦੇ ਨਾਲ ਹੀ ਇਹ ਚੀਜ਼ ਵੀ ਜਿਹੜੀ ਹੈ ਹਮੇਸ਼ਾ ਲਈ ਬੰਦ ਹੋ ਚੁੱਕੀ ਹੈ ਜਾਂ ਦਫਨ ਹੋ ਚੁੱਕੀ ਹੈ ਕਿ ਉਹ ਹਥਿਆਰ ਕਿੱਥੇ ਪਏ ਨੇ? ਤੇ ਦੂਜੀ ਗੱਲ ਇਹ ਹੈ ਕਿ ਕੀ ਇਹ ਐਨਕਾਊਂਟਰ ਟਾਲਿਆ ਜਾ ਸਕਦਾ ਸੀ? ਦੈਟਸ ਰਾਈਟ, ਬਹੁਤ ਵੱਡਾ ਸਵਾਲ ਤੁਸੀਂ ਕੀਤਾ ਕਿ ਕੀ ਐਨਕਾਊਂਟਰ ਟਾਲਿਆ ਜਾ ਸਕਦਾ ਸੀ? ਯੈਸ, ਟਾਲਿਆ ਜਾ ਸਕਦਾ ਸੀ, ਬੰਦੇ ਫੜੇ ਜਾ ਸਕਦੇ ਸੀ। ਇੱਕ ਥਾਂ ਤੇ ਖੁੰਝੇ ਲੱਗੇ ਹੋਏ ਨੇ, ਪਤਾ ਉਸ ਬਿਲਡਿੰਗ ਦੇ ਵਿੱਚ ਕਿੰਨੀ ਕੁ ਰਹਿਣਗੇ ਉੱਥੇ, ਤੁਸੀਂ ਉਡੀਕ ਲਓ 10 ਘੰਟੇ 12 ਘੰਟੇ 15 ਘੰਟੇ। ਦਰਬਾਰ ਸਾਹਿਬ ਬਾਰੇ ਵੀ ਇਹ ਗੱਲ ਕੀਤੀ ਗਈ ਸੀ, ਜਦੋਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਉਦੋਂ ਇਹ ਗੱਲ ਕੀਤੀ ਗਈ ਸੀ ਕਿ ਸਪਲਾਈ ਬੰਦ ਕਰ ਦਿੱਤੀ ਜਾਣੀ ਚਾਹੀਦੀ, ਸਪਲਾਈ ਬੰਦ ਕਰ ਦਿਓ, ਮਹੀਨੇ ਬਾਅਦ ਸਾਰੇ ਬਾਹਰ ਆ ਜਾਣਗੇ। ਠੀਕ ਹੈ, ਇਹ ਨਹੀਂ ਸੀ ਕੀਤਾ ਜਾਣਾ ਚਾਹੀਦਾ। ਹੁਣ ਵੀ ਆਸੇ ਪਾਸੇ ਘਿਰਿਆ ਹੈ, ਪੁਲਿਸ ਪੰਜਾਬ ਦੀ ਹੈ, ਪੰਜਾਬ ਦੇ ਵਿੱਚ ਡੈਮੋਕ੍ਰੈਟਿਕਲੀ ਇਲੈਕਟਡ ਸਰਕਾਰ ਹੈਗੀ ਆ। ਇਉਂ ਤਾਂ ਹੈ ਨਹੀਂ ਪੁਲਿਸ ਦੇ ਉੱਤੇ ਕਿਸੇ ਹੋਰ ਨੇ ਆ ਕੇ ਹਮਲਾ ਕਰਨਾ। ਸਾਰੇ ਪਾਸੋਂ ਘੇਰਾਬੰਦੀ ਕੀਤੀ ਹੋਈ, ਜੇ ਘੇਰਾਬੰਦੀ ਕੀਤੀ ਹੋਈ ਹੈ ਉਹਨੂੰ ਇੱਕ ਦਿਨ ਲਾ ਲਓ, 2 ਦਿਨ ਲਾ ਲਓ, ਤੀਜੇ ਦਿਨ ਬਾਹਰ ਆਉਣਾ। ਉਹਨਾਂ ਨੂੰ ਜ਼ਰੂਰਤ ਪੈਣੀ ਹੈ, ਖੁਰਾਕ ਤਾਂ ਖਾਣੀ ਹੈ। ਕਿੰਨੀ ਕੁ ਦੇਰ ਤੱਕ ਭੁੱਖ ਲੜ ਸਕਦਾ, ਕਿੰਨੀ ਕੁ ਦੇਰ ਤੱਕ ਸੌਣ ਤੋਂ ਬਿਨਾਂ ਬੰਦਾ ਲੜ ਸਕਦਾ? ਤੁਹਾਨੂੰ ਪਤਾ ਲੜਾਈਆਂ ਹੁੰਦੀਆਂ ਨੇ ਜਿਹੜੀਆਂ ਹੱਦਾਂ ਤੇ ਲੜਾਈਆਂ ਹੁੰਦੀਆਂ ਨੇ, ਉਹ 'ਚ ਇਉਂ ਨਹੀਂ ਹੈ ਵੀ ਫੌਜੀ ਜਿਹੜਾ ਅੱਗੇ ਚਲਾ ਗਿਆ ਉਹੀ ਲੜੀ ਜਾਂਦਾ, ਨਹੀਂ, ਉਹਨੂੰ ਰਿਪਲੇਸਮੈਂਟ ਆਉਂਦੀ ਹੈ। ਉਹਦੀ ਰਿਪਲੇਸ ਨੂੰ ਥੋੜੀ ਦੇਰ ਬਾਅਦ ਉਹਨੂੰ ਵਾਪਸ ਲਿਆਇਆ ਜਾਂਦਾ, ਉਹਨੂੰ ਰੈਸਟ ਕਰਵਾਈ ਜਾਂਦੀ, ਉਹਦੀ ਥਾਂ ਤੇ ਕੋਈ ਹੋਰ ਜਾਂਦਾ ਅੱਗੇ। ਇਸ ਤਰ੍ਹਾਂ ਕੀਤਾ ਜਾਂਦਾ। ਇਹ ਬੰਦੇ ਤਾਂ 4 ਸੀ, ਇੱਕ ਜਗ੍ਹਾ ਤੇ ਪਤਾ ਅੰਦਰ ਬੈਠੇ ਹੈਗੇ, ਕਿਉਂ ਨਹੀਂ ਘੇਰਾਬੰਦੀ ਕਰਕੇ ਉਹਨਾਂ ਨੂੰ ਉੱਥੇ ਹੋਈ ਫੜਿਆ ਗਿਆ? ਔਰ ਜੇ ਉਹਨਾਂ ਨੂੰ ਫੜਿਆ ਜਾਂਦਾ ਤਾਂ ਇਮੇਜਿਨ ਕਰੋ ਉਹਨਾਂ ਕੋਲੋਂ ਕਿੰਨੀ ਜ਼ਿਆਦਾ ਇਨਫੋਰਮੇਸ਼ਨ ਹੋਰ ਆਉਣੀ ਸੀ, ਜਿਹੜੀ ਕਿ ਇਹਨਾਂ ਦੇ ਮਰਨ ਦੇ ਨਾਲ ਉਹ ਸਾਰੀ ਇਨਫੋਰਮੇਸ਼ਨ ਖਤਮ ਹੋ ਗਈ। ਜਿਹੜੇ ਨਾਲ ਦੇ 2 ਬੰਦੇ ਆ ਉਹ ਵੀ ਮਾਰੇ ਗਏ ਨੇ। ਜੇ ਇਹਨਾਂ ਚੋਂ ਕੋਈ ਵੀ ਜਿਉਂਦਾ ਫੜ ਲਿਆ ਜਾਂਦਾ ਤਾਂ ਉਹਦੇ ਕੋਲੋਂ ਦੂਜਿਆਂ ਬਾਰੇ, ਚਾਹੇ ਉਹ ਇਨਵੋਲਵ ਸੀ ਮੂਸੇਵਾਲੇ ਦੇ ਵਿੱਚ, ਚਾਹੇ ਨਹੀਂ ਇਨਵੋਲਵ ਸੀਗੇ, ਪਰ ਉਹ ਸਾਥੀ ਤਾਂ ਸੀ ਉਹਨਾਂ ਦੇ, ਉਹਨਾਂ ਕੋਲੇ ਜ਼ਰੂਰ ਕੋਈ ਇਨਫੋਰਮੇਸ਼ਨ ਹੋਣੀ ਸੀ। ਪੁਲਿਸ ਨੇ, ਮੈਨੂੰ ਲੱਗਦਾ ਕਿ ਬਹੁਤ ਕਾਹਲ ਕੀਤੀ ਇਸ ਮਾਮਲੇ ਵਿੱਚ, ਉਡੀਕਿਆ ਜਾਂਦਾ, ਫੜ ਲਿਆ ਜਾਂਦਾ ਤਾਂ ਇਹ ਤੋਂ ਜ਼ਿਆਦਾ ਕਿਤੇ। ਤੁਸੀਂ ਆਪਦੇ ਦੇਸ਼ 'ਚ ਬੈਠੇ ਹੋ, ਆਪਦੇ ਸੂਬੇ 'ਚ ਬੈਠੇ ਹੋ, ਤੁਹਾਡੀ ਆਪਦੀ ਪੁਲਿਸ ਹੈਗੀ ਆ, ਪੁਲਿਸ ਨੇ ਘੇਰਾ ਪਾਇਆ ਹੈ, ਬਾਹਰੋਂ ਕੋਈ ਅਟੈਕ ਦੇ ਚਾਂਸਸ ਹੈ ਨਹੀਂਗੇ, ਤੁਸੀਂ 2 ਦਿਨ ਨਿਕਲੋ। ਸੋ ਤੁਸੀਂ ਇਹ ਦੇਖਦੇ ਹੋ ਕਿ ਇਸ ਮਾਮਲੇ ਦੇ ਵਿੱਚ ਕੁਝ ਪੁਲਿਸ ਵਾਲੇ ਵੀ ਜ਼ਰੂਰ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਵਾ। ਪਰ ਜਿਵੇਂ ਗੱਲ ਹੁੰਦੀ ਆ ਕਿ ਇਹਨਾਂ ਤੋਂ ਕਈ ਹੋਰ ਖੁਲਾਸੇ ਹੋ ਸਕਦੇ ਸੀ। ਸਭ ਤੋਂ ਵੱਡੀ ਗੱਲ ਹੈ ਕਿ ਇੰਨੇ ਸਮੇਂ ਦੇ ਕਿੱਥੇ ਲੁਕੇ ਹੋਏ ਸੀ ਤੇ ਆਖਿਰਕਾਰ ਕਿੱਥੇ ਆ ਕੇ ਐਨਕਾਊਂਟਰ ਹੁੰਦਾ ਹੈ? ਪੰਜਾਬ ਦੇ ਵਿੱਚ ਹੀ, ਮੂਸੇਵਾਲਾ ਪਿੰਡ ਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ। ਕਿ ਇਹ ਉਸੇ ਵੇਲੇ ਦੇ ਜਾ ਕੇ ਉੱਥੇ ਲੁਕੇ ਹੋਏ ਸੀ, ਜਾਂ ਇਸ ਤੋਂ ਪਹਿਲਾਂ ਇਹਨਾਂ ਨੇ ਕਿੱਥੇ ਠਿਕਾਣੇ ਚੇਂਜ ਕੀਤੇ, ਇਹਨਾਂ ਨੂੰ ਕਿੰਨਾ ਨੇ ਪਨਾਹ ਦਿੱਤੀ ਆ, ਜਾਂ ਕਿੰਨਾ ਨੇ ਇਹਨਾਂ ਦੀ ਹੈਲਪ ਕੀਤੀ ਆ ਇਸ ਦੌਰਾਨ? ਇਹਦੇ ਬਾਰੇ ਵਿੱਚ ਕਾਫੀ ਖੁਲਾਸੇ ਹੋ ਸਕਦੇ ਸੀ। ਕੀ ਇਹ ਉਹੀ ਹੈ ਕਿ 47 ਜਿਹੜੀ ਮੂਸੇਵਾਲਾ ਵੇਲੇ ਵਰਤੀ ਗਈ ਹੈ, ਕੀ ਹੋਰ, ਜਾਂ ਇਹਦੇ ਬਾਰੇ ਪਤਾ ਲੱਗ ਜਾਏਗਾ ਕਿ ਗੋਲੀ ਦਾ ਪਤਾ ਲੱਗ ਜਾਂਦਾ ਹੁੰਦਾ? ਹਾਂ, ਜਿਹੜੀ ਅੱਗੇ ਮੈਂ ਤੁਹਾਨੂੰ ਥੋੜਾ ਜਿਹਾ ਹਿੰਟ ਦਿੱਤਾ ਸੀਗਾ, ਇਹ ਚਾਂਸਸ ਵੀ ਹੋ ਜਾਂਦੇ ਕਈ ਵਾਰੀ ਕਿ ਜਦੋਂ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਮਰਨ ਦੀ ਇਹ ਇਨਵੋਲਵ ਸੀਗੇ ਉਸ ਮਾਮਲੇ ਦੇ ਵਿੱਚ, ਜਦੋਂ ਤੁਰਨ ਇਨਵੋਲਵਮੈਂਟ ਹੋ ਜਾਂਦੀ ਹੈਗੀ ਆ ਤਾਂ ਕਈ ਵਾਰੀ ਇਹ ਹੁੰਦਾ ਜਿਨ੍ਹਾਂ ਨੇ ਉਹ ਕੰਮ ਕਰਵਾਇਆ ਹੁੰਦਾ, ਉਹ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਉਹਨੂੰ ਖਤਮ ਕਰਨਾ ਚਾਹੁੰਦੇ ਹੁੰਦੇ। ਜੀ ਬਿਲਕੁਲ, ਗੱਲ ਕਰਾਂਗੇ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ, ਇਸ ਵਕਤ ਆਪਣੀ ਟੀਵੀ ਸਕਰੀਨ ਦੇ ਉੱਤੇ ਤੁਸੀਂ ਐਨਕਾਊਂਟਰਸ ਦੀਆਂ ਜਿਹੜੀਆਂ ਤਾਜ਼ਾ ਤਸਵੀਰਾਂ ਦੇਖ ਸਕਦੇ ਹੋ। ਸੋ ਇਹ ਤਸਵੀਰਾਂ ਘਟਨਾ ਸਥਾਨ ਦੀਆਂ ਨੇ ਜਿੱਥੇ ਇਸ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ। ਸੋ ਨਾਲ ਦੀ ਨਾਲ ਹਸਪਤਾਲ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਿ ਜ਼ੇਰੇ ਇਲਾਜ ਜਿਹੜੇ ਨੇ ਉਹਨਾਂ ਨੂੰ ਭੇਜਿਆ ਗਿਆ ਤੇ ਨਾਲ ਦੀ ਨਾਲ ਡੈਡ ਬੋਡੀਜ਼ ਨੂੰ ਵੀ ਅੱਗੇ ਭੇਜਿਆ ਜਾਏਗਾ ਪੋਸਟਮਾਰਟਮ ਦੇ ਲਈ। ਸੋ ਹਸਪਤਾਲ ਦੀਆਂ ਤੇ ਉਸ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਘਰ ਦੇ ਵਿੱਚ ਉਹ ਲੁਕੇ ਹੋਏ ਸੀ। ਸੋ ਖੇਤਾਂ ਦੇ ਵਿੱਚ ਇਹ ਘਰ ਹੈ, ਤੁਸੀਂ ਦੇਖ ਸਕਦੇ ਹੋ, ਨਜ਼ਰ ਆ ਰਿਹਾ, ਜਿੱਥੋਂ ਲਗਾਤਾਰ ਫਾਇਰਿੰਗ ਹੋ ਰਹੀ ਸੀ। ਉੱਥੇ ਇਸ
ਘਟਨਾ ਨੂੰ ਅੰਜਾਮ ਦੇਣ ਦੀ ਜਦੋਂ ਆਪਣੇ ਆਪ ਨੂੰ ਸੇਵ ਕਰਨ ਦੀ ਕੋਸ਼ਿਸ਼ ਹੋ ਰਹੀ ਸੀ। ਸੋ ਘਰ ਦੇਖ ਸਕਦੇ ਹੋ, ਜਿਹੜਾ ਰੈੱਡ ਕਲਰ ਦੇ ਸਰਕਲ ਦੇ ਵਿੱਚ ਇਹ ਘਰ ਹੈ ਤੇ ਗੋਲੀ ਜਦੋਂ ਚੱਲ ਰਹੀ ਹੈ ਤਾਂ ਉਸ ਵਕਤ ਧੂਆਂ ਉੱਡਦਾ ਹੋਇਆ ਤੁਸੀਂ ਦੇਖ ਸਕਦੇ ਹੋ। ਕੰਧਾਂ ਦੇ ਵਿੱਚ ਜਦੋਂ ਸ਼ਾਟਸ ਲੱਗ ਰਹੇ ਨੇ ਤਾਂ ਜਿਸ ਤਰੀਕੇ ਨਾਲ ਧੂਆਂ ਉੱਠ ਰਿਹਾ, ਆਪਣੀਆਂ ਟੀਵੀ ਸਕਰੀਨਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਨਕਾਊਂਟਰ ਵੇਲੇ ਦੀਆਂ ਇਹ ਤਾਜ਼ਾ ਘਟਨਾਵਾਂ ਤਸਵੀਰਾਂ ਨੇ। ਫਿਰ ਤਾਂ ਰਿਪੋਰਟ ਕਿਹਨੇ ਦਿੱਤੀ ਹੈ? ਕਿਸੇ ਨੇ ਰਿਪੋਰਟ ਦਿੱਤੀ ਹੋਗੀ। ਕਈ ਵਾਰੀ ਇਹ ਹੁੰਦਾ ਜਿਹੜੇ ਲੋਕ ਕੰਮ ਕਰਵਾਉਂਦੇ ਆ ਉਹ ਜਿਹਨੇ ਕੰਮ ਕੀਤਾ ਹੁੰਦਾ ਉਹਨੂੰ ਖਤਮ ਕਰਨਾ ਚਾਹੁੰਦੇ। ਹੋ ਸਕਦਾ ਗੈਂਗ ਦੇ ਕੋਲੋਂ ਕੋਈ ਰਿਪੋਰਟਾਂ ਦਿੱਤੀਆਂ ਹੋਣ ਵੀ ਇਹ ਹੁਣ ਇੱਥੇ 2 ਬੰਦੇ ਲੁਕੇ ਹੋਏ ਜੀ, ਇਹਨਾਂ ਨੂੰ ਫੜ ਲਓ, ਜੇ ਤੁਸੀਂ ਫੜਨਾ ਚਾਹੁੰਦੇ ਹੋ ਖਤਮ ਕਰ ਦਿਓ। ਔਰ ਉਹਦਾ ਮੁਕਾਬਲਾ ਨੈਚੁਰਲੀ ਹੈ, ਪੁਲਿਸ ਦੇ ਨਾਲ ਉਹਦਾ ਮੁਕਾਬਲਾ ਹੈ ਤਾਂ ਉਹਨਾਂ ਨੂੰ ਉੱਥੇ ਖਤਮ ਕਰ ਦਿੱਤਾ ਗਿਆ। ਬਟ ਇਟਸ ਇਵੋਲਵਿੰਗ ਸਟੋਰੀ, ਇਹ ਚਲੇ ਬਹੁਤ ਕੁਛ ਆਏਗਾ, ਪਰ ਪੁਲਿਸ ਨੇ ਮੇਰਾ ਖਿਆਲ ਹੈ ਬਹੁਤ ਤੇਜ਼ੀ ਕੀਤੀ ਇਸ ਮਾਮਲੇ ਦੇ ਵਿੱਚ। ਤੁਸੀਂ ਪੁਲਿਸ ਦੀ ਗੱਲ ਕਰ ਰਹੇ ਹੋ, ਮੀਡੀਆ ਤੱਕ ਉੱਥੇ ਅੰਦਰ ਤੱਕ ਪਹੁੰਚ ਗਿਆ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਮੀਡੀਆ ਨੂੰ ਜਾਣ ਤੋਂ ਵੀ ਨਹੀਂ ਰੋਕਿਆ ਗਿਆ। ਹਾਲਾਂਕਿ ਇਸ ਵਕਤ ਅਸੀਂ ਗੱਲ ਕਰ ਰਹੇ ਹਾਂ, ਪੂਰੀ ਫੁਟੇਜ ਤੁਹਾਨੂੰ ਦਿਖਾਈ ਜਾ ਰਹੀ ਆ। ਸੋ ਇੱਕ ਚੀਜ਼ ਦਿਖਾਈ ਜਾ ਰਹੀ ਆ, ਮੇਰੇ ਦਰਸ਼ਕ ਜਿਹੜੇ ਟੀਵੀ ਸਕਰੀਨ ਦੇ ਉੱਤੇ ਦੇਖ ਸਕਦੇ ਨੇ, ਇਹ ਘਟਨਾ ਸਥਾਨ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵਕਤ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਹੋ। ਜਿਸ ਘਰ ਦੇ ਵਿੱਚ ਲੁਕੇ ਹੋਏ ਸੀ, ਐਨਕਾਊਂਟਰ ਤੋਂ ਬਾਅਦ ਦੀਆਂ ਵੀ ਨਾਲ ਇਹ ਤਸਵੀਰਾਂ ਨੇ ਬਲਰ ਕੀਤੀਆਂ ਹੋਈਆਂ ਨੇ। ਡੈਡ ਬੋਡੀਜ਼ ਨੇ ਇਹ ਉਹਨਾਂ ਕਾਤਲਾਂ ਦੀਆਂ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਕਤਲ ਕੀਤਾ ਆ, ਉਹਦੇ ਉੱਤੇ ਸ਼ੂਟ ਕੀਤਾ ਆ, ਉਹਨਾਂ ਨੂੰ ਗੋਲੀਬਾਰੀ ਕੀਤੀ ਆ, ਉਹਨਾਂ ਉੱਤੇ ਚਲਾਈਆਂ ਗਈਆਂ ਸੀ। ਸੋ ਇਹ ਡੈਡ ਬੋਡੀਜ਼ ਨੇ ਜੀ ਉਹਨਾਂ ਗੈਂਗਸਟਰਸ ਦੀਆਂ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਇਹ ਲੋੜੀਂਦੇ ਸੀ ਤੇ ਪੁਲਿਸ ਦੇ ਨਾਲ ਐਨਕਾਊਂਟਰ ਦੇ ਵਿੱਚ ਇਹ ਮਾਰੇ ਗਏ ਨੇ। ਸੋ ਤਾਜ਼ਾ ਤਸਵੀਰਾਂ ਇਸ ਵਕਤ ਤੁਸੀਂ ਹਮਦਰਦ ਟੀਵੀ ਦੀ ਸਕਰੀਨ ਤੇ ਦੇਖ ਸਕਦੇ ਹੋ। ਘਟਨਾ ਤੋਂ ਬਾਅਦ ਦੀਆਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਤਰਨ, ਜੋ ਕੁਛ ਇਹ ਘਟਨਾਕ੍ਰਮ ਵਾਪਰਿਆ, ਹੁਣ ਤੁਸੀਂ ਸੋਚਣ ਵਾਲੀ ਗੱਲ ਹੈਗੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਹੁਣ ਕਿੰਨਾ ਕੁਛ ਸ਼ੇਕਅਪ ਹੋਇਆ, ਕਿੰਨੇ ਗੈਂਗਸਟਰਾਂ ਦੀ ਹੋਰ ਨੌਲੇਜ ਬਾਹਰ ਆਉਣ ਲੱਗੀ ਹੋਈ ਹੈ, ਉਹਨਾਂ ਬਾਰੇ ਪਤਾ ਲੱਗਣ ਲੱਗਿਆ ਹੈ। ਜਿਹੜਾ ਕੁਛ ਲੁਕਿਆ ਸੀ ਹੁਣ ਤੱਕ, ਹੁਣ ਆਮ ਲੋਕਾਂ ਨੂੰ ਪਤਾ ਲੱਗਣਾ ਵੀ ਗੈਂਗਸਟਰ ਕਿਵੇਂ ਆਪਰੇਟ ਕਰਦੇ ਆ, ਇਹ ਕਿੰਨੀ ਡੂੰਘਾਈ ਤੱਕ ਗਏ ਹੋਏ ਨੇ, ਇਹਨਾਂ ਦੇ ਜੜ੍ਹਾਂ ਕਿੰਨੀਆਂ ਡੂੰਘੀਆਂ ਨੇ, ਔਰ ਇਹ ਜੇਲ੍ਹਾਂ 'ਚ ਬੈਠੇ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਅੰਜਾਮ ਦਿੰਦੇ ਹੈਗੇ। ਤੁਸੀਂ ਇਹ ਦੇਖੋ ਕਿ ਮਾਮਲੇ ਦੇ ਵਿੱਚ ਜਦੋਂ ਕਿਹਾ ਜਾ ਰਿਹਾ ਸੀ ਕਿ ਮਿੱਡੂ ਖੇੜਾ ਦਾ ਨਾਮ ਲਗਾਤਾਰ ਸਾਹਮਣੇ ਆ ਰਿਹਾ ਸੀ ਕਿ ਮਿੱਡੂ ਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ, ਪਰ ਕੱਲ ਸ਼ਗਨਪ੍ਰੀਤ ਦਾ ਇੱਕ ਬਿਆਨ ਸਾਹਮਣੇ ਆਇਆ। ਉਸ ਬਿਆਨ ਨੇ ਸਾਰੇ ਪਾਸੇ ਕਾਫੀ ਲੋਕਾਂ ਨੂੰ ਜਿਹੜਾ ਹੈ ਸੋਚਣ ਲਈ ਮਜਬੂਰ ਕਰ ਦਿੱਤਾ। ਸੋ ਸ਼ਗਨਪ੍ਰੀਤ ਨੇ ਕਿਹਾ ਕਿ 1.5 ਸਾਲ ਪਹਿਲਾਂ ਹੀ ਐਕਚੁਅਲੀ ਸਿੱਧੂ ਮੂਸੇਵਾਲੇ ਨੂੰ ਪਤਾ ਲੱਗ ਗਿਆ ਸੀ, ਇੰਟੈਲੀਜੈਂਸ ਨੇ ਇਹ ਕਹਿ ਦਿੱਤਾ ਸੀ ਕਿ ਸਿੱਧੂ ਮੂਸੇਵਾਲੇ ਉੱਤੇ ਹਮਲਾ ਹੋਣਾ, ਜਾਨਲੇਵਾ ਹਮਲਾ ਹੋਣਾ। ਇਸ ਵਕਤ ਉਹ ਗੈਂਗਸਟਰਸ ਦੇ ਰਡਾਰ ਦੇ ਉੱਤੇ ਹੈਗਾ ਤੇ ਇਸ ਦੇ ਲਈ ਇੱਕ ਮੁਕਤਸਰ ਦੇ ਉੱਤੋਂ ਕੋਲੋਂ 2 ਜਣੇ ਆਏ ਸੀ ਜਿਹੜੇ ਕਿ ਉਸ ਨੂੰ ਜੈਕਟਸ ਦੇ ਕੇ ਗਏ ਸੀ, ਬੁਲੇਟ ਪ੍ਰੂਫ ਜੈਕਟਸ ਦੇ ਕੇ ਗਏ ਸੀ। ਸੋ ਕਹਿੰਦੇ ਉਸ ਵਕਤ ਸਿੱਧੂ ਮੂਸੇਵਾਲੇ ਨੂੰ ਜਦੋਂ ਪਤਾ ਲੱਗਿਆ ਮੁਕਤਸਰ ਤੋਂ 2 ਲੋਕ ਕੌਣ ਸੀ, ਇਹਦੇ ਬਾਰੇ ਵਿੱਚ ਅਜੇ ਜਾਣਕਾਰੀ ਨਹੀਂ ਮਿਲੀ ਹੈ ਕਿ ਕੀ ਉਹ ਪੁਲਿਸ ਦੇ ਬੰਦੇ ਹੀ ਸੀ ਜਾਂ ਉਸਦੇ ਕੋਈ ਨੋਨ ਸੀ, ਜਾਂ ਸਿੱਧੂ ਮੂਸੇਵਾਲੇ ਨੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਖੁਦ ਜਿਹੜੀਆਂ ਨੇ ਜੈਕਟਸ ਮੰਗਵਾਈਆਂ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਇਸ ਵਕਤ ਗੈਂਗਸਟਰ ਦੇ ਰਡਾਰ ਦੇ ਉੱਤੇ ਆ ਤਾਂ ਉਹਨੇ ਇੱਕ ਆਪਣੀ ਜਲੰਧਰ ਤੋਂ ਬੁਲੇਟ ਪ੍ਰੂਫ ਕਾਰ ਤਿਆਰ ਕਰਾਉਣ ਦਾ ਵੀ ਜਿਹੜਾ ਆਰਡਰ ਦਿੱਤਾ ਸੀ। ਸੋ ਇਹ ਵੀ ਖਬਰ ਸਾਹਮਣੇ ਆ ਰਹੀ ਹੈ, ਕਹਿੰਦੇ ਕਿ ਹੁਣ ਤੱਕ ਇਹ ਚੁੱਪ ਕਿਉਂ ਰਹੇ ਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਕਿਹਾ ਜਾ ਰਿਹਾ ਸੀ ਸ਼ਗਨਪ੍ਰੀਤ। ਲਗਾਤਾਰ ਮੀਡੀਆ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਸੀ ਤੇ ਜਦੋਂ ਲਾਰੈਂਸ ਬਿਸ਼ਨੋਈ ਦਾ ਸਾਹਮਣੇ ਆਇਆ ਸੀ ਬਿਆਨ, ਉਦੋਂ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਸ਼ਗਨਪ੍ਰੀਤ ਆਪਣੀ ਮੈਨੇਜਰ ਸਿੱਧੂ ਮੂਸੇਵਾਲਾ ਆਪਣੇ ਮੈਨੇਜਰ ਸ਼ਗਨਪ੍ਰੀਤ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ, ਜਦਕਿ ਸ਼ਗਨਪ੍ਰੀਤ ਨੇ ਖੁਲਾਸਾ ਕੀਤਾ ਕਿ ਉਹ ਮੈਨੇਜਰ ਨਹੀਂ ਸੀ, ਉਹ ਸਿੱਧੂ ਮੂਸੇਵਾਲੇ ਨੂੰ ਜਾਣਦਾ ਸੀ, ਉਸ ਦਾ ਦੋਸਤ ਸੀ। ਬਿਲਕੁਲ ਉਹਨੇ ਬਿਲਕੁਲ ਸਾਫ਼ ਗੱਲ 'ਚ ਕਿਹਾ ਜੀ ਕਿ ਮੈਂ ਉਹਦਾ ਕੋਈ ਵੀ ਸ਼ੋਅ ਮੈਨੇਜ ਨਹੀਂ ਕੀਤਾ, ਮੈਂ ਉਹਦਾ ਮੈਨੇਜਰ ਨਹੀਂ ਸੀਗਾ, ਮੈਂ ਸਿਰਫ ਉਹਨੂੰ ਜਾਣਦਾ ਸੀ। ਤੇ ਔਰ ਨਾ ਹੀ ਉਹ ਕਹਿੰਦਾ ਮੈਂ ਮਿੱਡੂ ਖੇੜੇ ਨੂੰ ਜਾਣਦਾ, ਨਾ ਮੈਂ ਮਿੱਡੂ ਖੇੜੇ ਨੂੰ ਮਿਲਿਆ। ਮਿੱਡੂ ਖੇੜਾ ਜਿਹੜੀ ਥਾਂ ਤੇ ਪੜ੍ਹਦਾ ਸੀ ਕਿਸੇ ਹੋਰ ਜਗ੍ਹਾ ਤੇ ਹੁੰਦਾ ਸੀਗਾ, ਕਹਿੰਦਾ ਮੈਂ ਉਸ ਨੂੰ ਬਿਲਕੁਲ ਵੀ ਕਦੇ ਵੀ ਨਹੀਂ ਮਿਲਿਆ ਜਿਹਦੇ ਕਤਲ ਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਬਹੁਤ ਮੂਹਰੇ ਆ ਰਿਹਾ ਹੈਗਾ। ਔਰ ਉਹਨੇ ਮੇਰੇ ਖਿਆਲ ਆਸਟ੍ਰੇਲੀਆ ਤੋਂ ਇਹ ਬਿਆਨ ਆ ਗਿਆ ਜੀ, ਇਸ ਮਾਮਲੇ ਬਾਰੇ ਉਹਨੇ ਖਬਰ ਦਿੱਤੀ ਹੈਗੀ ਆ। ਹੁਣ ਕਨਫਿਊਜ਼ਨ ਹੁਣ ਤੱਕ ਇਹੀ ਆ ਰਿਹਾ ਸੀਗਾ ਕਿ ਉਹ ਇਹਦਾ ਮੈਨੇਜਰ ਹੈਗਾ। ਕੁਝ ਗੱਲ ਜ਼ਰੂਰ ਆਈ ਸੀ ਕਿ ਸ਼ਾਇਦ ਉਹਦਾ ਮੈਨੇਜਰ ਨਹੀਂ ਹੈ, ਪਰ ਹੁਣ ਉਹਨੇ ਆਪ ਇਸ ਗੱਲ ਨੂੰ ਡਿਨਾਈ ਕੀਤਾ ਵੀ ਮੈਂ ਉਹਦਾ ਕਦੇ ਕੋਈ ਵੀ ਸ਼ੋਅ ਮੈਨੇਜ ਨਹੀਂ ਕੀਤਾ ਸੀਗਾ, ਮੈਂ ਉਹਦਾ ਮੈਨੇਜਰ ਨਹੀਂ ਸੀਗਾ ਤੇ ਨਾ ਹੀ ਮੈਂ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਆਇਆ ਹੈਗਾ। ਔਰ ਉਹਨੇ ਡਿਨਾਈ ਕੀਤਾ ਵੀ ਮੈਂ ਪਤਾ ਨਹੀਂ ਇਹ ਸੱਚ ਹੈ ਜਾਂ ਝੂਠਾ ਕੀ ਹੈਗਾ। ਉਹ ਉਹਦੇ ਮੁਤਾਬਕ ਹੈਗਾ ਕਿ ਮੈਂ ਉਹਨੂੰ ਜਾਣਦਾ ਵੀ ਨਹੀਂ ਸੀਗਾ। ਹੁਣ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਫਿਰ ਨਾਂ ਸ਼ਗਨਪ੍ਰੀਤ ਦਾ ਆਇਆ, ਉਹਦੇ ਕਰਕੇ ਸਿੱਧੂ ਮੂਸੇਵਾਲੇ ਦਾ ਆਇਆ ਕਿ ਇਹ ਸ਼ਗਨਪ੍ਰੀਤ ਨੇ ਕੰਮ ਕਰਵਾਇਆ ਤੇ ਸਿੱਧੂ ਮੂਸੇਵਾਲਾ ਨੇ ਉਹਨਾਂ ਨੂੰ ਜਿਹੜੇ ਕਾਤਲ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੱਕ ਦੀ ਸਟੋਰੀ ਲਾਈਨ ਇਹੀ ਹੈਗੀ ਆ, ਬਟ ਇਸ ਤੋਂ ਬਾਅਦ ਹੁਣ ਸਟੋਰੀ ਕੀ ਆਏਗੀ ਰੱਬ ਜਾਣਦਾ ਹੈ। ਇਹ ਜਿਹੜਾ ਕੇਸ ਹੈ ਇਹ ਕੰਪਲਿਕੇਟਡ ਹੁੰਦਾ ਜਾ ਰਿਹਾ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਛੇਤੀ ਸੋਲਵ ਹੋ ਜਾਏਗਾ। ਆਈ ਹੋਪ ਕਿ ਸੋਲਵ ਹੋਵੇ, ਜਿਨ੍ਹਾਂ ਨੇ ਕੀਤਾ ਉਹਦੇ ਬਾਰੇ ਪਤਾ ਲੱਗੇ ਔਰ ਜਿਨ੍ਹਾਂ ਨੇ ਕਰਵਾਇਆ ਉਹਨਾਂ ਬਾਰੇ ਵੀ ਪਤਾ ਲੱਗਣਾ ਚਾਹੀਦਾ ਹੈਗਾ। ਪਰ ਅਜੇ ਤੱਕ ਮੈਨੂੰ ਲੱਗਦਾ ਇਹ ਜਿਹੜਾ ਪਾਣੀ ਹੈ ਉਦੋਂ ਗੰਧਲਾ ਹੁੰਦਾ ਜਾ ਰਿਹਾ, ਇਹ ਸਾਫ਼ ਨਹੀਂ ਹੋ ਰਿਹਾ। ਜਿਸ ਵੇਲੇ ਸਿੱਧੂ ਮੂਸੇਵਾਲੇ ਦੇ ਇਸ ਦੋਸਤ ਦੀ ਗੱਲ ਕੀਤੀ ਜਾਵੇ ਸ਼ਗਨਪ੍ਰੀਤ ਦੀ, ਇਹਦੇ ਅਗੇਂਸਟ ਜਦੋਂ ਨੋਟਿਸ ਜਾਰੀ ਹੋਇਆ ਸੀ ਕਿ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਸਾਹਮਣੇ ਆ ਰਿਹਾ, ਰਿਪੋਰਟ ਵਿੱਚ ਨਾਮ ਸਾਹਮਣੇ ਆ ਰਿਹਾ ਸੀਗਾ, ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸਿੱਧੂ ਮੂਸੇਵਾਲੇ ਦੇ ਲਿੰਕ ਇਹਨਾਂ ਨਾਲ ਜੁੜੇ ਹੋਏ ਸੀ ਜਾਂ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਇੱਥੇ ਵੀ ਸ਼ਗਨਪ੍ਰੀਤ ਨੇ ਜਿਹੜੀ
ਗੱਲ ਬਹੁਤ ਤਰੀਕੇ ਨਾਲ ਕਲੀਅਰ ਕੀਤੀ ਆ। ਇੱਕ ਮੀਡੀਆ ਹਾਊਸ ਨੂੰ ਉਹਨਾਂ ਨੇ ਫੋਨ ਦੇ ਉੱਤੇ ਸਾਰੀ ਇੰਟਰਵਿਊ ਦਿੱਤੀ ਆ ਤੇ ਉਸ ਇੰਟਰਵਿਊ ਦੇ ਵਿੱਚ ਖੁਲਾਸੇ ਕੀਤੇ ਨੇ। ਸ਼ਗਨਪ੍ਰੀਤ ਨੇ ਕਿਹਾ ਕਿ ਮੈਂ ਮਿੱਡੂ ਖੇੜਾ ਨੂੰ ਅੱਜ ਤੱਕ ਕਿਤੇ ਵੇਖਿਆ ਤੱਕ ਨਹੀਂ, ਜਾਣਨਾ ਤਾਂ ਦੂਰ ਦੀ ਗੱਲ ਹੈ, ਨਾ ਮੈਂ ਕਦੇ ਉਸ ਕਾਲਜ ਦੇ ਵਿੱਚ ਪੜ੍ਹਿਆ ਜਾਂ ਉਸ ਯੂਨੀਵਰਸਿਟੀ ਵਿੱਚ ਪੜ੍ਹਿਆ, ਨਾ ਮੇਰਾ ਉਸ ਵੇਲੇ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਲਿੰਕ ਸੀ। ਸੋ ਉਸਨੇ ਕਿਹਾ ਕਿ ਮੈਂ ਜੋ ਵੀ ਇਸ ਵਕਤ ਜੋ ਵੀ ਹੁਣ ਤੱਕ ਮੁਕਾਮ ਹਾਸਲ ਕੀਤਾ ਆਪਣੀ ਮਿਹਨਤ ਦੇ ਦਮ ਤੇ ਹਾਸਲ ਕੀਤਾ, ਇੱਕ ਐਵਰੇਜ ਫੈਮਿਲੀ ਤੋਂ ਉੱਠ ਕੇ ਆਇਆ ਸੀ। ਆਸਟ੍ਰੇਲੀਆ ਦੀ ਗੱਲ ਕੀਤੀ ਗਈ ਹੈ ਕਿ ਤੁਸੀਂ ਆਸਟ੍ਰੇਲੀਆ ਰਵਾਨਾ ਹੋ ਗਏ ਸੀ ਇਸ ਕਤਲकांड ਤੋਂ ਬਾਅਦ, ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਵੀ 2 ਵਾਰ ਆਸਟ੍ਰੇਲੀਆ ਜਾ ਚੁੱਕੀ ਹਾਂ, ਮੇਰਾ ਪਰਿਵਾਰ ਆਸਟ੍ਰੇਲੀਆ ਰਹਿ ਰਿਹਾ। ਉਹਨਾਂ ਨੇ ਕਿਹਾ ਕਿ 6 ਅਪ੍ਰੈਲ ਨੂੰ ਮੈਂ ਆਸਟ੍ਰੇਲੀਆ ਗਿਆ ਸੀ, ਇਸ ਤੋਂ ਪਹਿਲਾਂ ਮੈਂ ਦੁਬਈ ਵਿੱਚ ਸੀ। ਜੇਕਰ ਮੈਨੂੰ ਕੋਈ ਇਸ ਤਰੀਕੇ ਦਾ ਮਾਮਲਾ ਹੁੰਦਾ ਕਿ ਮੇਰਾ ਨਾਮ ਸਾਹਮਣੇ ਆ ਰਿਹਾ, ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂ, ਤਾਂ ਮੈਂ ਸਿੱਧਾ ਦੁਬਈ ਤੋਂ ਸਿੱਧਾ ਆਸਟ੍ਰੇਲੀਆ ਜਾ ਸਕਦਾ ਸੀ, ਪਰ ਨਹੀਂ, ਮੈਂ ਦੁਬਈ ਤੋਂ ਸਿੱਧਾ ਭਾਰਤ ਆਇਆ, ਮੈਂ ਪੰਜਾਬ ਵਿੱਚ ਰੁਕਿਆ। ਉਸ ਤੋਂ ਬਾਅਦ 6 ਦਿਨਾਂ ਬਾਅਦ ਘੱਟੋ ਘੱਟ ਰਹਿਣ ਤੋਂ 4 ਤੋਂ 6 ਦਿਨਾਂ ਬਾਅਦ ਮੈਂ ਆਸਟ੍ਰੇਲੀਆ ਨੂੰ ਗਿਆ ਵਾਂ। ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਆਸਟ੍ਰੇਲੀਆ ਜਾਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਕਿ ਮੇਰਾ ਨਾਮ ਵਿੱਚ ਸ਼ਾਮਿਲ ਹੋ ਰਿਹਾ, ਜਦੋਂ ਸ਼ਗਨਪ੍ਰੀਤ ਨੂੰ ਇਹ ਪੁੱਛਿਆ ਜਾਂਦਾ ਕਿ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਤੁਸੀਂ ਇੰਨੀ ਦੇਰ ਤੱਕ ਚੁੱਪ ਕਿਉਂ ਰਹੇ, ਤਾਂ ਉਹਨਾਂ ਨੇ ਕਿਹਾ ਕਿ ਮੈਂ ਚੁੱਪ ਨਹੀਂ ਰਿਹਾ, ਮੈਂ ਲਗਾਤਾਰ ਇਹ ਗੱਲ ਚੁੱਕਦਾ ਰਿਹਾ ਕਿ ਸਿੱਧੂ ਮੂਸੇਵਾਲੇ ਦਾ ਇਸ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ, ਨਾ ਹੀ ਉਹਨਾਂ ਦਾ ਕੋਈ ਲੈਣਾ ਦੇਣਾ। ਸੋ ਇਸ ਮਾਮਲੇ ਦੇ ਵਿੱਚ ਜਦੋਂ 29 ਤਰੀਕ ਦੀ ਗੱਲ ਹੈ ਕਿ 29 ਤਰੀਕ ਨੂੰ ਸਿੱਧੂ ਮੂਸੇਵਾਲਾ ਉੱਤੇ ਜਿਹੜਾ ਗੋਲੀਆਂ ਚਲਾਈਆਂ ਜਾਂਦੀਆਂ ਨੇ, ਪਰ 28 ਤਰੀਕ ਨੂੰ ਉਸਨੇ ਕਿਹਾ ਕਿ ਮੇਰੀ ਸਿੱਧੂ ਮੂਸੇਵਾਲੇ ਨਾਲ ਗੱਲ ਹੁੰਦੀ ਹੈ, ਫੋਨ ਦੇ ਉੱਤੇ ਇਹਨਾਂ ਦੀ ਆਪਸ 'ਚ ਗੱਲਬਾਤ ਹੁੰਦੀ ਹੈ, ਜਿਸ ਦੌਰਾਨ ਸਿੱਧੂ ਮੂਸੇਵਾਲਾ ਇਹਨੂੰ ਕਹਿੰਦਾ ਹੈ ਕਿ ਸ਼ਗਨਪ੍ਰੀਤ ਨੂੰ ਕਹਿੰਦੇ ਨੇ ਕਿ ਬਹੁਤ ਹੋ ਗਿਆ, ਇਸ ਵਕਤ ਲੋਕਾਂ ਵਿੱਚ ਕਾਫੀ ਅਫਵਾਹ ਫੈਲ ਰਹੀ ਹੈ, ਮੀਡੀਆ ਕਾਫੀ ਖਬਰਾਂ ਲੱਗ ਰਹੀਆਂ ਨੇ। ਸੋ ਲਗਾਤਾਰ ਜਿਸ ਤਰੀਕੇ ਨਾਲ ਅਸੀਂ ਨਿਸ਼ਾਨੇ ਤੇ ਉੱਤੇ ਹੈਗੇ ਆ, ਇਸ ਤੋਂ ਬੈਟਰ ਹੈ ਕਿ ਜੋ ਵੀ ਮਾਮਲਾ ਉਸ ਨੂੰ ਇੱਕ ਵਾਰੀ ਕਲੀਅਰ ਕੀਤਾ ਜਾਵੇ। ਤਾਂ ਉਸ ਵੇਲੇ ਜਦੋਂ ਸਿੱਧੂ ਮੂਸੇਵਾਲਾ ਇੱਕ ਟੀਵੀ ਚੈਨਲ ਨੂੰ ਇੱਕ ਇੰਟਰਵਿਊ ਦੇ ਰਹੇ ਸੀ, ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਪੂਰੀ ਗੱਲਬਾਤ ਕੀਤੀ ਸੀ ਮਿੱਡੂ ਖੇੜਾ ਮਾਮਲੇ ਨੂੰ ਲੈ ਕੇ, ਉਸ ਕਤਲकांड ਨੂੰ ਲੈ ਕੇ, ਪਰ ਉਹ ਪੋਰਸ਼ਨ ਬਾਅਦ ਵਿੱਚ ਕਟਵਾ ਦਿੱਤਾ ਗਿਆ ਸੀ ਕਿ ਇਸ ਚੀਜ਼ ਨੂੰ ਜਿਹੜਾ ਹੈ ਟੈਲੀਕਾਸਟ ਨਾ ਕੀਤਾ ਜਾਵੇ। ਇਹ ਪੋਰਸ਼ਨ ਹਟਵਾ ਦਿੱਤਾ ਗਿਆ ਸੀ, ਡਿਲੀਟ ਕਰ ਦਿੱਤਾ ਗਿਆ ਸੀ। ਇਸ ਦੌਰਾਨ ਹੀ ਇਹਨਾਂ ਦੀ ਜਿਹੜੀ ਸ਼ਗਨਪ੍ਰੀਤ ਨਾਲ ਫੋਨ ਦੇ ਉੱਤੇ ਗੱਲਬਾਤ ਹੁੰਦੀ ਹੈ ਤੇ ਇਹ ਤੈਅ ਹੁੰਦਾ ਕਿ ਜਿਸ ਦਿਨ ਸ਼ਗਨਪ੍ਰੀਤ ਆਸਟ੍ਰੇਲੀਆ ਤੋਂ ਵਾਪਸ ਪਰਤੇਗਾ ਤਾਂ ਅਗਲੇ ਦਿਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਦੋਵਾਂ ਵੱਲੋਂ ਮਿਲ ਕੇ, ਤੇ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀ ਗੱਲ ਸਾਹਮਣੇ ਰੱਖੀ ਜਾਏਗੀ ਕਿ ਇਹਨਾਂ ਦੋਵਾਂ ਦਾ ਮਿੱਡੂ ਖੇੜਾ ਕਤਲकांड ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਗੱਲ ਕਰਾਂਗੇ, ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਕਰਨ ਜੀ ਸਤਿ ਸ਼੍ਰੀ ਅਕਾਲ, ਭਾਈ ਨਾਥ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ ਜਿਹੜਾ ਕਹਿੰਦੇ ਵੀ ਸਰਕਾਰ ਅਨਪਲਾਇਮੈਂਟ ਕਰਦੀ ਹੈ, ਬੱਚਿਆਂ ਨੂੰ ਐ ਨਹੀਂ ਸਾਂਭਦੀ, ਫਲਾਣਾ ਨਹੀਂ ਸਾਂਭਦੀ, ਸਭ ਤੋਂ ਵੱਧ ਸਾਡਾ ਮਾਪਿਆਂ ਦਾ ਕਸੂਰ ਹੈ ਇਹਦੇ ਵਿੱਚ ਜੀ। ਮੈਂ ਇੱਕ ਟੀਚਰ ਰਿਹਾ, ਮੈਂ +2 ਦੇ ਸਕੂਲ ਦੇ ਵਿੱਚ ਪੜਾਇਆ ਹੈ। ਹਾਂਜੀ। ਸਾਡੇ ਕੋਲ ਇਹੋ ਜਿਹੇ ਪੇਰੈਂਟਸ ਆਉਂਦੇ ਸੀ ਜਿਹੜੇ ਕਹਿੰਦੇ ਮੇਰਾ ਪੜ੍ਹੇ ਨਾ ਪੜ੍ਹੇ ਮਾਸਟਰੀ ਤਾਂ ਹੱਥ ਨਹੀਂ ਲਾਉਣਾ। ਓਕੇ। ਇਹ ਜਿਹੜੇ ਬੱਚੇ ਦੀ ਸਟੇਜ ਹੈ ਨਾ 10ਵੀਂ ਤੋਂ ਬਾਅਦ +2 ਤੱਕ ਦੀ, ਹਾਂਜੀ, ਇਹ ਇੰਨੀ ਅੱਗ ਭੁੱਕੇ ਵਾਲੀ ਸਟੇਜ ਹੈ, ਇਹ ਬਹੁਤ ਔਖੀ ਹੈ ਸਾਂਭਣੀ ਜੀ। ਬਿਲਕੁਲ ਸਹੀ ਗੱਲ ਹੈ ਜੀ। ਇਹ ਸਟੇਜ ਜਦੇ +2 ਦੇ ਸਕੂਲ ਬਣੇ ਨੇ ਨਾ, ਤੇ ਉਹ ਅੱਗੇ +2 ਦੇ ਸਕੂਲ 10ਵੀਂ ਤੋਂ ਬਾਅਦ +2 ਦੇ ਬੱਚੇ ਸਾਰੇ ਆਪਣੀ ਇੱਥੇ ਇੰਨੇ ਦਾਦੇ ਬਣ ਜਾਂਦੇ +2 ਦੇ ਸਕੂਲਾਂ ਵਿੱਚ। ਅੱਗੇ ਇਹਨਾਂ ਨੂੰ ਕੁਛ ਤੁਸੀਂ ਸੋਚ ਨਹੀਂ ਸਕਦੇ ਵੀ ਕੀ ਕਰਨਗੇ। ਨਹੀਂ, ਪਰ ਉਹ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੇਰੈਂਟਸ ਨੇ ਕਿਹਾ ਸੀ ਇਹਨੂੰ ਹੱਥ ਨਹੀਂ ਲਾਉਣਾ, ਪਰ ਹੱਥ ਲਾਉਣ ਤੋਂ ਬਿਨਾਂ ਹੋਰ ਸਜ਼ਾਵਾਂ ਵੀ ਦਿੱਤੀਆਂ ਜਾ ਸਕਦੀਆਂ, ਕੋਈ ਕੁੱਟਮਾਰੀ ਨਹੀਂ। ਹਾਂਜੀ, ਪੇਰੈਂਟਸ ਦੇਖੋ, ਆਪਾਂ ਵੀ ਬੜੇ ਨਸਾਬ, ਪੇਰੈਂਟਸ ਦਾ ਡਰ ਹੁੰਦਾ ਹੀ ਨਹੀਂ ਹੈ। ਜੇ ਟੀਚਰ ਦਾ ਡਰ ਹੋਊਗਾ ਉਹ ਬੱਚੇ ਅੱਗੇ ਕਿਸੇ ਸਿਰੇ ਲੱਗੇ ਨੇ। ਜੀ, ਸਹੀ ਗੱਲ ਹੈ ਜੀ। ਜਿਹੜੇ ਬੱਚਿਆਂ ਨੂੰ ਨਾ ਪੇਰੈਂਟਸ ਦਾ ਡਰ ਹੈ ਨਾ ਟੀਚਰ ਦਾ ਡਰ ਹੈ, ਉਹ ਤਾਂ ਬੱਚੇ ਨੇ ਵਿਗੜਨਾ। ਉਹ ਬੱਚਾ ਤੁਸੀਂ ਮੈਨੂੰ ਦਿਖਾ ਦਿਓ ਕਿਤੇ ਕਾਮਯਾਬ ਹੋਇਆ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੀ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ, ਸੋ ਨੈਕਸਟ ਕਾਲ ਵੀ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਮੈਂ ਕੁਲਵਿੰਦਰ ਬੋਲਦਾ ਤੋਂ ਹਾਈਲੈਂਡ ਏਰੀਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਪਹਿਲਾਂ ਤਾਂ ਮੈਂ ਵਧਾਈ ਦੇਣੀ ਜੀ ਸਾਰਿਆਂ ਨੂੰ ਜੀ, ਆਪਣੇ ਐਪੋਸਾਈਡ ਦੇ ਜਿਹੜਾ ਹੋ ਗਿਆ 555 ਹੋ ਗਿਆ, 555 ਹੋ ਗਿਆ ਜੀ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ। ਹਾਂਜੀ। ਤੇ ਦੂਜੀ ਮੈਂ ਗੱਲ ਕਹਿਣੀ ਸੀਗੀ ਵੀ ਮੇਰਾ ਖਿਆਲ ਨਹੀਂ, ਪਹਿਲਾਂ ਤਾਂ ਆਸ ਜੀ ਹੈਗੀ ਜਦੋਂ ਇਹ ਦੋਨੇ ਜਾਣੇ ਫੜੇ ਜਾਂਦੇ ਆ ਵੀ ਸ਼ਾਇਦ ਕੋਈ ਸਿੱਟਾ ਨਿਕਲ ਜੇ, ਵਿੱਚੋਂ ਪਤਾ ਲੱਗ ਜੇ, ਸਾਰੀ ਇਨਫੋਰਮੇਸ਼ਨ ਮਿਲ ਜਵੇ, ਪਰ ਹੁਣ ਤਾਂ ਲੱਗਦਾ ਵੀ ਮੇਰਾ ਖਿਆਲ ਨਹੀਂ ਕੋਈ ਹੱਲ ਨਿਕਲੂਗਾ ਇਸ ਗੱਲ ਦਾ ਵੀ ਕੀ ਹੋਇਆ। ਤੁਹਾਨੂੰ ਲੱਗਦਾ ਕਿ ਇਹ ਗੱਲ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ, ਕਿਸੇ ਪਾਸੇ ਲੀਡ ਨਹੀਂ ਮਿਲ ਰਹੀ ਹੈ, ਸਮਾਂ ਉਦੋਂ ਜ਼ਿਆਦਾ ਗੰਧਲ ਰਿਹਾ? ਹਾਂਜੀ,
ਬਿਲਕੁਲ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਸਰ ਸ਼ਗਨਪ੍ਰੀਤ ਦੀ ਆਪਾਂ ਗੱਲ ਕਰ ਰਹੇ ਹਾਂ, ਕਾਫੀ ਉਹਨਾਂ ਨੇ ਗੱਲਬਾਤ ਕੀਤੀ ਆ, ਕਾਫੀ ਉਹਨਾਂ ਨੇ ਖੁਲਾਸੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਮੈਂ ਵਾਪਸ ਆਉਣ ਨੂੰ ਫਿਰ ਰਿਹਾ ਵਾਂ, ਪਰ ਗੱਲ ਇਹ ਆ ਕਿ ਮੈਂ ਪਟੀਸ਼ਨ ਪਾਈਆਂ ਸੀ ਹਾਈ ਕੋਰਟ ਵਿੱਚ ਵੀ ਪਟੀਸ਼ਨ ਪਾਈ ਸੀ ਕਿ ਮੇਰੀ ਜਾਨ ਨੂੰ ਖਤਰਾ ਆ। ਕਹਿੰਦੇ ਪਹਿਲਾਂ ਤਾਂ ਮੈਨੂੰ ਲਾਰੈਂਸ ਬਿਸ਼ਨੋਈ ਦੀ ਜਾਨ ਤੋਂ ਖਤਰਾ ਵੱਲੋਂ ਜਾਨ ਨੂੰ ਖਤਰਾ ਸੀਗਾ, ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਮਿੱਡੂ ਖੇੜਾ ਮਾਮਲੇ ਦੇ ਵਿੱਚ ਜਿਹੜਾ ਮੇਰਾ ਨਾਮ ਵਿੱਚ ਆ ਰਿਹਾ ਵਾ, ਤਾਂ ਕਰਕੇ ਮੇਰੀ ਜਾਨ ਨੂੰ ਖਤਰਾ। ਕਹਿੰਦੇ ਹੁਣ ਸਿੱਧੂ ਮੂਸੇਵਾਲੇ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਬੰਬੀਹਾ ਗਰੁੱਪ ਵੀ ਮੇਰੇ ਮਗਰ ਪਿਆ ਹੋਇਆ ਵਾ, ਕਿ ਮੇਰੇ ਕਰਕੇ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਆ। ਸੋ ਇਹਨਾਂ ਦੋਵਾਂ ਗਰੁੱਪਾਂ ਦੇ ਵਿੱਚ ਵਾਰ ਦੇ ਵਿੱਚ ਵੀ ਮੈਂ ਵਿੱਚ ਪੀਸਿਆ ਜਾ ਰਿਹਾ ਵਾਂ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਪਟੀਸ਼ਨ ਪਾਈ ਹੋਈ ਆ ਗਾਉਂ ਜ਼ਮਾਨਤ ਨੂੰ ਲੈ ਕੇ ਤੇ ਮੇਰੀ ਸੁਰੱਖਿਆ ਨੂੰ ਲੈ ਕੇ ਵੀ ਮੈਂ ਪੰਜਾਬ ਆਉਣਾ ਚਾਹੁੰਦਾ, ਆ ਕੇ ਜਿਹੜੀ ਮੈਂ ਸਾਰੀ ਗੱਲਬਾਤ ਕਰਨਾ ਚਾਹੁੰਦਾ ਆ। ਨਾ ਤੇ ਮੇਰਾ ਨਾ ਹੀ ਸਿੱਧੂ ਮੂਸੇਵਾਲੇ ਦਾ ਮਿੱਡੂ ਖੇੜਾ ਦੀ ਮੌਤ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਹੱਥ ਹੈ। ਅਗਾਊਂ ਜ਼ਮਾਨਤ ਦੀਆਂ ਉਹਨੇ 2 ਅਪੀਲਾਂ ਪਾਈਆਂ ਸੀਗੀਆਂ, ਦੋਨੇ ਰਿਜੈਕਟ ਹੋ ਗਈਆਂ ਨੇ। ਉਹਨੂੰ ਅਗਾਊਂ ਜ਼ਮਾਨਤ ਨਹੀਂ ਮਿਲੀ ਹੈਗੀ, ਉਹਨੂੰ ਇੱਥੇ ਆਉਣਾ ਹੀ ਪਵੇਗਾ ਤਾਂ ਹੀ ਉਹਨੂੰ ਜ਼ਮਾਨਤ ਮਿਲੇਗੀ। ਹਾਂ, ਜੇ ਉਹ ਡਿਕਲੇਅਰ ਕਰ ਦਿੱਤਾ ਜਾਂਦਾ ਕਿ ਉਹਦੀ ਜ਼ਰੂਰਤ ਹੈ ਸਿੱਧੂ ਮੂਸੇਵਾਲੇ ਜਾਂ ਕਿਸੇ ਹੋਰ ਕਿਸੇ ਵਿੱਚ, ਇੰਟਰਪੋਲ ਨੂੰ ਜੇ ਕਿਹਾ ਜਾਂਦਾ ਹੈ, ਫਿਰ ਉਹਦੇ ਆਉਣ ਦੇ ਚਾਂਸਸ ਆ। ਨਹੀਂ, ਉਹ ਆਸਟ੍ਰੇਲੀਆ ਤੋਂ ਕਿਉਂ ਵਾਪਸ ਆਏਗਾ? ਉਹਦਾ ਤਾਂ ਪੱਕਾ ਪਤਾ ਆਸਟ੍ਰੇਲੀਆ ਦੇ ਵਿੱਚ ਹੈਗਾ। ਗੋਲਡੀ ਬਰਾੜਾ ਉਹਦੇ ਕੋਲ ਪਤਾ ਹੀ ਨਹੀਂ ਹੈ ਕਿਹਾ ਜਾਂਦਾ, ਕੈਨੇਡਾ ਦੇ ਵਿੱਚ ਪਤਾ ਨਹੀਂ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ, ਹੂ ਨੋਜ਼ ਕਿੱਥੇ। ਫਿਰ ਜਿਹੜੇ ਲੋਕੀ ਉੱਥੇ ਲੋੜੀਂਦੇ ਹੋਣਗੇ, ਜੇ ਸਰਕਾਰਾਂ ਦਾ ਰਾਜੀਨਾਮਾ ਹੋਇਆ ਵੀ ਅਸੀਂ ਆਪਸ ਵਿੱਚ ਐਕਸਚੇਂਜ ਕਰਾਂਗੇ, ਜੇ ਕਿਸੇ ਦੀ ਲੋੜ ਪੈਂਦੀ ਹੈਗੀ ਆ, ਉਸ ਦੇਸ਼ ਵਿੱਚ ਬੈਠੇ ਆ ਤਾਂ ਫਿਰ ਤਾਂ ਆ ਜਾਣਗੇ। ਜੇ ਉਹਨਾਂ ਦੇਸ਼ਾਂ 'ਚ ਬੈਠੇ ਆ ਜਿੱਥੇ ਸਰਕਾਰਾਂ ਦਾ ਰਾਜੀਨਾਮਾ ਨਹੀਂ ਹੋਇਆ ਵੀ ਆਪਾਂ ਕਿਸੇ ਦੇ ਕ੍ਰਿਮੀਨਲ ਹੈਗਾ, ਜੇ ਕਿਸੇ ਨੇ ਕ੍ਰਿਮੀਨਲ ਐਕਟ ਕੀਤਾ ਤਾਂ ਤੁਹਾਨੂੰ ਲੋੜੀਂਦਾ ਹੈਗਾ, ਉਹ ਤੁਹਾਡੇ ਕੋਲੇ ਨਹੀਂ ਆਏਗਾ, ਉਹ ਬਾਹਰ ਸੇਫ ਬੈਠੇ ਰਹਿਣਗੇ। ਹੁਣ ਜਿਹੜਾ ਇਹ ਸ਼ਗਨਪ੍ਰੀਤ ਹੈ, ਇਹਨੂੰ ਹਜੇ ਆਉਣ ਦੀ ਕੀ ਜ਼ਰੂਰਤ ਹੈ? ਉੱਥੇ ਸੇਫ ਬੈਠਾ ਕਿਉਂ ਆ ਰਿਹਾ? ਆਪਦੇ ਬਿਆਨ ਦੇ ਰਿਹਾ, ਬਿਆਨ ਦੇ ਕੇ ਉਹ ਥੋੜਾ ਬਹੁਤਾ ਸੌਫਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰਾ ਕੋਈ ਕਸੂਰ ਨਹੀਂ ਹੈਗਾ। ਇਹੀ ਗੱਲ ਪਹਿਲੇ ਦਿਨ, ਮੈਂ ਉਹਦਾ ਨਾਮ ਫਿਰ ਭੁੱਲ ਜਾਣਾ, ਜਿਹੜਾ ਸਿੰਗਰ ਸੀਗਾ ਪਹਿਲੇ ਦਿਨ, ਮਨਕੀਰਤ ਔਲਖ, ਉਹਨੇ ਵੀ ਇਸ ਚੀਜ਼ ਨੂੰ ਸੌਫਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਮੇਰਾ ਇਸ ਮਾਮਲੇ 'ਚ ਕੋਈ ਹੱਥ ਨਹੀਂ, ਮੇਰਾ ਨਾਮ ਲਿਆ ਜਾਣਾ। ਸ਼ਗਨਪ੍ਰੀਤ ਦਾ ਨਾਮ ਸੀਗਾ, ਸ਼ਗਨਪ੍ਰੀਤ ਦਾ ਹੁਣ ਇਹ ਬਿਆਨ ਆ ਗਿਆ ਹੈਗਾ। ਔਰ ਇਹ ਥੋੜੇ ਸੌਫਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸਿੱਧੂ ਮੂਸੇਵਾਲੇ ਦਾ ਜਿਹੜੇ ਪਹਿਲੇ ਦਿਨ ਅਸਰ ਸੀਗਾ ਲੋਕਾਂ ਦੇ ਉੱਤੇ ਵੀ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ, ਹੁਣ ਹੌਲੀ ਹੌਲੀ ਆਪਾਂ ਉਦੋਂ ਵੀ ਗੱਲ ਕੀਤੀ ਸੀ, ਆਪਾਂ ਕਹਿਣ ਤੋਂ ਜੱਕਦੇ ਸੀਗੇ, ਹੁਣ ਵੀ ਆਪਾਂ ਉਹਨਾਂ ਨਹੀਂ ਕਹਿੰਦੇ ਹੈਗੇ, ਪਰ ਹੌਲੀ ਹੌਲੀ ਜਿਵੇਂ ਹੁਣ ਇਹ ਕਹਿ ਰਿਹਾ ਸ਼ਗਨਪ੍ਰੀਤ ਤੇ 1.5 ਸਾਲ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਪਤਾ ਸੀਗਾ ਵੀ ਤੇਰੇ ਤੇ ਇਹ ਗੱਲ ਹੋਣੀ ਹੈ। ਸੋ देयर इज एन इन्वॉल्वमेंट, ਸਮਥਿੰਗ ਵਾਸ ਗੋਇੰਗ ਔਨ ਬਿਹਾਈਂਡ ਦਾ ਸੀਨਸ। ਕਈ ਵਾਰੀ ਐਦਾਂ ਵੀ ਹੁੰਦਾ ਸਰ ਕਿ ਜਿਵੇਂ ਇਸ ਵਕਤ ਗੈਂਗਵਾਰ ਸਿਸਟਮ ਚੱਲਦਾ ਪਿਆ, ਸੋ ਆਪਣੇ ਆਪ ਨੂੰ ਥੋੜਾ ਜਿਹਾ ਵਧਾਉਣ ਦੇ ਮਾਰੇ ਜਾਂ ਸੁਪਰ ਦਿਖਾਉਣ ਦੇ ਮਾਰੇ ਦੇ ਵਿੱਚ ਕਈ ਵਾਰੀ ਅਜਿਹੀਆਂ ਚੀਜ਼ਾਂ ਕਰਦੇ ਨੇ, ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਸਾਡੇ ਗੈਂਗ ਦਾ ਨਾਮ ਜਾਂ ਗਰੁੱਪ ਦਾ ਨਾਮ ਜਿਹੜਾ ਜ਼ਿਆਦਾ ਹਾਈਲਾਈਟ ਹੋਵੇ। ਸੋ ਇੱਕ ਦੂਜੇ ਨਾਲੋਂ ਜ਼ਿਆਦਾ ਪਾਵਰਫੁਲ ਦਿਖਾਉਣ ਦੇ ਲਈ ਵੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ ਗਿਆ? ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ਗਨਪ੍ਰੀਤ ਦੀ ਗੱਲ ਸਾਹਮਣੇ ਆਈ, ਉਹਨੇ ਕਿਹਾ ਕਿ ਅੱਜ ਤੱਕ ਜਿਸ ਤਰੀਕੇ ਨਾਲ ਕਹਿ ਰਿਹਾ ਮੈਨੇਜਰ ਰਿਹਾ ਮੈਂ ਉਸਦਾ ਅੱਜ ਤੱਕ ਕੋਈ ਵੀ ਸ਼ੋਅ ਜਿਹੜਾ ਆ ਉਹ ਜਿਹੜਾ ਨਾ ਤਾਂ ਪ੍ਰਮੋਟ ਕੀਤਾ, ਨਾ ਹੀ ਕੋਈ ਸ਼ੋਅ ਆਰਗੇਨਾਈਜ਼ ਕੀਤਾ ਆ। ਆਸਟ੍ਰੇਲੀਆ ਵਿੱਚ ਮੇਰੀ ਫੈਮਿਲੀ ਰਹਿੰਦੀ ਹੈ, ਮੇਰੇ ਕੋਲ ਪਹਿਲਾਂ ਦਾ ਉੱਥੋਂ ਦਾ ਵੀਜ਼ਾ, ਸੋ ਮੈਂ ਜਦੋਂ ਜਾਵਾਂ ਉੱਥੇ ਜਾ ਸਕਦਾ ਸੀ। ਕਹਿੰਦੇ ਕਿ 2 ਵਾਰ ਵੀ ਮੈਂ ਪਹਿਲਾਂ ਜਾ ਕੇ ਆ ਚੁੱਕੀ ਆ, ਆ ਤੀਸਰੀ ਵਾਰ ਮੈਂ ਗਿਆ ਸੀ ਜਿਹਦੇ ਵਿੱਚ ਜਾਣ ਵਿੱਚ ਵੀ ਮੇਰੇ ਪਿੱਛੇ ਸਿੱਧੂ ਮੂਸੇਵਾਲੇ ਦਾ ਕੋਈ ਹੱਥ ਨਹੀਂ ਸੀਗਾ, ਨਾ ਹੀ ਕਿਸੇ ਤਰੀਕੇ ਦੀ ਕੋਈ ਸਪੋਰਟ ਹੋਈ ਹੈ। ਤਰਨ ਗੱਲ ਹੈ ਕਿ ਉਹ ਜੇ 1.5 ਸਾਲ ਪਹਿਲਾਂ ਇਹ ਗੱਲਾਂ ਹੋਈਆਂ ਨੇ, ਇਹ ਘਟਨਾਵਾਂ ਵਾਪਰੀਆਂ ਨੇ, ਇਟ ਮੀਨਸ ਸਿੱਧੂ ਮੂਸੇਵਾਲੇ ਦੀ ਕਿਸੇ ਨਾ ਕਿਸੇ ਢੰਗ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਉਹਦੀ ਗੈਂਗਸ ਦੇ ਨਾਲ ਕੋਈ ਨਾ ਕੋਈ ਉਹਦੇ ਰਿਲੇਸ਼ਨ ਤਾਂ ਸੀਗੇ, ਮੰਨੋ ਜਾਂ ਨਾ ਮੰਨੋ। ਹੁਣ ਜਿਹੜਾ ਬੰਬੀਹਾ ਗਾਣਾ ਵੀ ਗਾਇਆ ਗਿਆ, ਉਹਦੇ ਵਿੱਚ ਵੀ ਇਹੋ ਜਿਹਾ ਕੁਛ ਆ। ਬਾਕੀ ਸਿੱਧੂ ਮੂਸੇਵਾਲੇ ਦੀਆਂ ਹੀ ਵਾਸ ਅ ਵੈਰੀ ਸੌਫਟ ਸਪੋਕਨ ਪਰਸਨ, ਪਰ ਉਹਦੀਆਂ ਕਈ ਸਟੇਟਮੈਂਟਸ ਹੈਗੀਆਂ ਨੇ, ਜੇ ਤੁਸੀਂ ਵੀਡੀਓਜ਼ ਤੇ ਜਾ ਕੇ ਦੇਖੋਗੇ, ਜਿਹਦੇ ਵਿੱਚ ਉਹਨੇ ਵੀ ਇਹ ਵੀ ਚੈਲੰਜ ਵੀ ਕੀਤਾ ਉਹਨੇ ਲੋਕਾਂ ਨੂੰ ਵੀ ਕੋਈ ਗੱਲ ਨਹੀਂ। ਇੱਕ ਉਹਦਾ ਗਾਣਾ ਮੈਂ ਹੁਣੇ ਸੁਣ ਕੇ ਹਟਿਆ, ਬਹੁਤਾ ਅੱਗੇ ਧਿਆਨ ਨਹੀਂ ਸੀ ਦੇਦਾ, ਮੁਕਾਬਲਾ, ਉਹ ਮੁਕਾਬਲੇ ਦੇ ਵਿੱਚ ਵੀ ਆਪਦੀਆਂ ਗੱਲਾਂ ਕਰਦਾ ਹੈਗਾ ਵੀ ਲੋਕੀ ਮੇਰੇ ਤੇ ਜੈਲਸ ਕਰਦੇ ਹੈਗੇ ਆ ਵੀ ਇਹ ਮੂਹਰੇ ਆ ਗਿਆ ਸਾਰਾ ਤੋਂ। ਉਹ ਜਦੋਂ ਤੁਸੀਂ ਜੇ ਕਿਸੇ ਨੂੰ ਟੌਂਚ ਕਰ ਰਹੇ ਹੋ ਨਾ, ਫਿਰ ਉਹਨੂੰ ਉਹ ਗੱਲ ਚੰਗੀ ਨਹੀਂ ਲੱਗਣੀ। ਮੈਂ ਹੁਣ ਤੱਕ ਉਹ ਗਾਣਾ ਸੁਣਿਆ ਸੀ, ਮੈਂ ਕਿਸੇ ਵਿਆਹ ਤੇ ਜਾ ਕੇ ਨਾ ਉੱਥੇ ਲਾਇਆ, ਕਹਿੰਦੇ ਮੂਸੇ ਵਾਲਾ, ਤੇ ਮੈਂ ਉਹ ਗਾਣਾ ਧਿਆਨ ਨਾਲ ਸੁਣਿਆ ਵੀ, ਫਿਰ ਉਹਦੇ ਚੋਂ ਗੱਲਾਂ ਵੀ ਇਹੋ ਜਿਹੀਆਂ ਕਰਦਾ ਵੀ ਉਹ ਬਈ ਪੋਕ ਕਰਨ ਦੀ ਕੋਸ਼ਿਸ਼ ਕਰਦਾ, ਤੁਹਾਡਾ ਦੈਟਸ ਰਾਈਟ, ਹਾਂ, ਪੋਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਔਰ ਇਹ ਗੱਲਾਂ ਫਿਰ ਅਲਟੀਮੇਟਲੀ ਇਕੱਠੀਆਂ ਹੁੰਦੀਆਂ ਨੇ, ਔਰ ਲਾਜ਼ਮੀ ਹੋ ਸਕਦਾ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ, ਸਿੱਧੂ ਮੂਸੇਵਾਲੇ ਦੀ ਕੋਈ ਨਾ ਕੋਈ ਇਨਵੋਲਵਮੈਂਟ ਡਾਇਰੈਕਟ ਔਰ ਇਨਡਾਇਰੈਕਟ ਜ਼ਰੂਰ ਸੀਗੀ, ਗੈਂਗਸ ਦੇ ਨਾਲ ਦੀ ਇਨਵੋਲਵਮੈਂਟ ਸੀਗੀ, ਜਿਹੜੀਆਂ ਕਿ ਹੌਲੀ ਹੌਲੀ ਉਹ ਗੱਲਾਂ ਹੌਲੀ ਹੌਲੀ ਬਾਹਰ ਆਉਂਦੀਆਂ। ਆ ਮੁਕਤਸਰ ਦੇ ਜਿਹੜੇ 2 ਬੰਦੇ ਨੇ, ਇਹਨਾਂ ਦਾ ਨਾਮ ਸਰ ਕਾਫੀ ਜ਼ਿਆਦਾ ਵਿੱਚ ਸ਼ਾਮਿਲ ਹੋ ਰਿਹਾ ਵਾ, ਕਿਉਂਕਿ ਸ਼ਗਨਪ੍ਰੀਤ ਨੇ ਜਦੋਂ ਗੱਲ ਕੀਤੀ, ਇਹਨੇ ਕਿਹਾ ਕਿ ਮੁਕਤਸਰ ਦੇ 2 ਬੰਦੇ ਸੀ ਜਿਹੜੇ ਲਾਈਵ ਜੈਕਟਸ ਦੇ ਕੇ ਗਏ ਸੀ, ਬੁਲਟ ਪ੍ਰੂਫ ਦੇ ਕੇ ਗਏ ਸੀ। ਉਸ ਤੋਂ ਪਹਿਲਾਂ ਵੀ ਜਦੋਂ ਗੱਲਬਾਤ ਹੋਈ ਸੀ, ਖੁਲਾਸਾ ਹੋਇਆ ਸੀ, ਉਦੋਂ ਵੀ ਇਹ ਖੁਲਾਸਾ ਜ਼ਰੂਰ ਹੋਇਆ ਸੀਗਾ ਕਿ ਮੁਕਤਸਰ ਦੇ 2 ਬੰਦੇ ਸੀ ਜਿਹੜੇ ਕਿ ਲਾਰੈਂਸ ਬਿਸ਼ਨੋਈ ਨਾਲ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਦੀ ਜਾਨ ਬਖਸ਼ ਦਿੱਤੀ ਜਾਵੇ, ਤੁਹਾਨੂੰ 2 ਕਰੋੜ ਰੁਪਇਆ ਦੇਣ ਨੂੰ ਤਿਆਰ ਹੈ। ਸੋ ਉਸ ਵੇਲੇ ਵੀ ਇਹ ਮੁਕਤਸਰ ਦੇ 2 ਬੰਦੇ ਸਾਹਮਣੇ ਆਏ ਸੀ। ਸੋ ਇਹ ਕੌਣ ਬੰਦੇ ਨੇ, ਇਹ ਕਿੰਨਾ ਦੇ ਬੰਨਿਓ ਇਹ ਗੱਲਬਾਤ ਕਰ ਰਹੇ ਸੀ, ਇਹ ਕਿਹੜੇ ਧੜੇ ਨਾਲ ਜੁੜੇ ਹੋਏ ਸੀ, ਤੇ ਸਿੱਧੂ ਮੂਸੇਵਾਲੇ ਤੇ ਦੋਵੇਂ ਗੈਂਗਸ ਨੂੰ ਇਹ ਕਿਸ ਤਰੀਕੇ ਨਾਲ ਜਾਣਦੇ ਨੇ? ਇਟ ਮੀਨਸ ਜਿਹੜੇ ਗੈਂਗਸਟਰਸ ਨੇ ਉਹ ਸਾਰੇ ਉਹ ਜਾਣਦੇ ਆ ਉਸ 2 ਬੰਦੇ ਕੌਣ।
ਉਹਨਾਂ ਕੋਲੇ ਹਰੇ ਨਾਂ ਹੈਗੇ ਜਿਹੜੇ ਹੁਣ ਤੱਕ ਫੜੇ ਗਏ ਨੇ, ਉਹਨਾਂ ਚੋਂ ਉਹ ਨਾਂ ਨਹੀਂ ਕਢਵਾਇਆ ਜਾ ਸਕਿਆ। ਇਹ ਕਿਉਂ ਨਹੀਂ ਕਢਵਾਇਆ ਜਾ ਸਕਦਾ? ਪੁਲਿਸ ਕਿਹੜੇ ਪਾਸੇ ਨੂੰ ਕੰਮ ਕਰ ਰਹੀ ਹੈ ਕਿ ਉਹ 2 ਬੰਦੇ ਇਗਨੋਰ ਹੀ ਕੀਤੇ ਗਏ ਨੇ? ਹੋ ਸਕਦਾ ਜਿਹੜੇ 2 ਬੰਦੇ ਆ ਉਹ ਉਹਨਾਂ ਕੋਲੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੋਈ ਜਿਨ੍ਹਾਂ ਨੂੰ ਕਿ ਅਜੇ ਤੱਕ ਫੜਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ, ਨਾ ਪੁਲਿਸ ਨੇ ਕਹਿੰਦੀ, ਕਿਉਂਕਿ ਉੱਥੇ ਪੁਲਿਸ ਪਹਿਲਾਂ ਆਈ ਅਸੀਂ ਫੜ ਲੈਣਾ ਜੀ। ਆਈ ਡੋਨਟ ਨੋ ਵਾਈ ਦੇ ਡੂ ਇਟ। ਉਹਨਾਂ ਦੇ ਉੱਤੇ ਕੁਝ ਨਹੀਂ ਕੀਤਾ ਗਿਆ, ਕਿਸੇ ਥਾਂ ਤੇ ਹੋਰ ਸ਼ਿਕੰਜਾ ਨਹੀਂ ਕੱਸਿਆ ਗਿਆ। ਹੁਣ ਜਿਹੜੇ ਫੜੇ ਹੋਏ ਲਾਰੈਂਸ ਬਿਸ਼ਨੋਈ ਦਾ ਹੁਣ ਰਿਮਾਂਡ ਹੋਰ ਵਧਾ ਲਿਆ ਗਿਆ, ਉਹ ਇਸ ਕੇਸ 'ਚ ਨਹੀਂ ਵਧਾਇਆ ਗਿਆ। ਉਹ ਪਹਿਲਾਂ ਜਿਹੜੇ ਕੇਸ 'ਚ ਫਸੇਗਾ ਉਸ ਮਾਮਲੇ 'ਚ ਰਿਮਾਂਡ ਵਧਾਇਆ ਹੈ, ਨਾ ਕਿ ਮੂਸੇ ਵਾਲੇ ਕਤਲ ਕੇਸ ਦੇ ਵਿੱਚ ਵਧਾਇਆ, ਪਰ ਹੈ ਪੁਲਿਸ ਦੇ ਕੋਲ ਹੀ ਹੈਗਾ। ਰਿਮਾਂਡ ਵਧ ਰਹੇ ਤੇ ਜਾ ਰਹੇ ਨੇ ਖਬਰਾਂ। ਪਤਾ ਨਹੀਂ ਜੀ, ਮੈਨੂੰ ਇਉਂ ਲੱਗਦਾ ਕਿ ਇਹ ਜਿਹੜਾ ਕੇਸ ਹੈਗਾ ਇਹ ਜ਼ਿਆਦਾ ਜਿਹੜੀਆਂ ਗੁੰਝਲਦਾਰ ਹੋਰ ਹੁੰਦਾ ਜਾ ਰਿਹਾ, ਔਰ ਜਿਹੜੀਆਂ ਉਹ ਗੱਠਾਂ ਨੇ ਹੋਰ ਪੀੜ੍ਹੀਆਂ ਹੁੰਦੀਆਂ ਜਾ ਰਹੀਆਂ ਨੇ, ਜਿਹੜੇ ਕਿ ਕਿਸੇ ਵੇਲੇ ਮੈਨੂੰ ਲੱਗਦਾ ਖੋਲ੍ਹਣੀਆਂ ਬੜੀ ਮੁਸ਼ਕਲ ਹੋ ਜਾਣਗੀਆਂ। ਜੀ ਬਿਲਕੁਲ। ਸੋ ਮੇਰੇ ਦਰਸ਼ਕ ਇਸ ਵਕਤ ਲਾਈਵ ਤਸਵੀਰਾਂ ਦੇਖ ਸਕਦੇ ਨੇ ਉਸ ਘਟਨਾਕ੍ਰਮ ਦੀਆਂ ਜਿਹੜਾ ਐਨਕਾਊਂਟਰ ਹੋਇਆ ਵਾ। ਸੋ ਉਸ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਵੇਲੇ ਐਨਕਾਊਂਟਰ ਹੋਇਆ, ਜਦੋਂ ਤਾਬੜਤੋੜ ਗੋਲੀਆਂ ਚੱਲ ਰਹੀਆਂ ਸੀ, ਤਾਂ ਘਰ ਦੀਆਂ ਕੰਧਾਂ ਦੇ ਵਿੱਚ ਜਦੋਂ ਗੋਲੀਆਂ ਲੱਗੀਆਂ ਕਿਸ ਤਰੀਕੇ ਨਾਲ ਧੂੰਆਂ ਉੱਡਦਾ ਹੋਇਆ ਦਿਖਾਈ ਦੇ ਸਕਦਾ ਹੈ। ਤੇ ਇਸ ਤੋਂ ਬਾਅਦ ਡੈੱਡ ਬੋਡੀਜ਼ ਵੀ ਜਿਹੜੀਆਂ ਉੱਥੇ ਪਈਆਂ ਨੇ, ਇਹ ਡੈੱਡ ਬੋਡੀਜ਼ ਇਸ ਤੋਂ ਬਾਅਦ ਜਿਹੜੀਆਂ ਨੇ ਅੱਗੇ ਜਾਂਚ ਲਈ ਭੇਜੀਆਂ ਜਾਣਗੀਆਂ, ਇਹਨਾਂ ਦਾ ਪੋਸਟਮਾਰਟਮ ਕੀਤਾ ਜਾਏਗਾ। ਤੇ ਨਾਲ ਜਿਹੜੇ ਜ਼ਖਮੀ ਪੁਲਿਸ ਮੁਲਾਜ਼ਮ ਸੀ ਇਸ ਮਾਮਲੇ ਦੇ ਵਿੱਚ, ਇਸ ਐਨਕਾਊਂਟਰ ਦੇ ਵਿੱਚ ਹੋਏ ਨੇ, ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਹੜੇ ਇਲਾਜ ਨੇ ਉੱਥੇ ਉਹ, ਹਾਲਾਂਕਿ ਸਾਰਿਆਂ ਦੀ ਜਿਹੜੀ ਆ ਹਾਲਤ ਤੁਹਾਨੂੰ ਦੱਸ ਦਈਏ ਖਤਰੇ ਤੋਂ ਬਾਹਰ ਹੈ, ਸਥਿਰ ਨੇ, ਸਾਰੇ ਵਧੀਆ ਸਥਿਤੀ ਦੇ ਵਿੱਚ ਹੈਗੇ ਨੇ। ਪਰ ਵੱਡੀ ਗੱਲ ਇੱਥੇ ਇਹ ਖਬਰ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਇਸ ਐਨਕਾਊਂਟਰ ਨੂੰ ਟਾਲਿਆ ਜਾ ਸਕਦਾ ਸੀ, ਕਿਉਂਕਿ ਬਹੁਤ ਚੀਜ਼ਾਂ ਨੇ ਜਿਹੜੀਆਂ ਅਜੇ ਪਤਾ ਲਗਾਉਣੀਆਂ ਬਾਕੀ ਨੇ, ਬਹੁਤ ਚੀਜ਼ਾਂ ਦੇ ਬਾਰੇ ਵਿੱਚ ਅਜੇ ਜਾਣਕਾਰੀ ਕੱਢਣੀ ਬਾਕੀ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜੇ ਤੱਕ ਇਸ ਕਤਲकांड ਵਿੱਚ ਵਰਤੇ ਜਾਣ ਵਾਲੇ ਹਥਿਆਰ ਬਰਾਮਦ ਨਹੀਂ ਹੋਏ। AK-47 ਦਾ ਗੱਲ ਕੀਤੀ ਜਾ ਰਹੀ ਸੀ। ਹੁਣ ਇਹ ਵੀ ਦੇਖਣਾ ਹੋਏਗਾ ਕਿ ਜਿਹੜੇ ਹਥਿਆਰਾਂ ਦੇ ਨਾਲ ਇਹ ਪੁਲਿਸ ਦੇ ਉੱਤੇ ਫਾਇਰਿੰਗ ਕਰ ਰਹੇ ਸੀ ਇਸ ਵਕਤ ਇਸ ਐਨਕਾਊਂਟਰ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਲਈ, ਤਾਂ ਕੀ ਇਹ ਉਹੀ AK-47 ਹੈ ਜਿਸ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ? ਸੋ ਫੋਰੈਂਸਿਕ ਜਾਂਚ ਇਹਦੀ ਸ਼ੁਰੂ ਹੋ ਚੁੱਕੀ ਹੈ। ਸੋ ਇਹਦੇ ਬਾਰੇ ਵਿੱਚ ਜਿਵੇਂ ਕੋਈ ਜਾਣਕਾਰੀ ਮਿਲਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਇੱਕ ਘਟਨਾ ਸਥਾਨ ਦੀਆਂ ਲਾਈਵ ਤਸਵੀਰਾਂ ਨੇ, ਕਹਿੰਦੇ ਪਿੰਡ ਨੂੰ ਪੂਰਾ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ। ਪੁਲਿਸ ਫੋਰਸ ਜਿਹੜੀ ਆ ਚੁੱਕੀ ਸੀ, ਆਲੇ ਦੁਆਲੇ ਪਿੰਡਾਂ ਨੂੰ ਵੀ ਘੇਰਾ ਪਾ ਲਿਆ ਗਿਆ ਸੀ। ਪੁਲਿਸ ਨੂੰ ਇਸ ਬਾਰੇ ਵਿੱਚ ਪਹਿਲਾਂ ਜਾਣਕਾਰੀ ਨਹੀਂ ਸੀ ਕਿ ਕਿੰਨੇ ਲੋਕ ਇਹਦੇ ਵਿੱਚ ਛੁਪੇ ਹੋਏ ਨੇ, ਪਰ ਇੱਕ ਸੂਹ ਦੇ ਆਧਾਰ ਤੇ ਕਹਿੰਦੇ ਇਹ ਪੂਰੀ ਕਾਰਵਾਈ ਕੀਤੀ ਗਈ ਹੈ। ਸੂਹ ਮਿਲੀ ਸੀ ਉਹਨਾਂ ਨੂੰ ਕਿ ਇੱਥੇ ਜਿਹੜੇ 2 ਗੈਂਗਸਟਰ ਛੁਪੇ ਹੋਏ ਨੇ। ਇਸ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਗਈ, ਹੋਰ ਪੁਲਿਸ ਫੋਰਸ ਮੰਗਾਈ ਗਈ ਤੇ 4 ਤੋਂ ਲੈ ਕੇ 5 ਘੰਟੇ ਤੱਕ ਲਗਾਤਾਰ ਇਹ ਮੁਕਾਬਲਾ ਚੱਲਿਆ। ਪਹਿਲਾ ਗੈਂਗਸਟਰ ਜਿਹੜਾ ਕੁਝ ਸਮੇਂ ਵਿੱਚ ਹੀ ਉੱਥੇ ਢੇਰ ਹੋ ਗਿਆ ਸੀ ਤੇ ਦੂਸਰੇ ਗੈਂਗਸਟਰ ਨੇ ਘੱਟੋ ਘੱਟ 4 ਘੰਟੇ ਤੱਕ ਮੁਕਾਬਲਾ ਕੀਤਾ। ਇਸ ਮਾਮਲੇ ਦੇ ਵਿੱਚ ਸਿਰਫ 2 ਕਿਹਾ ਜਾ ਰਿਹਾ ਕਿ ਉੱਥੇ ਪਿਸਤੌਲਾਂ ਸੀ, ਇੱਕ ਸੀਗੀ 0.3 mm ਤੇ ਦੂਸਰੀ ਸੀ AK-47, ਜਿਸ ਨਾਲ ਪੁਲਿਸ ਦਾ ਮੁਕਾਬਲਾ ਕੀਤਾ ਜਾ ਰਿਹਾ ਸੀਗਾ। ਤੇ ਪੁਲਿਸ ਐਡੀ ਵੱਡੀ ਗਿਣਤੀ ਵਿੱਚ ਉੱਥੇ ਮੌਜੂਦ ਸੀ ਤੇ 4 ਘੰਟੇ ਤੱਕ ਚੱਲਿਆ ਐਨਕਾਊਂਟਰ ਵਿੱਚ ਫਾਈਨਲੀ ਇਹਨਾਂ ਨੂੰ ਢੇਰ ਕਰ ਦਿੱਤਾ ਗਿਆ। ਤੁਹਾਨੂੰ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਮੈਂ ਮਾੜੀ ਸਾਂਝੀ ਕਰਾਂ। ਇੰਗਲੈਂਡ ਵਾਸਤੇ ਜੀ ਉੱਥੋਂ ਦੀ ਇਹ ਖਬਰ ਹੈ ਜੀ, ਜਿਹੜਾ ਲੀਡਰਸ਼ਿਪ ਦੀ ਰੇਸ ਹੈ ਕੰਜ਼ਰਵੇਟਿਵ ਪਾਰਟੀ ਦੀ, ਬੋਰਿਸ ਜੌਨਸਨ ਨੂੰ ਬਦਲਣ ਵਾਸਤੇ ਰਿਸ਼ੀ ਸੁਨਾਕ ਤੇ ਟਰਸ 2 ਰਹਿ ਗਏ ਨੇ ਜੀ। ਰਿਸ਼ੀ ਸੁਨਾਕ ਨੂੰ 137 ਵੋਟਾਂ ਮਿਲੀਆਂ ਨੇ, ਟਰਸ ਨੂੰ 113 ਵੋਟਾਂ ਮਿਲੀਆਂ ਨੇ। ਇਹਨਾਂ 'ਚ ਮੁਕਾਬਲਾ ਹੁੰਦਾ, ਜੇ 5 ਜਾਂ 6 ਹੋਣਗੇ ਤੇ ਉਹ 'ਚੋਂ ਐਲੀਮੀਨੇਸ਼ਨ ਹੁੰਦੀ ਹੈ ਲੀਡਰਸ ਦੀ। ਜਿਹੜਾ ਲੀਡਰ ਹੈ ਬਣਨਾ ਚਾਹੁੰਦਾ ਉਹ ਮੈਂਬਰ ਪਾਰਲੀਮੈਂਟ ਹੋਣਾ ਬਹੁਤ ਜ਼ਰੂਰੀ ਹੈ। ਹੁਣ 2 ਦਾ ਮੁਕਾਬਲਾ ਜੀ, ਜਿਹੜੀ 5 ਸਤੰਬਰ ਨੂੰ ਪ੍ਰਾਈਮ ਮਿਨਿਸਟਰ ਬਣੇਗਾ ਬ੍ਰਿਟਨ ਦਾ, ਉਹਦੇ ਬਹੁਤ ਵੱਡੇ ਚਾਂਸਸ ਹੈ ਕਿ ਸ਼ਾਇਦ ਰਿਸ਼ੀ ਸੁਨਾਕ ਅਗਲੇ ਪ੍ਰਾਈਮ ਮਿਨਿਸਟਰ ਹੋਣਗੇ, ਪਰ ਪੱਕਾ ਨਹੀਂ ਹੈ। ਸ਼ਾਇਦ ਟਰਸ ਜਾਂ ਸੁਨਾਕ 2 ਰਹਿ ਗਏ ਨੇ, ਉਹਨਾਂ ਵਿੱਚੋਂ ਕੋਈ ਵੀ ਹੁਣ ਪ੍ਰਾਈਮ ਮਿਨਿਸਟਰ ਬਣ ਸਕਦਾ। 6 ਸਤੰਬਰ ਨੂੰ ਚੋਣ ਹੋਣੀ ਹੈ। ਕਾਲਰ ਲੈ ਲਾਂਗੇ ਅਸੀਂ ਪਹਿਲਾਂ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਕਹਿਣਾ? ਇਹ ਜ਼ੂਥ ਇੰਨਾ ਕਿਉਂ ਗਾਣਿਆਂ ਦੇ ਮਗਰ ਲੱਗਦੀ ਹੈ? ਇਹ ਗਾਣਿਆਂ ਦੇ ਵਿੱਚ ਹੈ ਕੀ ਹੈ? ਕੁਛ ਨਹੀਂ, ਨੀਕਰਾਂ ਲੁੱਕਾ ਪਾ ਕੇ ਕੁੜੀਆਂ ਨੱਚੀ ਜਾਂਦੀਆਂ ਨੇ, ਨਚਾਈ ਜਾਂਦੇ ਨੇ, ਇਹਨਾਂ ਨੂੰ ਕੋਈ ਉਹ ਨਹੀਂ ਹੈਗਾ। ਪਤਾ ਨਹੀਂ, ਸਮਝ ਨਹੀਂ ਆਉਂਦੀ ਬੱਚਿਆਂ ਨੂੰ, ਬੱਚੇ ਕਿਉਂ ਇੰਨਾ ਮਗਰ ਲੱਗਦੇ ਨੇ ਇਹਨਾਂ ਦੇ। ਤੁਹਾਨੂੰ ਲੱਗਦਾ ਵੀ ਗਾਣੇ ਜਿਹੜੇ ਆ ਸਮਾਜ ਨੂੰ ਖਰਾਬ ਕਰ ਰਹੇ ਨੇ? ਨਹੀਂ, ਹਾਂਜੀ ਵਾਕਈ ਕਰਦੇ ਨੇ ਜੀ। ਇਹਨਾਂ ਦਾ ਕੋਈ ਹੋਰ ਐਵੇਂ ਨਹੀਂ ਰਿਹਾ ਹੈਗਾ, ਕੋਈ ਗੁਰਬਾਣੀ ਪੜ੍ਹ ਲਓ, ਕੋਈ ਸ਼ਬਦ ਪੜ੍ਹ ਲਓ, ਕੋਈ ਕੁਛ ਹੋਰ ਸਿੱਖ ਲਓ, ਉੱਥੇ ਜਾਂਦੇ ਨਹੀਂ ਬੱਚੇ, ਇਹਨਾਂ ਦੇ ਮਗਰ ਬਥੇਰੇ ਭੇਡਾਂ ਨੂੰ ਤੁਰੇ ਜਾਂਦੇ। ਉਸ ਪਾਸੇ ਨੂੰ ਵੀ ਬਹੁਤ ਬੱਚੇ ਲੱਗੇ ਹੋਏ ਨੇ ਜੀ। ਮੈਂ ਬਹੁਤ ਬੱਚਿਆਂ ਨੂੰ ਜਾਣਦਾ ਜਿਹੜੀ ਗੱਲ ਤੁਸੀਂ ਕਰਦੇ ਹੋ। ਹਾਂ, ਮੈਜੋਰਟੀ ਜਿਹੜੀ ਹੈਗੀ ਆ ਉਹ ਦੂਸਰੇ ਪਾਸੇ ਆ। ਜਦੋਂ ਪਾਰਟੀਆਂ ਵਗੈਰਾ ਤੇ ਜਾਂਦੇ ਆ, ਫਿਰ ਪਾਰਟੀ ਤੇ ਉਹੋ ਜਿਹੇ ਗਾਣੇ ਲੱਗਦੇ ਹੈਗੇ ਨੇ, ਫਿਰ ਸਾਰੇ ਉੱਤੇ ਉਹੋ ਜਿਹਾ ਡਾਂਸ ਕਰਦੇ ਹੈਗੇ ਨੇ ਜੀ। ਵਿੱਚ ਬਹੁਤ ਗਾਣੇ ਅੱਜ ਕੱਲ੍ਹ ਐਸੇ ਆ ਗਏ ਨੇ ਜਿਹੜੇ ਕਿ ਬੜੇ ਅਗਰੈਸਿਵ ਗਾਣੇ ਨੇ, ਜਿਨ੍ਹਾਂ ਉੱਤੇ ਬਹੁਤ ਅਗਰੈਸਿਵਲੀ ਗਾਇਆ ਜਾਂਦਾ, ਡਾਂਸ ਕੀਤਾ ਜਾਂਦਾ। ਇਹਦੇ ਵਿੱਚ ਕੁਛ ਨਾ ਕੁਛ ਸਾਨੂੰ ਐਜ਼ ਅ ਸੋਸਾਇਟੀ ਜ਼ਰੂਰ ਸੋਚਣਾ ਪਵੇਗਾ ਕਿ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਜੀ। ਜੀ ਥੈਂਕ ਯੂ ਸੋ ਮਚ ਜੀ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ। ਸੋ ਇਹਨਾਂ ਨੇ ਜਿਵੇਂ ਗਾਣਿਆਂ ਦੀ ਗੱਲ ਕੀਤੀ ਹੈ, ਤੁਹਾਨੂੰ ਦੱਸ ਦਈਏ ਕਿ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਸ ਮਾਮਲੇ ਦੇ ਵਿੱਚ ਟਵੀਟ ਜਿਹੜਾ ਹੈ ਸਾਹਮਣੇ ਆ ਚੁੱਕਿਆ। ਸੋ ਅਸੀਂ ਤੁਹਾਨੂੰ ਉਹ ਟਵੀਟ ਵੀ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਕਿ ਉਹਨਾਂ ਨੇ ਕੀ ਕਿਹਾ ਇਸ ਮਾਮਲੇ ਦੇ ਵਿੱਚ। ਸੋ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਜੋ ਲਗਾਤਾਰ ਗੱਲ ਸਾਹਮਣੇ ਆ ਰਹੀ ਹੈ, ਜਿਸ ਵੇਲੇ ਇਹ ਘਟਨਾਕ੍ਰਮ ਹੋਇਆ ਸੀ, ਇਹ 29 ਮਈ ਤੋਂ ਲੈ ਕੇ ਹੁਣ ਤੱਕ ਭਗਵੰਤ ਮਾਨ ਸਰਕਾਰ ਦੇ ਉੱਤੇ ਵੀ ਕਾਫੀ ਦੋਸ਼ ਲੱਗ ਰਹੇ ਸੀ। ਉਸ ਵਕਤ ਕਿਹਾ ਜਾ ਰਿਹਾ ਸੀ ਕਿ ਸਰਕਾਰ ਨੇ ਸੁਰੱਖਿਆ ਵਾਪਸ ਲਈ ਹੈ। ਉਤੋਂ ਦੀ ਇਹਦਾ ਐਲਾਨ ਜਿਹੜਾ ਜਨਤਕ ਕਰ ਦਿੱਤਾ ਗਿਆ, ਇਸ ਗੱਲ ਨੂੰ ਜਨਤਕ ਕਰ ਦਿੱਤਾ ਗਿਆ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ, ਜਿਸ ਦੇ ਚੱਲਦਿਆਂ ਇਹ ਕਤਲ ਹੋਇਆ। ਉਸ ਵੇਲੇ ਮਾਨ ਸਰਕਾਰ ਦੇ ਖਿਲਾਫ ਕਾਫੀ ਪ੍ਰਦਰਸ਼ਨ ਹੋ ਰਹੇ ਸੀ, ਕਾਫੀ ਰੋਹ ਦਿਖਾਇਆ ਜਾ ਰਿਹਾ ਸੀ। ਸੋ ਉਸ ਤੋਂ ਲੈ ਕੇ ਹੁਣ ਤੱਕ ਮਾਨ ਸਰਕਾਰ ਦਾ ਵੀ ਲਗਾਤਾਰ ਪ੍ਰੈਸ਼ਰ ਬਣਿਆ ਹੋਇਆ ਸੀ, ਕਿਉਂਕਿ ਵੱਡਾ ਯੂਥ ਇਸ ਵਕਤ ਉਹਨਾਂ ਨੂੰ ਫੋਲੋ ਕਰ ਰਿਹਾ ਸੀ ਤੇ ਇਕੱਲਾ ਯੂਥ ਹੀ ਨਹੀਂ, ਦੇਸ਼ਾਂ ਵਿਦੇਸ਼ਾਂ ਤੋਂ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਸੀ। ਪੰਜਾਬ ਦੀ ਅਮਨ ਸਥਿਤੀ ਦੀ, ਕਾਨੂੰਨ ਦੀ ਗੱਲ ਕੀਤੀ ਜਾ ਰਹੀ ਸੀ ਜਿਸ ਵੇਲੇ। ਸੋ ਪੰਜਾਬ ਸਰਕਾਰ ਤੇ ਪੂਰਾ ਪ੍ਰੈਸ਼ਰ ਸੀ, ਭਗਵੰਤ ਮਾਨ ਸਰਕਾਰ ਤੇ ਪ੍ਰੈਸ਼ਰ ਸੀ, ਕੇਜਰੀਵਾਲ ਦੇ ਉੱਤੇ ਪੂਰਾ ਪ੍ਰੈਸ਼ਰ ਸੀ। ਸੋ ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਸਫਲਤਾ ਇੱਥੇ ਲੱਗਦੀ ਹੋਈ ਹੱਥ ਸਾਹਮਣੇ ਆ ਰਹੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਮਾਨ ਸਰਕਾਰ ਵੀ ਇਸ ਦੇ ਵਿੱਚ ਥੋੜਾ ਜਿਹਾ ਰਿਲੀਫ ਜ਼ਰੂਰ ਫੀਲ ਕਰ ਰਹੀ ਹੈ। ਲੋਕਾਂ ਦਾ ਉਹਨਾਂ ਨੂੰ ਲੈ ਕੇ ਥੋੜਾ ਜਿਹਾ ਗੁੱਸਾ ਘਟਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਸੰਗਰੂਰ ਇਲੈਕਸ਼ਨਸ ਇਸ ਦਾ ਜਿਹੜਾ ਰਿਜ਼ਲਟ ਦੇਖਣ ਨੂੰ ਜ਼ਰੂਰ ਮਿਲਿਆ ਸੀ, ਲੋਕਾਂ ਨੇ ਗੁੱਸੇ ਵਿੱਚ ਆ ਕੇ VOTING ਬਹੁਤ ਘੱਟ ਹੋਈ ਹੈ ਤੇ ਜਿਹੜਾ ਆ ਉੱਥੇ ਸਿਮਰਨਜੀਤ ਮਾਨ ਨੂੰ ਜਿਹੜਾ ਉੱਥੇ ਜਿੱਤ ਦਿਲਾਈ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਭਗਵੰਤ ਮਾਨ ਦਾ ਜੋ ਟਵੀਟ ਆਇਆ ਕਿ ਮੇਰੀ ਸਰਕਾਰ ਵੱਲੋਂ ਗੈਂਗਸਟਰ ਕਲਚਰ ਅਤੇ ਸਮਾਜ ਵਿਰੋਧੀ ਅੰਸਰਾਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫਲਤਾ ਲਈ ਵਧਾਈ। ਪੰਜਾਬ ਦੀ ਸ਼ਾਂਤੀ ਅਤੇ ਭਾਈਵਾਲਤਾ ਦੀ ਉਹਨਾਂ ਨੇ ਕਿਹਾ ਕਿ ਮੈਂ ਕਾਮਨਾ ਕਰਦਾ ਹਾਂ ਤੇ ਅੱਗੇ ਤੋਂ ਵੀ ਇਹ ਜਿਹੜਾ ਹੈ ਕੰਮ ਜਾਰੀ ਰਹੇਗਾ। ਸੋ ਪੰਜਾਬ ਦੀ ਸ਼ਾਂਤੀ ਦੀ ਗੱਲ ਕੀਤੀ ਹੈ ਤੇ ਨਾਲ ਦੀ ਨਾਲ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਹੈ। ਗੱਲ ਕਰਾਂਗੇ, ਪਹਿਲਾਂ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤਰਨ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਜੀ ਜਿਹੜੇ ਹੈਗੇ ਮੁੰਡੇ ਦੀ ਮਾਂ ਆਈ ਸੀ ਨਾ ਇੰਟਰਵਿਊ ਲਈ, ਹਾਂਜੀ, ਇਹ ਇੰਟਰਵਿਊ ਪਹਿਲਾਂ ਵੀ ਇਹਦੀ ਮਾਂ ਦੀ ਆਈ ਸੀ ਵੀ ਜੇ ਮੇਰੇ ਮੁੰਡੇ ਦਾ ਕਸੂਰ ਆ, ਉਹ ਘਰੋਂ ਕੱਢਿਆ ਹੋਇਆ ਤਾਂ ਉਹਦੇ ਨਾਲ ਉਹੋ ਜਿਹਾ ਸਲੂਕ ਕੀਤਾ ਜਾਵੇ ਜਿਸ ਜਾ ਉਹਨੇ ਜੇ ਉਹ ਇਹਦੇ ਵਿੱਚ ਇਨਵੋਲਵ ਆ। ਜੇ ਇਨਵੋਲਵ ਸੀਗਾ ਤਾਂ ਹੀ ਘਰੋਂ ਕੱਢਿਆ ਸੀ ਉਹਨਾਂ ਨੇ। ਹਾਂਜੀ, ਕਸੂਰਵਾਰ ਤਾਂ ਹੈਗੇ ਨੇ, ਪਰ ਇਹਨਾਂ ਨੂੰ ਸਾਫ਼ ਕਰਨਾ ਚਾਹੀਦਾ। ਜਦੋਂ ਇਹਨਾਂ ਦਾ ਮੁੰਡਾ ਹੀ ਕਸੂਰਵਾਰ ਸੀ, ਸਾਰੇ ਪ੍ਰੂਫ ਪੁਲਿਸ ਨੇ ਇਹਨਾਂ ਨੂੰ ਦੇ ਦੇਣੇ ਆ ਜਾਂ ਦਿੱਤੇ ਨੇ। ਸਹੀ ਗੱਲ ਹੈ, ਕਸੂਰਵਾਰ ਤਾਂ ਸੀਗੇ ਜੀ। ਜੀ ਬਿਲਕੁਲ, ਕੋਈ ਐਸਾ ਕਾਰਨ ਜ਼ਰੂਰ ਹੋਏਗਾ ਤਾਂ ਹੀ ਉਹਦੇ ਕੋਈ ਚਿਹਰੇ ਤੇ ਸ਼ਿਕਨ ਨਹੀਂ ਹੈ, ਕੁਝ ਦਿਸ ਨਹੀਂ ਰਿਹਾ, ਕੋਈ ਅਫਸੋਸ ਨਹੀਂ ਉਹਦੇ ਦਿਸ ਰਿਹਾ ਹੈਗਾ ਘਰ ਦੇ ਵਿੱਚ, ਨਹੀਂ ਤਾਂ ਬੜਾ ਮੁਸ਼ਕਲ ਹੋ ਜਾਂਦਾ। ਬਿਲਕੁਲ ਤਾਂ ਸੀਗਾ ਉਹ, ਫਿਰ ਇਸ ਗੱਲ ਦਾ ਅਫਸੋਸ ਤਾਂ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ। ਬਿਲਕੁਲ ਜੀ, ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਸਰ, ਭਗਵੰਤ ਮਾਨ ਦਾ ਟਵੀਟ ਸਾਹਮਣੇ ਆਇਆ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਵਿੱਚ? ਸਰ ਦੇਖੋ, ਸਰਕਾਰਾਂ ਨੇ ਹਰ ਚੀਜ਼ ਦਾ ਸਿਰਾ ਆਪਦੇ ਸਿਰ ਲੈਣਾ ਹੁੰਦਾ ਹੈਗਾ, ਇਹ ਕਿਉਂਕਿ ਭਗਵੰਤ ਮਾਨ ਸਰਕਾਰ ਤੇ ਬੜਾ ਪ੍ਰੈਸ਼ਰ ਸੀਗਾ ਕਿ ਗੈਂਗਵਾਰ ਚੱਲ ਰਹੀ ਆ, ਗੈਂਗ ਕਿਸੇ ਨੂੰ ਫੜਿਆ ਨਹੀਂ ਜਾ ਰਿਹਾ, ਕੁਝ ਹੋਰ ਨਹੀਂ ਕੀਤਾ ਜਾ ਰਿਹਾ। ਭਗਵੰਤ ਮਾਨ ਸਰਕਾਰ ਨੇ ਵਧਾਈ ਹੋਈ ਦੇਣੀ ਹੈ ਇਸ ਮਾਮਲੇ 'ਚ। ਭਗਵੰਤ ਮਾਨ ਸਰਕਾਰ ਇਹ ਕਹਿ ਨਹੀਂ ਸਕਦੀ ਕਿ ਪੁਲਿਸ ਨੇ ਮਾੜਾ ਕੰਮ ਕੀਤਾ ਹੈਗਾ। ਗੈਂਗਸਟਰਾਂ ਦੀ ਮੌਤ ਹੋਈ ਹੈ, ਮੁਕਾਬਲੇ ਵਿੱਚ ਮੌਤ ਹੋਈ ਹੈਗੀ, ਅਗਲਾ ਮੁਕਾਬਲਾ ਕਰ ਰਿਹਾ ਸੀ, ਜੋ ਕੁਝ ਸਟੋਰੀ ਹੁਣ ਤੱਕ ਬਾਹਰ ਆਈ ਹੈਗੀ ਹੈ ਉਹਦੇ ਵਿੱਚ ਨੈਚੁਰਲੀ ਆ ਜੇ ਲੀਡਰ ਹੈ, ਲੀਡਰ ਦਾ ਫਰਜ਼ ਬਣਦਾ ਕਿ ਆਪਦੀਆਂ ਫੋਰਸਿਸ ਨੂੰ ਹੋਰ ਕਾਇਮ ਕਰਨ ਵਾਸਤੇ ਵਧਾਈ ਦੇਣੀ ਹੁੰਦੀ ਹੈ, ਔਰ ਲੋਕਾਂ ਦਾ ਧਿਆਨ ਜਿਹੜਾ ਉਹਨਾਂ ਸਰਕਾਰ ਦੇ ਉੱਤੇ ਅਟੈਕਸ ਹੋ ਰਹੇ ਨੇ ਉਹ ਹਟਾਉਣ ਵਾਸਤੇ ਵੀ ਇਹਦਾ ਬਿਆਨ ਦਾ ਆਉਣਾ ਬਹੁਤ ਜ਼ਰੂਰੀ ਸੀਗਾ। ਜੀ ਬਿਲਕੁਲ। ਸੋ ਤੁਹਾਨੂੰ ਦੱਸਦੀ ਥੋੜਾ ਜਿਹਾ ਘਟਨਾਕ੍ਰਮ ਦੱਸਦੀ ਕਿ ਕਿਸ ਤਰੀਕੇ ਨਾਲ ਹੋਇਆ। ਕਿਹਾ ਜਾ ਰਿਹਾ ਕਿ ਸਰ ਜੋ ਸੂਤਰਾਂ ਤੋਂ ਇਸ ਵਕਤ ਜਾਣਕਾਰੀ ਮਿਲੀ ਆ, ਸੋ ਉਹਨਾਂ ਦਾ ਇਹ ਕਹਿਣਾ ਹੈ, ਕਹਿੰਦੇ ਕਿ ਇਹ ਗੈਂਗਸਟਰ ਜਿਹੜੇ ਨੇ ਇੱਕ ਥਾਰ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਉਸ ਵੇਲੇ ਕਹਿੰਦੇ ਪੁਲਿਸ ਨੂੰ ਇਹਨਾਂ ਦੀ ਜਦੋਂ ਸੂਲ ਲੱਗੀ, ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ। ਉਸ ਵੇਲੇ ਇਹਨਾਂ ਨੇ ਉੱਥੇ ਖਾਲੀ ਪਏ ਘਰ ਨੂੰ ਆਪਣਾ ਜਿਹੜਾ ਠਿਕਾਣਾ ਬਣਾਇਆ ਤੇ ਉਸ ਘਰ ਦੇ ਵਿੱਚ ਦਾਖਲ ਹੋ ਗਏ। ਉਸ ਤੋਂ ਬਾਅਦ ਪੁਲਿਸ ਬਾਕੀ ਬੈਕਅਪ ਲਈ ਕਾਲ ਕਰਦੀ ਹੈ ਤਾਂ ਪੂਰੇ ਘਰ ਨੂੰ ਜਿਹੜਾ ਆਲੇ ਦੁਆਲੇ ਸੀਲ ਕਰ ਲਿਆ ਜਾਂਦਾ। ਇੰਨੇ ਕੁ ਆਧੁਨਿਕ ਹਥਿਆਰ ਉਸ ਵਕਤ ਥਾਰ ਗੱਡੀ ਵਿੱਚ ਲੈ ਕੇ ਘੁੰਮ ਰਹੇ ਸੀ ਕਿ ਕਿਸੇ ਵੀ ਵੱਡੀ ਘਟਨਾ ਨੂੰ ਇਹ ਅੰਜਾਮ ਦੇ ਸਕਦੇ ਸੀਗੇ। ਕੀ ਇਹਨਾਂ ਦਾ ਕੋਈ ਹੋਰ ਟਾਰਗੇਟ ਸੀ? ਇੰਨੇ ਹਥਿਆਰ ਥਾਰ ਵਿੱਚ ਨਾਲ ਲੈ ਕੇ AK-47 ਤੇ ਇੰਨਾ ਅਸਲਾ ਲੈ ਕੇ ਘੁੰਮ ਰਹੇ ਸੀਗੇ, ਕੀ ਇਹਨਾਂ ਦਾ ਅਗਲਾ ਟਾਰਗੇਟ ਸੀ ਕੋਈ? ਕਹਿੰਦੇ ਕਿ ਉੱਥੇ ਘਰ ਖਾਲੀ ਪਿਆ ਸੀ, ਉਸ ਘਰ ਦੇ ਵਿੱਚ ਵੜ ਗਏ, ਜਿਸ ਤੋਂ ਬਾਅਦ ਲਗਾਤਾਰ 4 ਘੰਟੇ ਤੱਕ ਇਹਨਾਂ ਨੇ ਪੁਲਿਸ ਦੇ ਨਾਲ ਮੁਕਾਬਲਾ ਕੀਤਾ। ਤਰਨ ਕਮਾਲ ਦੀ ਗੱਲ ਹੈ ਕਿ ਇੰਨਾ ਅਸਲਾ ਖੁੱਲਾ ਲਈ ਫਿਰਨਾ, ਜਿੱਥੇ ਇਹ ਪੰਜਾਬ ਦੀ ਲਾਅ ਐਂਡ ਆਰਡਰ ਦੀ ਹਾਲਤ ਪਤਲੀ ਹੈ। ਕੱਲੀ ਪੰਜਾਬ ਦੀ ਨਹੀਂ, ਮੈਂ ਸਾਰੇ ਦੇਸ਼ ਦੀ ਵੀ ਕਹਿਣਾ, ਬਾਕੀ ਦੇਸ਼ ਦੇ ਵਿੱਚ ਵੀ ਲੋਕੀ ਇਵੇਂ ਤੁਰੇ ਫਿਰਦੇ ਹੈਗੇ। ਨਜਾਇਜ਼ ਹਥਿਆਰ ਇੰਨਾ ਜ਼ਿਆਦਾ ਹੋ ਚੁੱਕਿਆ ਉਸ ਦੇਸ਼ ਦੇ ਵਿੱਚ ਕਿ ਪਤਾ ਨਹੀਂ ਇਹ ਲੋਕਾਂ ਨੂੰ ਕਿਹੜੇ ਪਾਸਿਓਂ ਆ ਰਿਹਾ, ਔਰ ਗੁੱਸਾ ਲੋਕਾਂ 'ਚ ਬਹੁਤ ਵਧਿਆ ਹੋਇਆ ਨੈਚੁਰਲੀ ਹੋਣਾ, ਕਿਉਂਕਿ ਹਰ ਰੋਜ਼ ਘਟਨਾਵਾਂ ਵਾਪਰਦੀਆਂ ਨੇ। ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਹੋਰ ਰੋਹ ਬਾਹਰ ਨੂੰ ਆਇਆ ਹੈਗਾ। ਸਰਕਾਰਾਂ ਨੂੰ ਇਸ ਦੇ ਉੱਤੇ ਜ਼ਰੂਰ
कसना पेगा। खबरां हुंदियां ने, ऐसी गल नहीं है, सरकारां कोले सब कुछ पता हुंदा किहड़ा कित्थे हैगा। इस गल ते जे सरकारां अनजान बनदियां ने वो ठीक गल नहीं है, चाहे तो पहलियां सरकारां सीगियां चाहे करंट गवर्नमेंट हैगी है। पता जरूर हुंदा है फड़ना किवें है, सारिआं नूं लैना किवें है। जे चाहे सरकारां तक कर सकदियां ने। तुहानूं शायद याद होवेगा जिहड़ी 1984 वाली जो कुछ भी होया सीगा, ਉਹਦੇ ਵਿੱਚ ਜਦੋਂ ਸਰਕਾਰ ਮੁੰਡਿਆਂ ਦੇ ਉਲਟ ਹੋ ਗਈ ਔਰ ਬੜੀ ਛੇਤੀ ਉਹਨਾਂ ਨੇ ਮੁੰਡਿਆਂ ਨੂੰ ਫੜ ਲਿਆ ਗਿਆ ਸੀਗਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿਹੜਾ ਕਿੱਥੇ ਆਉਂਦਾ ਹੈਗਾ ਕਿੱਥੇ ਨਹੀਂ ਆਉਂਦਾ, ਸੰਬੰਧ ਸੀਗੇ ਉਹਨਾਂ ਦੇ ਵਿੱਚ ਆਪਦੇ ਬੰਦੇ ਪਾਏ ਗਏ ਸੀਗੇ, ਫੜੇ ਜਾਂਦੇ ਹੈਗੇ ਆ। ਸਰਕਾਰਾਂ ਚਾਹੁਣ ਤਾਂ ਇਹ ਗੈਂਗਸ ਨੂੰ ਤਾਂ ਫੜਨਾ ਕੋਈ ਬਹੁਤੀ ਵੱਡੀ ਗੱਲ ਹੈ ਨਹੀਂ ਗੀ। ਜੇ ਤੁਹਾਡੇ ਕੋਲ ਪੁਲਿਸ ਫੋਰਸ ਹੈ, ਤਾਕਤ ਤੁਹਾਡੇ ਕੋਲੇ ਆ, ਗੈਂਗਸਟਰ ਕੋਲੇ ਜਿਹੜੀ ਤਾਕਤ ਆ ਸਾਰੀ ਅੰਡਰਗਰਾਊਂਡ ਤਾਕਤ ਆ, ਉਹਦੇ ਕੋਲੇ ਨਜਾਇਜ਼ ਤਾਕਤ ਹੈਗੀ ਆ, ਤੁਹਾਡੇ ਕੋਲੇ ਜਾਇਜ਼ ਤਾਕਤ ਹੈਗੀ ਆ। ਸਰਕਾਰਾਂ ਚਾਹੁਣ ਰੂਡੀਓ ਜੂਲੀਆਨੀ ਨੇ ਆਪਣੇ ਨਿਊਯਾਰਕ ਦੇ ਵਿੱਚ ਬਹੁਤ ਬੁਰਾ ਹਾਲ ਸੀਗਾ ਜੀ, ਜਿਹੜਾ ਉਹਦਾ ਟਰੰਪ ਦਾ ਵਕੀਲ ਹੈ ਇਸ ਵੇਲੇ, ਠੀਕ ਆ, ਹੁਣ ਕਈ ਬੜੀਆਂ ਕਮਲੀਆਂ ਸਟੇਟਮੈਂਟਸ ਦਿੱਤੀਆਂ ਨੇ। ਨਿਊਯਾਰਕ ਦਾ ਹਾਲ ਬਹੁਤ ਬੁਰਾ ਸੀਗਾ ਹੁਣ ਤੋਂ 30 ਸਾਲ ਪਹਿਲਾਂ। उस वे मेयर बन गया सीगा और उन्हें सारा विचों क्रिमिनल सारे कढ़ दिते थे न्यूयॉर्क के। चाहो किया जा सकता, सरकार की सोच चाहिए है, सरकार को चाहिए भी हाँ असीं खत्म करना, माइनिंग खत्म करनी है, ओवरनाइट खत्म हो सकती है। कुछ भी जिहड़ी एक बारी तो ठल पाई गई ना रिश्वत नूं, लोकी एक बार ठल पै गई सी, हुण नहीं पता चल रही है या नहीं चल रही। पर इस तरह का जो सरकारां डर क्रिएट करदियां ने भी तुहानूं इहदी सज़ा बहुत बुरी मिलेगी, तां सरकारां कर सकदियां ने जे चाहण तां। हाँ, उन्हां दी नीयत चाहिदी है कि किन्नी क नीयत उन्हां दी इस पासे नूं हैगी है काम करन। बिल्कुल जी, ते तुहानूं दस दईए कि 4 ਤੋਂ ਲੈ ਕੇ 5 ਘੰਟੇ ਤੱਕ ਲਗਾਤਾਰ ਇਹ ਆਪਰੇਸ਼ਨ ਚੱਲਿਆ ਸੀ, ਜਿਸ ਦੌਰਾਨ ਜਿਹੜਾ ਐਨਕਾਊਂਟਰ ਦੇ ਵਿੱਚ ਇਹਨਾਂ ਨੂੰ ਮਾਰ ਦਿੱਤਾ ਗਿਆ ਆ। ਆਪਾਂ ਲਗਾਤਾਰ ਇਹ ਗੱਲ ਕਰ ਰਹੇ ਸੀ ਕਿ ਕੀ ਇਹਨਾਂ ਨੂੰ ਬਚਾਇਆ ਵੀ ਜਾ ਸਕਦਾ ਸੀ, ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਪਰ ਗੱਲ ਇਹ ਹੈ ਕਿ ਜੇਕਰ ਗ੍ਰਿਫਤਾਰ ਵੀ ਕੀਤਾ ਜਾਂਦਾ ਸਰ, ਕਿੰਨਾ ਕਿੰਨਾ ਤੋਂ ਖੁਲਾਸਾ ਹੋਣ ਦੀ ਅੱਗੇ ਸੰਭਾਵਨਾ ਹੈਗੀ ਸੀ, ਕਿਉਂਕਿ ਜਿਹੜੇ ਹੁਣ ਤੱਕ ਫੜੇ ਗਏ ਨੇ ਉਹਨਾਂ ਤੋਂ ਕਿੰਨੇ ਕੁ ਖੁਲਾਸੇ ਹੋਏ ਨੇ? ਉਹ ਖੁਲਾਸੇ ਬਾਹਰ ਨਹੀਂ ਆ ਰਹੇ, ਉਹਨਾਂ ਕੋਲੇ ਤਾਂ ਹੈਗੇ ਨੇ। ਜੇ ਹੁਣ ਜਿਹੜੀ ਹੈ ਇਹਦੀ ਸਟੋਰੀ ਲਾਈਨ ਬਣਨੀ ਹੈ, 10 ਬੰਦੇ ਫੜੇ ਹੈ, ਇਸ ਵੇਲੇ 8 ਹੈ ਮੇਰੇ ਖਿਆਲ, ਸ਼ਾਇਦ ਜਿੰਨੇ ਵੀ ਮਰਜ਼ੀ ਫੜੇ ਹੋਏ, ਸਾਰਿਆਂ ਤੋਂ ਵੱਖਰੇ ਵੱਖਰੇ ਬਿਆਨ ਲਏ। ਇੱਕ ਦਿਨ ਆਇਆ ਸੀ ਨਾ ਵੀ ਦੋ ਨੂੰ ਬਿਠਾ ਕੇ ਇਕੱਠਿਆਂ ਦੇ, ਹਾਊ ਇਜ਼ ਇਟ ਪੋਸੀਬਲ? ਦੈਟ ਇਜ਼ ਨਾਟ ਪੋਸੀਬਲ ਵੀ ਤੁਸੀਂ ਦੋ ਕ੍ਰਿਮੀਨਲਸ ਇਕੱਠੇ ਨੂੰ ਬਿਠਾ ਕੇ ਉਹਨਾਂ ਦਾ ਬਿਆਨ ਲੈਣਾ। ਨੋ, ਕੱਲੇ ਕੱਲੇ ਤੋਂ ਬਿਆਨ ਲੈਣਾ। ਹਰੇਕ ਦਾ ਕੁਐਸਚਨੇਅਰ ਸੇਮ ਹੈ, ਹਰੇਕ ਦਾ ਜਵਾਬ ਦੇਖਣਾ ਕਿਹਦਾ ਕਿਹਨੇ ਕੀ ਜਵਾਬ ਦਿੱਤਾ, ਔਰ ਜਿਹਦੇ ਕਿਸੇ ਨੂੰ ਜਵਾਬ ਮਿਲਦੇ ਹੈਗੇ ਆ ਉਹ ਬਹੁਤੀ ਸਟੋਰੀ ਲਾਈਨ ਬਣਨੀ ਹੈ। ਦੈਟਸ ਵੇ ਇਹ ਚੀਜ਼ਾਂ ਦੀ ਬਣਾਈ ਜਾਂਦੀ ਹੈਗੀ ਆ। ਇਹ ਆਉਂਦੇ ਤਾਂ ਇਹਨਾਂ ਤੋਂ ਵੀ ਉਹੀ ਸਟੋਰੀ ਲਾਈਨ ਨਹੀਂ ਸੀਗੀ, ਇਹਨਾਂ ਨੂੰ ਵੀ ਉਹੀ ਸਵਾਲ ਕੀਤੇ ਜਾਣੇ ਸੀਗੇ, ਇਹਨਾਂ ਤੋਂ ਵੀ ਪਤਾ ਕਰਨਾ ਸੀ ਵੀ ਕੀ ਹੈ। ਅਖੀਰ ਕਿਸੇ ਨੇ ਤਾਂ ਕਹਿਣਾ ਸੀਗਾ ਵੀ ਦਿਸ ਇਜ਼ ਦ ਗਾਏ ਹੂ ਸ਼ਾਟ ਹਿਮ ਡੈਡ, ਜਾਂ ਆਹ ਦੋ ਜਾਣੇ ਸੀਗੇ। ਹੁਣ ਤਾਂ ਸਟੋਰੀ ਹੈ ਨਾ, ਉਦੋਂ ਪੱਕਾ ਉਹਨਾਂ ਨੂੰ ਹੋਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਵੀ ਇਹ ਸਿੱਧੂ ਮੂਸੇਵਾਲੇ ਦੇ ਕਾਤਲ ਨੇ, ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈਗੀ ਆ। ਜਿੰਨੇ ਬੰਦੇ ਫੜੇ ਜਾਣਗੇ ਹਰੇਕ ਤੋਂ ਜੇ ਸਟੋਰੀ ਲਾਈਨ ਸੇਮ ਆਉਂਦੀ ਹੈ, ਜਿਹਨਾਂ ਦੀ ਜ਼ਰੂਰਤ ਸੀਗੀ। ਮੈਂ ਕਹਿਣਾ ਜਿਹੜਾ ਇਹ ਮਾਰਿਆ, ਇਹ ਪੁਲਿਸ ਨੇ ਠੀਕ ਆ, ਹੁਣ ਸਾਰੇ ਵਧਾਈਆਂ ਦੇ ਰਹੇ ਨੇ, ਭਗਵੰਤ ਮਾਨ ਵੀ ਵਧਾਈਆਂ ਦੇ ਰਿਹਾ, ਸਭ ਕੁਝ ਕੀਤਾ। ਇਹ ਫੜੇ ਜਾ ਸਕਦੇ ਸੀਗੇ, ਖਾਲੀ ਘਰ ਹੈ। ਹੁਣ ਤੱਕ ਸਟੋਰੀ ਲਾਈਨ ਇਹੀ ਹੈ, ਖਾਲੀ ਘਰ ਦੇ ਅੰਦਰ ਗੋਲੀਆਂ ਚੱਲ ਰਹੀਆਂ ਨੇ, ਇੱਕ ਕਾਰ ਥਾਰ, ਕਿੰਨੇ 10 ਬੰਦੇ ਬੈਠ ਸਕਦੇ? ਨੋ, 4 ਬੰਦੇ ਬੈਠ ਸਕਦੇ, ਸੋ 4 ਬੰਦੇ ਅੰਦਰ ਹੈ। ਕਿੰਨੇ ਹਥਿਆਰਾਂ ਦੀ ਆਵਾਜ਼ ਵੱਖਰੀ ਹੈ ਹਥਿਆਰ ਦੀ, ਕਿੰਨੀਆਂ ਗੋਲੀਆਂ ਆ ਰਹੀਆਂ ਨੇ, ਕਿੰਨਾ ਕੁਝ ਹੋ ਰਿਹਾ। ਅਖੀਰ ਬੰਦਾ ਅੰਦਰ ਘੇਰੇ 'ਚ ਬੈਠਾ, ਉੱਥੋਂ ਨਿਕਲ ਨਹੀਂ ਸਕਦਾ। ਕਿਵੇਂ ਨਿਕਲੂਗਾ? ਹਾਊ ਇਜ਼ ਇਟ ਪੋਸੀਬਲ? ਜੇ ਨਿਕਲ ਜਾਂਦਾ ਤਾਂ ਪੁਲਿਸ ਨੇ ਕੱਢਿਆ, ਸਿੰਪਲ ਜਿਹੀ ਗੱਲ ਹੈਗੀ ਆ। ਇਹਨੂੰ ਫੜੇ ਜਾਣਾ ਚਾਹੀਦਾ ਸੀ, ਇਹਨਾਂ ਨੂੰ ਕਤਲ ਨਹੀਂ ਸੀ ਕੀਤਾ ਜਾਣਾ ਚਾਹੀਦਾ। ਇੱਕ ਬਹੁਤ ਵੱਡਾ ਜਿਹੜੀ ਇਨਫੋਰਮੇਸ਼ਨ ਦੇ 4 ਜਿਹੜੇ ਲੋਕ ਸੀਗੇ ਉਹਨਾਂ ਦਾ ਕਤਲ ਹੋ ਗਿਆ। ਉਹ ਦੇ ਆਰ ਗਨ ਫਰਮ ਦਿਸ ਵਰਲਡ। ਜੋ ਕੁਛ ਉਹਨਾਂ ਕੋਲ ਇਨਫੋਰਮੇਸ਼ਨ ਸੀ ਦੈਟਸ ਗਨ, ਇਜ਼ ਟੋਟਲੀ ਡਿਲੀਟਡ। ਉਹ ਫੜੇ ਜਾਣੇ ਚਾਹੀਦੇ ਸੀ ਔਰ ਉਹਨਾਂ ਨੂੰ ਜ਼ਿਆਦਾ ਬਾਕੀਆਂ ਨੂੰ ਇੰਨੀ ਪ੍ਰੋਟੈਕਸ਼ਨ ਦਿੱਤੀ ਹੈ। ਬਿਸ਼ਨੋਈ ਨੂੰ 2 ਕਾਰਾਂ ਦੇ ਵਿੱਚ ਅੱਡ-ਅੱਡ ਕਾਰਾਂ 'ਚ ਲੈ ਕੇ ਇੱਕ ਡਮੀ ਕਾਰ ਸੀਗੀ, ਇੰਨਾ ਕੁਛ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ, ਇੰਨਾ ਖਰਚਾ ਕੀਤਾ ਜਾ ਰਿਹਾ। ਉੱਥੇ ਜੇ ਪੁਲਿਸ ਦਾ 100 ਬੰਦਾ ਬਾਹਰ ਬੈਠਾ ਵੀ ਹੈਗਾ, ਦੂਜੇ ਦਿਨ ਉਹਨਾਂ ਨੂੰ ਰੋਟੀਆਂ ਦੇਈ ਜਾਂਦੇ, ਕਿੱਡੀ ਗੱਲ ਹੈਗੀ? ਦੂਜੇ ਦਿਨ ਬੰਦੇ ਨੇ ਭੁੱਖੇ ਨੇ ਬਾਹਰ ਆਉਣਾ। ਕਿੰਨੀ ਕੁ ਦੇਰ ਅੰਦਰ ਰਹਿ ਸਕਦੇ ਹੋ? ਪਾਣੀ ਅੰਦਰ ਹੈਗਾ, ਰੋਟੀ ਹੈਗੀ ਅੰਦਰ, ਕਿੰਨਾ ਕੁਛ ਹੈ, ਕਿੰਨੀ ਦੇਰ ਅਗਲਾ। ਅਖੀਰ ਬੰਦਾ ਜਿਹੜਾ ਅੰਦਰ ਬੈਠਾ ਉਹ ਥੱਕ ਜਾਂਦਾ, ਉਹਨੂੰ ਪਤਾ ਵੀ ਬਾਹਰ ਨਿਕਲੂਗਾ ਤਾਂ ਗੋਲੀ ਮਾਰਨਗੇ, ਆਈ ਸ਼ੁੱਡ ਸਰੈਂਡਰ। ਔਰ ਜੇ ਸਰੈਂਡਰ ਕਰਨ ਦਾ ਤਾਂ ਬਹੁਤ ਵੱਡੀ ਇਨਫੋਰਮੇਸ਼ਨ ਆਉਣੀ ਸੀ। ਇਹ ਬੜੀ ਵੱਡੀ ਇਨਫੋਰਮੇਸ਼ਨ ਚਲੀ ਗਈ ਆ ਉਹਨਾਂ ਦੀ ਮੌਤ ਦੇ ਨਾਲ। ਠੀਕ ਹੈ, ਸਰਕਾਰ ਇਸ ਗੱਲ ਦੀਆਂ ਵਧਾਈਆਂ ਦੇ ਰਹੀ ਹੈਗੀ ਆ, ਪਰ ਮੈਂ ਹਜੇ ਵੀ ਇਹੀ ਕਹਿਣਾ ਕਿ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਸੀ, ਮਾਰਿਆ ਨਹੀਂ ਸੀ ਜਾਣਾ ਚਾਹੀਦਾ। ਜੀ ਬਿਲਕੁਲ, ਤੇ ਇਸ ਮਾਮਲੇ ਵਿੱਚ ਜਿਵੇਂ ਜਿਵੇਂ ਨਵੀਂ ਤਾਜ਼ਾ ਜਾਣਕਾਰੀ ਆਏਗੀ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਪਰ ਹੁਣ ਸਮਾਂ ਜਿਹੜਾ ਸਾਡਾ ਅੱਗੇ ਇਜਾਜ਼ਤ ਲੈਣ ਵੱਲ ਹੋ ਰਿਹਾ, ਸੋ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪੂਰੇ ਦਿਨ ਦੀ ਜਿਹੜੀ ਪ੍ਰਮੁੱਖ ਘਟਨਾ ਦੇਖਣ ਨੂੰ ਮਿਲੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਸ਼ਾਮਲ ਜਿਹੜੇ 2 ਗੈਂਗਸਟਰ ਸੀ ਪ੍ਰਮੁੱਖ, ਜਿਹੜੇ ਇਸ ਵਕਤ ਫਰਾਰ ਚੱਲ ਰਹੇ ਸੀ, ਉਹਨਾਂ ਨੂੰ ਪੁਲਿਸ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਹੈ। ਤੇ ਇੱਕ ਥਾਰ ਗੱਡੀ ਵਿੱਚ ਇਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਇੱਕ ਖਾਲੀ ਕਾਰ ਨੂੰ ਇਹਨਾਂ ਨੇ ਆਪਣਾ ਠਿਕਾਣਾ ਬਣਾਇਆ
ਤੇ AK-47 ਇਹਨਾਂ ਕੋਲੋਂ ਬਰਾਮਦ ਹੋਈ ਆ। ਇਸ ਤੋਂ ਇਲਾਵਾ ਅਸਲੇ ਨਾਲ ਭਰਿਆ ਹੋਇਆ ਇੱਕ ਬੈਗ ਬਰਾਮਦ ਹੋਇਆ ਜਿਹਦੇ ਵਿੱਚ ਕਾਫੀ ਜ਼ਿਆਦਾ ਗੋਲੀਆਂ ਸਨ ਤੇ ਨਾਲ ਇੱਕ 0.3 mm ਦੀ ਪਿਸਟਲ ਵੀ ਬਰਾਮਦ ਹੋਈ ਆ। ਸੋ ਇਸ ਮਾਮਲੇ ਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਖਤਰੇ ਤੋਂ ਬਾਹਰ ਨੇ। ਤੇ ਇਸ ਘਟਨਾ ਦੇ ਉੱਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਖਾਸ ਤੌਰ ਤੇ ਵਧਾਈ ਦਿੱਤੀ ਹੈ। ਚਲੇ ਜੀ ਫਿਰ ਆਪਣਾ ਸਮਾਂ ਹੋ ਬਿਲਕੁਲ ਗਿਆ ਜੀ, ਇਜਾਜ਼ਤ ਲੈਣ ਦਾ ਸਮਾਂ ਹੋ ਗਿਆ ਜੀ। ਖਬਰਾਂ ਹਜੇ ਹੋਰ ਵੀ ਸਨ ਪਰ ਮਾਫੀ ਚਾਹਾਂਗੇ, ਸਮਾਂ ਘੱਟ ਹੋਣ ਦੇ ਚੱਲਦੇ ਹੁਣ ਅਸੀਂ ਹੋਰ ਖਬਰਾਂ ਡਿਸਕਸ ਨਹੀਂ ਕਰ ਸਕਦੇ। ਕੱਲ ਨੂੰ ਫਿਰ ਹੋਵੇਗੀ ਮੁਲਾਕਾਤ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।